है पंजाब करां की सिफ्त तेरी, है पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। ओ तेरी माँ क्यों मिठी बोली दी जी कर दिया सिफ्त न रजदा है। उर्दू हिंदी दिया साजा विच सुर ताल तेरा ही वजदा है। बसे रसे कर बार तेरा, जीवे जागे परवार तेरा। मस्जिद मंदिर दरबार तेरा, मियाँ लाला सरदार तेरा। दुनिया सारी भी सोनी है ओ, दुनिया सारी भी सोनी है, पर तेरा रंग न्यारा है। तेरी मिट्टी दा खुला भी शाही महला तो प्यारा है। तेरे जर्रे जर्रे दे अंदर अपना तजई कोई बसदी है। तेरी गोदी दे विच बहंदियां ही दुनिया दी चिंता नसदी है। तेरी गोदी दे विच बहंदियां ही दुनिया दी चिंता नसदी है। ऐ पंजाब करां की सिफ्त तेरी, ऐ पंजाब करां की सिफ्त तेरी। ऐ पंजाब, ऐ पंजाब, है पंजाब। ਪੰਜਾਬ ਦਰਸ਼ਨ ਦੇ ਸਰਪ੍ਰਸਤ ਪ੍ਰੋਫੈਸਰ ਹਰਪਾਲ ਸਿੰਘ ਅਤੇ ਪ੍ਰੋਫੈਸਰ ਆਈ.ਡੀ. ਗੌੜ ਜੀ ਦੇ ਅਸ਼ੀਰਵਾਦ ਨਾਲ ਅੱਜ ਦਾ ਇਹ ਪ੍ਰੋਗਰਾਮ ਆਰੰਭ ਕਰ ਰਹੇ ਹਾਂ। ਪੰਜਾਬ ਦਰਸ਼ਨ ਦੇ ਸਾਰੇ ਦਰਸ਼ਕ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਕੁਦਰਤ ਦੇ ਨਿਯਮ ਵਿੱਚ ਨਾ ਦੁਆ ਹੈ ਅਤੇ ਨਾ ਦਵਾਈ। ਚਾਹੇ ਪਸ਼ੂ ਪੰਛੀ ਹੋਣ, ਚਾਹੇ ਵਨਸਪਤੀ, ਕਿਤੇ ਵੀ ਦੁਆ ਅਤੇ ਦਵਾਈ ਦਾ ਜ਼ਿਕਰ ਨਹੀਂ। ਮਨੁੱਖ ਨੇ ਸੱਭਿਅਤਾ ਅਤੇ ਸੱਭਿਆਚਾਰ ਦੇ ਨਾਂ 'ਤੇ ਦੁਆ ਦਾ ਰਾਹ ਅਖਤਿਆਰ ਕੀਤਾ ਅਤੇ ਨਾਲ ਨਾਲ ਦਵਾਈ ਦਾ। ਮਨੁੱਖ ਨੇ ਆਪਣੇ ਨਾਲ ਨਾਲ ਪਾਲਤੂ ਪਸ਼ੂ ਪੰਛੀਆਂ ਨੂੰ ਵੀ ਇਸ ਘੇਰੇ ਵਿੱਚ ਲੈ ਆਂਦਾ। ਇੱਥੋਂ ਤੱਕ ਕਿ ਮਨੁੱਖ ਨੇ ਆਪਣੇ ਨਾਲ ਸੰਬੰਧਿਤ ਵਨਸਪਤੀ ਨੂੰ ਵੀ ਦਵਾਈਆਂ ਦੀ ਲਪੇਟ ਵਿੱਚ ਲੈ ਆਂਦਾ। ਅੱਜ ਧਰਤੀ ਇਸ ਪ੍ਰਕੋਪ ਦੇ ਵਿੱਚ, ਦਵਾਈਆਂ ਦੇ ਪ੍ਰਕੋਪ ਵਿੱਚ ਕਲਬਲ ਹੋਈ ਪਈ ਹੈ। ਖਾਸ ਤੌਰ 'ਤੇ ਸਾਡੇ ਭਾਰਤੀ ਪੰਜਾਬ ਦੀ। ਕਈ ਪਾਸੇ ਪਾਣੀ ਜ਼ਹਿਰੀਲਾ ਹੋ ਗਿਆ। ਸੁਣਿਆ ਕਿ ਕਈ ਪਾਸੇ ਧਰਤੀ ਨੂੰ ਕੈਂਸਰ ਹੋ ਗਿਆ, ਕਿ ਜਿੱਥੋਂ ਦੀ ਫਸਲ, ਜਿੱਥੋਂ ਦਾ ਅਨਾਜ ਲੋਕ ਖਾ ਕੇ ਬਿਮਾਰ ਹੋ ਰਹੇ ਆ, ਜਿੱਥੋਂ ਦੇ ਪੱਠੇ ਪਸ਼ੂ ਜਿਹੜੇ ਆ ਉਹ ਖਾ ਕੇ ਬਿਮਾਰ ਹੋ ਰਹੇ ਆ। ਅਤੇ ਧਰਤੀ ਵਿੱਚ ਪਾਣੀ ਵੀ ਖਤਮ ਹੋ ਰਿਹਾ, ਜੀਵ ਜੰਤੂ ਖਤਮ ਹੋ ਰਹੇ ਆ, ਪਰਿੰਦੇ ਚਿੜੀਆਂ ਖਤਮ ਹੋ ਰਹੀਆਂ। ਔਰ ਜਿਸ ਪੰਜਾਬ ਦੀ ਕਿਸੇ ਵੇਲੇ ਸਾਡੇ ਸ਼ਾਇਰ, ਸਾਡੇ ਕਵੀ, ਵਿਦਵਾਨ ਸਿਫਤਾਂ ਕਰਦੇ ਸੀਗੇ, ਜਿਵੇਂ ਅਸੀਂ ਹੁਣੇ ਤੁਸੀਂ ਗਾਣਾ ਸੁਣਿਆ ਧਨੀ ਰਾਮ ਚਾਤਰਕ ਜੀ ਦਾ, ਐ ਪੰਜਾਬ ਕਰਾਂ ਕੀ ਸਿਫਤ ਤੇਰੀ। ਲੇਕਿਨ ਅੱਜ ਪੰਜਾਬ ਦੀ ਸਿਫਤ ਕਰਨ ਨੂੰ ਜੀ ਨਹੀਂ ਕਰਦਾ।
ਇਸ ਤਰ੍ਹਾਂ ਲੱਗਦਾ ਵੀ ਪੰਜਾਬ ਵਿੱਚ ਸਿਫਤ ਲਾਇਕ ਕੁਛ ਵੀ ਨਹੀਂ ਰਿਹਾ। ਔਰ ਇਹੋ ਜਿਹੇ ਮੌਕੇ ਦੇ ਉੱਤੇ ਜਿਹੜੇ ਸਾਡੇ ਸਮਾਜ ਵਿੱਚ ਵਿਦਵਾਨ, ਕਵੀ, ਲੇਖਕ, ਸੰਵੇਦਨਸ਼ੀਲ, ਜਿਹੜੇ ਸੂਖਮ ਬੁੱਧੀ ਰੱਖਦੇ ਆ, ਉਹ ਇਹੋ ਜਿਹੇ ਮੌਕਿਆਂ ਦੇ ਉੱਤੇ ਉਹ ਗੱਲਾਂ ਸੁਣ ਸਕਦੇ ਆ, ਉਹ ਆਵਾਜ਼ਾਂ ਸੁਣ ਸਕਦੇ ਆ ਜਿਹੜੀਆਂ ਸਾਡੇ ਸਧਾਰਨ ਲੋਕਾਂ ਦੇ ਕੰਨਾਂ ਨੂੰ ਨਹੀਂ ਸੁਣਦੀਆਂ ਜਾਂ ਸਾਡੇ ਦਿਮਾਗ ਨੂੰ ਨਹੀਂ ਸੁੱਝਦੀਆਂ। ਪੱਛਮੀ ਪੰਜਾਬ ਦੇ ਦਾਨਸ਼ਵਰ, ਦਰਵੇਸ਼, ਵਿਦਵਾਨ ਲੇਖਕ ਨੈਣ ਸੁਖ ਜੀ ਉਹਨਾਂ ਚੰਦ ਹਸਤੀਆਂ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਧਰਤੀ ਦੀ ਪੁਕਾਰ ਸੁਣਾਈ ਦਿੱਤੀ, ਧਰਤੀ ਦਾ ਸਵਾਲ ਸੁਣਾਈ ਦਿੱਤਾ, ਅਤੇ ਉਹਨਾਂ ਨੇ ਆਪਣੇ ਮਸਤਕ ਨੂੰ ਇਸ ਦਿਸ਼ਾ ਵਿੱਚ ਤੋਰਿਆ ਅਤੇ ਉਹਨਾਂ ਨੇ ਖੋਜ ਕੀਤੀ, ਛਾਣਬੀਣ ਕੀਤੀ ਕਿ ਅਸੀਂ ਇਹਨਾਂ ਦਵਾਈਆਂ ਦੇ ਨਾਲ, ਪੈਸਟੀਸਾਈਡਸ ਦੇ ਨਾਲ ਧਰਤੀ ਦਾ ਕਿੰਨਾ ਨੁਕਸਾਨ ਕਰ ਰਹੇ ਹਾਂ, ਉਹਦੇ ਕਿਸ ਤਰ੍ਹਾਂ ਦੇ ਅਸਰ ਪੈ ਰਹੇ ਆ, ਆਉਣ ਵਾਲੇ ਸਮੇਂ 'ਚ ਉਹਦੇ ਕਿਸ ਤਰ੍ਹਾਂ ਦੇ ਨਤੀਜੇ ਸਾਨੂੰ ਭੁਗਤਣੇ ਪੈਣਗੇ। ਜਿਵੇਂ ਜਿਵੇਂ ਇੱਕ ਸ਼ਾਇਰ ਦਾ ਕਥਨ ਹੈ ਵੀ ਮਰਜ਼ बढ़ता ਹੀ ਗਿਆ ਜਿਉਂ ਜਿਉਂ ਦੁਆ ਕੀ। ਇਹ ਮੈਨੂੰ ਲੱਗਦਾ ਵੀ ਦੋਨੇ ਚੀਜ਼ਾਂ, ਮਰਜ਼ ਅਤੇ ਦਵਾਈ, ਇੱਕ ਦੂਜੇ ਦੇ ਮਗਰ ਮਗਰ ਦੌੜੀਆਂ ਫਿਰਦੀਆਂ। ਜਿਵੇਂ ਜਿਵੇਂ ਦਵਾਈਆਂ ਦਾ ਪ੍ਰਯੋਗ ਵੱਧ ਰਿਹਾ, ਉਵੇਂ ਉਵੇਂ ਮਰਜ਼ ਜਿਹੜਾ ਉਹ ਵੱਧਦਾ ਜਾ ਰਿਹਾ। ਜਿਵੇਂ ਜਿਵੇਂ ਮਰਜ਼ ਵੱਧ ਰਿਹਾ, ਉਵੇਂ ਉਵੇਂ ਦਵਾਈਆਂ ਦੀ ਮਾਤਰਾ ਜਿਹੜੀ ਹੈ ਅਤੇ ਪ੍ਰਯੋਗ ਉਹ ਵੱਧ ਰਿਹਾ। ਔਰ ਇਹਦਾ ਕੋਈ ਵੀ ਜਿਹੜਾ ਐਂਡ, ਇਹਦਾ ਕੋਈ ਵੀ ਅੰਤ ਸਾਨੂੰ ਨਜ਼ਰ ਨਹੀਂ ਆਉਂਦਾ। ਅਤੇ ਜਿਸ ਚੀਜ਼ ਦਾ ਸਾਨੂੰ ਅੰਤ ਨਜ਼ਰ ਨਾ ਆਵੇ ਅਤੇ ਉਹਦਾ ਹੱਲ ਸੋਚਣਾ ਜ਼ਰੂਰ ਬਣਦਾ। ਅਸੀਂ ਇਹ ਜਿਹੜਾ ਇਹ ਸਿਲਸਿਲਾ ਚੱਲ ਰਿਹਾ, ਇੱਕ ਮਾਰੂ ਸਿਲਸਿਲਾ, ਘਾਤਕ ਸਿਲਸਿਲਾ, ਇਹਦੇ ਅੱਗੇ ਕੁਐਸਚਨ ਮਾਰਕ ਖੜ੍ਹਾ ਕਰ ਦਈਏ, ਅਸੀਂ ਇਹਦੇ ਬਾਰੇ ਸੋਚਣਾ ਆਰੰਭ ਕਰੀਏ ਅਤੇ ਸ਼ਾਇਦ ਇਹਦਾ ਕੋਈ ਹੱਲ ਨਿਕਲ ਆਵੇ। ਅਸੀਂ ਇਸ ਮਕਸਦ ਲਈ ਨੈਣ ਸੁਖ ਜੀ ਨੂੰ ਬੇਨਤੀ ਕੀਤੀ ਸੀ ਅਤੇ ਪੰਜਾਬ ਦਰਸ਼ਨ ਦੀ ਟੀਮ ਦਾ ਉਹਨਾਂ ਦੇ ਉੱਤੇ ਇੱਕ ਵਿਸ਼ੇਸ਼ ਸਾਨੂੰ ਮਾਣ ਹੈ। ਉਹਨਾਂ ਦੇ ਉੱਤੇ ਅਸੀਂ ਜਿੰਨੀ ਵਾਰੀ ਵੀ ਉਹਨਾਂ ਨੂੰ, ਜਿਸ ਵਿਸ਼ੇ ਦੇ ਲਈ ਵੀ ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਸਾਨੂੰ ਕਦੀ ਨਾ ਨਹੀਂ ਕੀਤੀ ਔਰ ਬੇਨਤੀ ਸਵੀਕਾਰ ਕੀਤੀ। ਅੱਜ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਅਤੇ ਉਹਨਾਂ ਨੇ ਨਾ ਨਹੀਂ ਕੀਤੀ ਅਤੇ ਆਪਣੀ ਹਾਮੀ ਭਰੀ ਅਤੇ ਸਾਨੂੰ ਇਸ ਵਿਸ਼ੇ ਦੇ ਨਾਲ ਔਰ ਇਸ ਬੜੇ ਸੰਵੇਦਨਸ਼ੀਲ ਵਿਸ਼ੇ ਦੇ ਨਾਲ ਸਾਨੂੰ ਉਹ ਜਾਣੂ ਕਰਾਉਣਗੇ ਅਤੇ ਜੋ ਉਹਨਾਂ ਦੀ ਖੋਜ, ਛਾਣਬੀਣ, ਜੋ ਉਹਨਾਂ ਨੇ ਇਸ ਸਿਲਸਿਲੇ 'ਚ ਮਹਿਸੂਸ ਕੀਤਾ, ਉਹ ਸਾਡੇ ਨਾਲ ਸਾਂਝਾ ਕਰਨਗੇ। ਮੈਂ ਅੱਜ ਸਭ ਤੋਂ ਪਹਿਲਾਂ ਨੈਣ ਸੁਖ ਜੀ ਨੂੰ ਵਧਾਈ ਦਿੰਦਾ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦਾ ਜਾਂ ਪੰਜਾਬੀ ਦਾ ਇੱਕ ਨਾਮਵਰ ਜਿਹੜਾ ਢਾਹਾਂ ਸਾਹਿਤਕ ਅਵਾਰਡ ਜਿਹੜਾ ਉਹ ਨੈਣ ਸੁਖ ਜੀ ਨੂੰ ਪਹਿਲਾ ਅਵਾਰਡ ਜਿਹੜਾ ਉਹਨਾਂ ਨੂੰ ਮਿਲਿਆ। ਅਤੇ ਇਹ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਬੇਸ਼ੱਕ ਅੱਜ ਇੱਕ ਪੂਰਬੀ ਪੰਜਾਬ ਦੇ ਪੱਛਮੀ ਪੰਜਾਬ ਅਸੀਂ ਕਹਿ ਦਿੰਦੇ ਹਾਂ, ਪਰ ਸਾਡੇ ਮਨਾਂ ਵਿੱਚ ਵਸਦਾ, ਸਾਡੇ ਹਿਰਦਿਆਂ ਵਿੱਚ ਵਸਦਾ ਪੰਜਾਬ ਇੱਕੋ ਹੀ ਆ। ਅਤੇ ਨੈਣ ਸੁਖ ਜੀ ਇੱਕ ਮਹਾਨ ਪੰਜਾਬੀ, ਜਿਹੜੇ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕਰ ਰਹੇ ਆ, ਧਰਤੀ ਦੀ ਵੀ ਸੇਵਾ ਕਰ ਰਹੇ ਆ, ਇਤਿਹਾਸ ਦੀ ਵੀ ਸੇਵਾ ਕਰ ਰਹੇ ਆ, ਸਾਹਿਤ ਦੀ ਵੀ ਸੇਵਾ ਕਰ ਰਹੇ ਆ। ਉਹਨਾਂ ਨੂੰ ਇਹ ਵਡਮੁੱਲਾ ਇਨਾਮ ਮਿਲਿਆ ਅਤੇ ਉਹਨਾਂ ਨੂੰ ਪੰਜਾਬ ਦਰਸ਼ਨ ਵੱਲੋਂ ਬਹੁਤ ਬਹੁਤ ਵਧਾਈ। ਨੈਣ ਸੁਖ ਜੀ, ਤੁਹਾਨੂੰ ਪਤਾ ਹੈ ਕਿ ਪੰਜਾਬ ਦਰਸ਼ਨ ਦਾ ਇੱਕ ਅਲੱਗ ਜਿਹਾ ਸਾਡਾ ਤਰੀਕਾ ਕਿ ਅਸੀਂ ਬੇਸ਼ੱਕ ਅਸੀਂ ਔਨਲਾਈਨ ਮਿਲ ਰਹੇ ਹਾਂ, ਪਰ ਅਸੀਂ ਸਾਰੇ, ਸਾਡੇ ਦਰਸ਼ਕ ਵੀ, ਸਾਡੀ ਪੰਜਾਬ ਦਰਸ਼ਨ ਦੀ ਸਿਰਜਕ ਟੀਮ ਵੀ, ਅਸੀਂ ਇਸ ਤਰ੍ਹਾਂ ਮਹਿਸੂਸ ਕਰ ਰਹੇ ਹਾਂ ਜਿਵੇਂ ਤੁਹਾਡੇ ਘਰ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਬੈਠੇ ਹੋਈਏ ਅਤੇ ਤੁਹਾਡੇ ਦਰਬਾਰ ਵਿੱਚ ਬੈਠੇ ਹੋਈਏ ਅਤੇ ਅਸੀਂ ਤੁਹਾਨੂੰ ਜਿਵੇਂ ਤੁਹਾਡਾ ਪ੍ਰਵਚਨ ਸੁਣਨਾ ਹੋਵੇ ਅਤੇ ਅਸੀਂ ਘੜੀ ਲਾ ਕੇ ਬੈਠਦੇ ਹਾਂ, ਘੜੀ ਲਾ ਕੇ ਸੁਣਦੇ ਹਾਂ। ਅਤੇ ਸਾਡੇ ਲਈ ਇੱਕ ਸਟਾਰਟਿੰਗ ਪੁਆਇੰਟ ਜ਼ਰੂਰ ਹੁੰਦਾ ਵੀ 7 ਵਜੇ ਸ਼ੁਰੂ ਕਰਦੇ ਹਾਂ, ਪਰ ਲੇਕਿਨ ਸਾਡੀ ਸ਼ਰਤ ਸੀਮਾ ਕੋਈ ਨਹੀਂ ਵੀ ਕਿੰਨੇ ਵਜੇ ਤੱਕ ਤੁਸੀਂ ਬੋਲਦੇ ਰਹਿਣਾ, ਅਸੀਂ ਸੁਣਦੇ ਰਹਿਣਾ। ਤੁਹਾਡੀ ਤਸੱਲੀ ਹੋਣੀ ਚਾਹੀਦੀ ਹੈ ਕਿ ਗੱਲ ਜਿਹੜੀ ਆ ਮੁਕੰਮਲ ਹੋ ਸਕੇ। ਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਧਰਤੀ ਦਾ ਸਵਾਲ, ਆਬਾਦੀ ਕਿ ਬਰਬਾਦੀ, ਇਸ ਵਿਸ਼ੇ ਦੇ ਉੱਤੇ ਸਾਡੇ ਪੰਜਾਬ ਦਰਸ਼ਨ ਦੇ ਦਰਸ਼ਕ ਸਰੋਤਿਆਂ ਨੂੰ ਚਾਨਣਾ ਪਾਓ। ਹਾਂਜੀ ਜਨਾਬ ਨੈਣ ਸੁਖ ਜੀ। ਹਾਂਜੀ, ਦਰਸ਼ਨ ਤੇ ਅਵਤਾਰ ਸਿੰਘ ਹੋਰਾਂ ਦੀ ਬਹੁਤ ਬਹੁਤ ਮਿਹਰਬਾਨੀ। ਉਹਨਾਂ ਬੜੀ ਇੱਜ਼ਤ ਦਿੱਤੀ ਤੇ
ਸੁਣਨ ਵਾਲਿਆਂ ਨੂੰ ਵੀ, ਸਭ ਨੂੰ, ਵੇਖਣ ਵਾਲਿਆਂ ਨੂੰ ਸਲਾਮ। ਤੇ ਇਹ ਜਿਹੜੀ ਜਿੰਨੀ ਵੀ ਇਨਫੋਰਮੇਸ਼ਨ ਮੈਨੂੰ ਮਿਲੀ, ਕਾਫੀ ਦੇਰ ਤੋਂ ਮੈਂ ਲੱਗਾ ਹੋਇਆ ਸੀ ਇਸ ਪਾਸੇ। ਬਹੁਤ ਕੁਝ ਜਿਹੜੀਆਂ ਜੜੀ ਬੂਟੀਆਂ, ਪੰਛੀ, ਜਿਹੜੇ ਸਾਡੇ ਪੁਰਾਣੇ ਘਾਹ ਸਨ, ਉਹਨਾਂ ਦੇ ਨਾਂ ਵੀ ਹੁਣ ਨਹੀਂ ਲੋਕਾਂ ਨੂੰ ਚੇਤੇ ਰਹੇ, ਉਹ ਘਾਹ ਵੀ ਨਹੀਂ ਰਹੇ, ਜੜੀ ਬੂਟੀਆਂ ਵੀ ਨਹੀਂ ਰਹੀਆਂ। ਤੇ ਉਹ ਪੁੱਛਣਾ ਪੈਂਦਾ ਸੀ ਬਹੁਤ ਸਾਰੇ ਬਜ਼ੁਰਗਾਂ ਨੂੰ, ਮਾਈਆਂ ਬਾਬਿਆਂ ਨੂੰ, ਸੱਜਣਾ ਸਾਥੀਆਂ ਨੂੰ। ਬਹੁਤ ਸਾਰੇ ਸਿਆਣੇ ਅਜਿਹੇ ਪੜ੍ਹੇ ਲਿਖੇ ਲੋਕ ਵੀ ਸਨ ਜਿਨ੍ਹਾਂ ਨੇ ਵੈਸੇ ਵੀ ਜਿਹੜਾ ਹੁਣ ਅੱਜ ਕੱਲ੍ਹ ਜਿਵੇਂ ਦੀ ਵਾਈ ਬੀਜੀ ਚੱਲ ਰਹੀ, ਉਹਦੇ ਬਾਰੇ ਵੀ ਮੈਨੂੰ ਬਹੁਤ ਕੁਝ ਦੱਸਿਆ। ਉਹਨਾਂ ਸਾਰਿਆਂ ਦਾ ਬਹੁਤ ਮੈਂ ਸ਼ੁਕਰੀਆ ਅਦਾ ਕਰਨਾ। ਉਹਨਾਂ ਸਾਰੇ, ਬੜੀ ਲੰਮੀ ਲਿਸਟ ਹੈ ਉਹਨਾਂ ਲੋਕਾਂ ਦੀ। ਇੱਕ ਮੈਨੂੰ ਗਿਲਾ ਵੀ ਹੈ ਕਿ ਮੈਂ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਮੈਨੂੰ ਇਸ ਪਾਸੇ ਦਾ ਪਤਾ ਚੱਲਿਆ, ਮੈਂ ਇਸੇ ਤਰ੍ਹਾਂ ਜਿਹੜਾ ਉਸ ਪਾਸੇ ਦਾ ਪੰਜਾਬ ਹੈ ਉਧਰ ਦਾ ਵੀ ਮੈਨੂੰ ਕੁਝ ਪਤਾ ਹੁੰਦਾ ਤੇ ਮੈਂ ਕੁਝ 7 ਲੋਕਾਂ ਨੂੰ ਬਾਰ-ਬਾਰ ਫੋਨ ਵੀ ਕਰਦਾ ਰਿਹਾ, ਪਰ ਮੈਨੂੰ ਕੋਈ ਉਧਰੋਂ ਕਿਸੇ ਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ। ਹਰ ਕਿਸੇ ਨੇ ਕੋਈ ਅੱਗੋਂ ਕੋਈ ਹੋਰ ਮੈਨੂੰ ਨੰਬਰ ਦੇ ਦਿੱਤਾ ਕਿਸੇ ਦਾ, ਜਾਂ ਕਿਹਾ ਕਿ ਤੁਸੀਂ ਇਹ ਕਿਤਾਬ ਪੜ੍ਹ ਲਵੋ, ਜਾਂ ਕਿਹਾ ਕਿ ਗੂਗਲ ਤੋਂ ਦੇਖ ਲਵੋ। ਤੇ ਇਹ ਮੈਨੂੰ ਨਹੀਂ ਚੰਗਾ ਲੱਗਾ। ਇਹ ਮੇਰਾ ਗਿਲਾ ਹੈ ਕਿ ਉਹ ਕਿਉਂ ਇਸ ਤਰ੍ਹਾਂ ਹੋਣਾ ਚਾਹੀਦਾ। ਤੇ ਬਾਕੀ ਜੋ ਅੱਜ ਦਾ ਅਸੀਂ ਜਿਹੜੀ ਮੇਰੀ ਗੱਲਬਾਤ ਹੈ, ਇਹਦੇ ਵਿੱਚ ਹੁਣ ਮੈਂ ਕੋਈ ਪੰਜਾਬ ਦੀ ਵੇਲ ਨਹੀਂ ਹੁਕਣੀ ਅੱਜ, ਨਾ ਪੰਜਾਬੀਆਂ ਨੂੰ ਵਡਿਆਣਾ ਹੈ ਤੇ ਨਾ ਸੂਫੀ ਸ਼ਾਇਰੀ ਦੀ ਮਿਠਾਸ ਘੋਲਣੀ। ਕੁਝ ਖਰਵੇ ਸੱਚ ਨੇ ਜਿਨ੍ਹਾਂ ਤਹਿਤ ਕੁਝ ਵੈਣ ਵਿਰਾਗ ਵਿਚਾਰ ਸਾਂਝੇ ਕਰਨੇ ਨੇ। ਹੋ ਸਕਦਾ ਹੈ ਮੈਂ ਤੁਹਾਨੂੰ ਅੱਜ ਕੁਝ ਬੋਰ ਕਰਾਂ, ਮੈਂ ਉਹਦੀ ਪਹਿਲੇ ਹੀ ਮਾਫੀ ਮੰਗ ਲੈਣਾ। ਆਬਾਦੀ ਕਿ ਬਰਬਾਦੀ, ਧਰਤੀ ਦਾ ਸਵਾਲ। ਤੇਜ਼ਾਬੀ ਤੇ ਫਾਰਮੀ ਵਾਈ ਬੀਜੀ ਦੀ ਚਮਕ ਧਮਕ ਦੇਸੀ ਮਹਿਕ ਚਹਿਕ ਨੂੰ ਉਜਾੜ ਦਿੱਤਾ ਤੇ ਮਸ਼ੀਨੀ ਮਾਹੌਲ ਚੋਂ ਹਾਸਲ ਵਸੂਲ ਕੀ ਬਿਮਾਰੀ, ਭੁੱਖ, ਬੇਰੁਜ਼ਗਾਰੀ, ਬੇਚੈਨੀ, ਬੇਗਾਨਗੀ, ਨਫ਼ਰਤ ਤੇ ਨਸ਼ਾ। ਸੁਖੀ ਸਾਵੀ ਤੇ ਦਾਨੀ ਪ੍ਰਧਾਨੀ ਵਸੋਂ ਸਾਡੇ ਸਾਹਮਣੇ ਕੂੜ ਕਬਾੜ ਹੋਈ। ਲੋਕ ਸਿਆਣਪ, ਗੁਣ ਗਿਆਨ, ਰੀਤ ਪਰੀਤ, ਵਰਤ ਵਿਹਾਰ, ਸਾਂਝ ਸਵਾਦ, ਪਰਿਆ ਪੰਚਾਇਤ, ਕਾਰੀਗਰੀ, ਕਿਸਾਨੀ, ਕਲਾਕਾਰੀ, ਹਾਂਡੀ ਰੋਟੀ, ਟੂਣੇ ਟੋਟਕੇ ਤੇ ਦਵਾ ਦਾਰੂ, ਸਾਰੀ ਸਾਡੀ ਵਿਰਾਸਤ ਜਿਹੜੀ ਅਸੀਂ ਸੰਭਾਲੀ ਨਾ। ਤੇ ਹੁਣ ਹੜੱਪਾ ਤੇ ਗੰਧਾਰਾ ਦੇ ਖੋਲਿਆਂ ਚੋਂ ਪ੍ਰੋਜੈਕਟ ਲੱਭਦੇ ਫਿਰੀਏ, ਅਜੋਕੀ ਬਦਹਾਲੀ ਵੱਲੋਂ ਬੇਧਿਆਨੇ, ਜਿੱਧਰ ਜੱਦੀ ਬਾਗ ਬਹਾਰਾਂ ਲਾਵਾਰਸ ਹੋਈਆਂ। ਫੁੱਲ ਬੂਟੇ, ਚਰਿੰਦ ਪਰਿੰਦ, ਮੱਛ ਕੱਛ ਸਭ ਖਤਰੇ ਵਿੱਚ। ਜੰਡ ਦੀਆਂ ਫਲੀਆਂ, ਕਰੀ ਦੇ ਡੇਲੇ, ਵਣ ਦੀਆਂ ਪੀਲੂ, ਮਲੇ ਦੇ ਬੇਰ, ਖੱਟੇ ਮਿੱਠੇ ਚਿੱਬੜ ਤੇ ਸਵਾਦੀ ਗੋਲਾਂ ਹੁਣ ਕਿਸੇ ਨੂੰ ਚੇਤੇ ਵੀ ਨਹੀਂ। ਪੁਰਾਣੇ ਪਿੱਪਲਾਂ ਵਿੱਚ ਪੀਂਘਾਂ ਤੇ ਬੁੱਢੇ ਬੋੜਾਂ ਦੀਆਂ ਛਾਵਾਂ, ਵਿਸਰੇ ਕਿਸੇ ਕਹਾਣੀਆਂ। ਖਾਦਾਂ ਤੇ ਦਵਾਈਆਂ ਦੇ ਤੇਜ਼ਾਬੀ ਮਾਹੌਲ ਚੋਂ ਤਿਤਲੀਆਂ, ਬੀਂਡੇ ਤੇ ਭੰਬੀਰੀਆਂ ਗਾਇਬ ਹੋ ਗਏ। ਰਾਤ ਦੇ ਹਨੇਰੇ ਨੂੰ ਟਟੈਣਾ ਰੁਸ਼ਨਾਵੇ, ਨਾ ਸਰਗੀ ਕੁੱਕੜ ਦੀ ਬਾਂਗ ਜਗਾਵੇ। ਸਜਰੀ ਸਵੇਰੇ ਚਿੜੀਆਂ ਚਹਿਕਣ, ਨਾ ਦਿਨ ਚੜ੍ਹਦਿਆਂ ਬਨੇਰੇ ਤੇ ਕਾਂ ਬੋਲੇ। ਪ੍ਰੇਮ ਨਾਲ ਹਲ ਪੰਜਾਲੀਆਂ, ਨਾ ਨੂਰੀ ਦੁੱਧਾਂ ਵਿੱਚ ਮਧਾਣੀਆਂ। ਮਲੂਕ ਪੰਛੀ ਨਹੀਂ, ਅੰਨ੍ਹੇਵਾਹ ਤਰੱਕੀ ਹੱਥੋਂ ਵਹਿਸ਼ੀ ਗਿਰਜਾਂ ਵੀ ਮਰ ਗਈਆਂ। ਹੁਣ ਮਿਰਜ਼ੇ ਜੱਟ ਦੀ ਘੋੜੀ ਤੇ ਧੀਦੋ ਰਾਂਝੇ ਦੀਆਂ ਮੱਝਾਂ ਦੇ ਮੁਰਦਾਰ ਕਿਹਦੇ ਹਵਾਲੇ ਕਰੀਏ। ਜਦੋਂ ਇਹ ਨਵੀਂ ਕੈਮੀਕਲ ਖਾਦ ਆਈ ਜਾਂ ਪੱਕੀ ਸੜਕ ਬਣਨ ਲੱਗੀ ਤੇ ਸਾਡੇ ਬਾਬਿਆਂ ਨੇ ਉਹਦੀ ਬਹੁਤ ਮੁਖਾਲਫਤ ਕਰਨੀ। ਅਸਾਂ ਅੱਗੋਂ ਮਖੌਲ ਕਰਨਾ, ਅਸੀਂ ਉਹਨਾਂ ਨੂੰ ਬੈਕਵਰਡ ਆਖਣਾ, ਪਰ ਉਹ ਡਟੇ ਰਹੇ। ਉਹਨਾਂ ਕਿਹਾ ਨਹੀਂ, ਇਹ ਜਿਹੜੀਆਂ ਤੁਸੀਂ ਕੈਮੀਕਲ ਖਾਦਾਂ, ਇਹ ਜਿਹੜੀ ਚਿੱਟੀ ਖਾਦ ਪਾ ਰਹੇ ਹੋ, ਇਹ ਧਰਤੀ ਨੂੰ ਵੀ ਕਮਜ਼ੋਰ ਕਰੇਗੀ, ਔਰ ਜਿਹੜੇ ਅਨਾਜ ਖਾਣਗੇ ਉਸ ਅਨਾਜ ਨੂੰ, ਉਹ ਆਪ ਵੀ ਕਮਜ਼ੋਰ ਤੇ ਬਿਮਾਰ ਹੋਣਗੇ। ਪਰ ਅਸੀਂ ਉਸ ਵੇਲੇ ਉਹਨਾਂ ਦੀ ਗੱਲ ਨਹੀਂ ਸਮਝਦੇ। ਅੱਜ ਉਂਝ ਹੀ ਹੋਇਆ, ਜ਼ਮੀਨ ਵੀ ਬਿਮਾਰ ਹੋ ਰਹੀ ਹੈ, ਔਰ ਅਸੀਂ ਜੋ ਫਸਲਾਂ ਖਾ ਰਹੇ ਹਾਂ, ਜੋ ਅਨਾਜ ਖਾ ਰਹੇ ਹਾਂ, ਅਸੀਂ ਆਪ ਵੀ ਬਿਮਾਰ ਹਾਂ। ਪੱਕੀ ਸੜਕ ਦੀ ਉਹ ਮੁਖਾਲਫਤ ਇਸ ਵਾਸਤੇ ਕਰਦੇ ਸਨ, ਉਹ ਕਹਿੰਦੇ ਸਨ ਕਿ ਜਿਹੜੇ ਸਾਡੀਆਂ ਮੱਝਾਂ ਨੇ, ਘੋੜੀਆਂ ਨੇ, ਜਿਹੜੇ ਸਾਡੇ ਢੱਗੇ ਨੇ, ਇਹ ਚੋਰੀ ਹੋਣਗੇ ਤੇ ਪੱਕੀ ਸੜਕ ਤੇ ਖੁਰਾ ਕਿਵੇਂ ਲੱਭੇਗਾ। ਤੇ ਉਹਨਾਂ ਦੀ ਇਹ ਵੀ ਗੱਲ ਸੱਚੀ ਹੋਈ। ਅੱਜ ਉਹ ਘੋੜੀਆਂ, ਉਹ ਮੱਝਾਂ, ਉਹ ਢੱਗੇ ਸਭ ਕੁਝ ਚੋਰੀ ਹੋ ਗਿਆ, ਪਿੰਡ ਹੀ ਚੋਰੀ ਹੋ ਗਿਆ। ਤੇ ਹੁਣ ਕਿਹੜਾ ਖੋਜੀ ਉਹਦਾ ਖੁਰਾ ਲੱਭੇ।
ਰਸਤੇ ਤੇ ਪੱਕੇ ਹੋ ਗਏ ਨੇ, ਸਫਰੀ ਸਹੂਲਤਾਂ ਵੀ ਬਹੁਤ ਵਧੀਆਂ, ਪਰ ਸੱਜਣਾ ਦੀ ਸਿੱਖ ਤੇ ਪ੍ਰਾਹੁਣਿਆਂ ਦੀ ਉਡੀਕ ਮੁੱਕ ਗਈ। ਛੱਡੋ ਪਰਾਂ ਇਹ ਪਿਛਾਂ ਖਿੱਚੂ ਪਛਤਾਵੇ ਤੇ ਅਗਾਂ ਵਧੂ ਕਿਸਾਨੀ ਕੀ, ਖਾਦਾਂ ਨਾਲ ਮੁਰਾਦਾਂ, ਸਰਕਾरों ਸੁਨੇਹਾ ਕੰਪਨੀ ਦੀ ਮਸ਼ਹੂਰੀ, ਕੀੜੇ ਮਾਰ ਦਵਾਈਆਂ ਪਾਓ ਤੇ ਚੰਗੀ ਫਸਲ ਉਗਾਓ। ਵੱਧ ਤੋਂ ਵੱਧ ਪੈਦਾਵਾਰ ਚੋਂ ਅਸਾਂ ਵਟਿਆ ਕੀ ਤੇ ਸਾਡਾ ਖੁੱਸਿਆ ਕੀ ਕੁਝ, ਅਸਾਂ ਕਦੀ ਹਿਸਾਬ ਨਹੀਂ ਕੀਤਾ ਕਿ ਫਸਲਾਂ ਹੀ ਖਰਾਬ ਨਹੀਂ ਹੋਈਆਂ, ਸਾਡੀਆਂ ਨਸਲਾਂ ਵੀ ਵਿਗੜ ਗਈਆਂ। 40 ਪੰਜਾਬੀਅਤ ਦੀ ਬੁੱਕਲ ਵਿੱਚ ਸਾਨੂੰ ਸਿਆਸੀ ਫਿੱਟ ਦੀ ਕੂਕੀ ਚੜੀ ਹੋਈ। ਕਦੀ ਕਿਸੇ ਮਿੱਟੀ ਵਿੱਚ ਮੁੱਟੀ ਹੋਏ ਬਜ਼ੁਰਗ ਨੂੰ ਹੱਥ ਵਿਖਾਈਏ ਤੇ ਉਹ ਦੱਸੇ ਕਿ ਇਹ ਮਾਣ ਦੀ ਖੁਮਾਰੀ ਨਹੀਂ, ਇਹ ਬਗੈਰਤੀ ਦੀ ਬਿਮਾਰੀ। ਦੱਸੋ ਭਲਾ ਇਹ ਦੇਸ਼ ਦੀ ਇੱਜ਼ਤ ਕੇ ਜ਼ਵਾਲ, ਆਬਾਦੀ ਕੇ ਬਰਬਾਦੀ, ਧਰਤੀ ਦਾ ਸਵਾਲ ਜਿਹੜੀ ਲਗਾਤਾਰ ਫਸਲਾਂ ਜਮ ਆਪ ਮਰਨੇ ਪਈ, ਜਿਹਦਾ ਸਾਹ ਘੁੱਟਿਆ ਜਾ ਰਿਹਾ, ਇਹਦੀ ਜ਼ਿੰਮੇਵਾਰੀ ਕੌਣ ਕਬੂਲ ਕਰੇ? ਉਹ ਪੰਜਾਬੀ ਜਿਹੜੇ ਜੜੋਂ ਪੁੱਟੇ ਪੈਸੇ ਦੇ ਪੁਜਾਰੀ, ਚੁਰਕਣੇ ਚਾਈ ਗਲੋਬਲ ਵਿਲੇਜ ਦੇ ਕਾਰੋਬਾਰੀ ਮੇਲੇ ਵਿੱਚ ਗਵਾਚ ਕੇ, ਵਲੈਤੀ ਖਾਦਾਂ ਤੇ ਕੀੜੇ ਮਾਰ ਦਵਾਈਆਂ ਦੇ ਇਸ਼ਤਿਹਾਰਾਂ ਪਿੱਛੇ ਲੱਗ ਕੇ ਆਪਣੀ ਜ਼ਮੀਨ ਦੇ ਦੁਸ਼ਮਣ ਹੋਏ ਤੇ ਬੈਂਕਾਂ ਤੋਂ ਕਰਜ਼ੇ ਲੈ ਕੰਪਨੀਆਂ ਦੇ ਖਜ਼ਾਨੇ ਭਰ ਰਹੇ। ਇਹ ਕਾਰੋਬਾਰੀ ਵਾਈ ਬੀਜੀ ਧਰਤੀ ਨੂੰ ਆਬਾਦ ਨਹੀਂ, ਬਰਬਾਦ ਕਰ ਰਹੀ। ਰੁੱਖ ਜਿਹੜੇ ਸਾਡੇ ਸੁੱਖ ਸਨ, ਉਹ ਸੁੱਕ ਸੜ ਰਹੇ। ਠੰਡੀਆਂ ਮਿੱਠੀਆਂ ਛਾਵਾਂ ਨੂੰ ਅਸਾਂ ਲੱਕੜ ਦੇ ਭਾਅ ਵੇਚ ਦਿੱਤਾ। ਟਾਲੀ, ਕਿੱਕਰ, ਫਲਾ, ਤੂਤ, ਸ਼ਰੀਂ, ਸੁਹਾਂਜਣਾ, ਬਰਨਾ, ਕਾਊ, ਬੇਰੀ, ਨਿੰਮ, ਤਰੇਕ, ਲਸੂੜਾ ਬਿਮਾਰ ਹੋ ਕੇ ਬਾਲਣ ਆਲਣੇ ਉਜੜੇ ਤੇ ਲਾਲੀਆਂ, ਘੁੱਗੀਆਂ, ਚਿੜੀਆਂ, ਤਿੱਤਰ, ਬਟੇਰੇ, ਤੋਤੇ ਵੀ ਮਰਦੇ ਮੁੱਕਦੇ ਜਾ ਰਹੇ। ਤਿਲੀਅਰ, ਟੋਟਰੂ, ਟਟਿਓਲੀ, ਟਟੈਰੀ, ਬੈਰੀ, ਬਾਜ਼, ਕੋਇਲ, ਬੀਆ, ਹਰੀਅਲ, ਕੱਕ, ਬੱਗ, ਮੱਗ, ਬੁਲਬੁਲ, ਹੁਦਹੁਦ, ਸਿਹੜ, ਤਰਖਾਣ, ਤੇਤਰੀ, ਸਿੱਟੀ, ਕੂੰਜ, ਚਕੋਰ, ਚਕੇਰਾ, ਹੰਸ, ਬਗਲਾ, ਮੁਰਗਾਬੀ, ਜਲ ਕੁੱਕੜ, ਟੋਡਰ, ਕਾਂ, ਜੰਗਲੀ ਕਬੂਤਰ, ਲੰਮ, ਟੀਨ, ਇੱਲ ਤੇ ਬਿੱਲ ਬਤੌੜੀ ਜਿਹੇ ਪੰਛੀ ਹੁਣ ਤਸਵੀਰਾਂ ਵਿੱਚ ਵੇਖੀਏ। ਪੋਲਟਰੀ ਫਾਰਮਾਂ ਵਿੱਚ ਕੁੱਕੜ ਕੁੱਕੜੀਆਂ ਨਹੀਂ, ਚਿਕਨ ਪਲਦੇ। ਫਿਸ਼ ਫਾਰਮਾਂ ਵਿੱਚ ਵਲੈਤੀ ਪੂੰਗ ਨੂੰ ਕੰਪਨੀ ਦੀ ਫੀਡ ਮਿਲੇ। ਗੰਦੇ ਤੇ ਤੇਜ਼ਾਬੀ ਖੁੱਲੇ ਪਾਣੀਆਂ ਵਿੱਚ ਰਊ, ਸੰਘਾੜੀ, ਪਰੀ, ਸੌਲ, ਥੈਲਾ, ਤਰਕੰਡਾ, ਮਾਸ਼ੇਰ, ਬੱਛੋ, ਚਲਵੀ, ਕਤਲੀ, ਗੁਰਜ, ਚਿੰਜਾ, ਖੱਗਾ, ਲਲਾਕੀ, ਡੋਲਾ, ਟਿੱਚਰ ਤੇ ਕਿੰਗੜ ਮੱਛੀਆਂ ਨੂੰ ਬਿਮਾਰੀ ਲੈ ਗਈ। ਭੋਏ ਤੇ ਗੰਡੋਏ ਨਹੀਂ ਮੋਏ। ਸ਼ਨੀਲ ਵਰਗੀ ਸੁਰਖ ਸੁਹਾਗਣ ਵੀਰ ਵਹੁਟੀ ਵੀ ਕਿਤੇ ਕਦੀ ਦੇਸੀ ਨਹੀਂ। ਇਹ ਛੋਟਾ ਜਿਹਾ ਕੀੜਾ ਹੁੰਦਾ ਸੀ, ਇਹਨੂੰ ਰਤਕ ਵੀ ਕਹਿੰਦੇ ਨੇ ਬਾਹਰ ਦੇ ਇਲਾਕੇ ਦੇ ਵਿੱਚ, ਤੇ ਕਈ ਥਾਵਾਂ ਤੇ ਇਹਨੂੰ ਵੀਰ ਵਹੁਟੀ, ਹਿੰਦੀ ਵਿੱਚ ਸ਼ਾਇਦ ਵੀਰ ਬਹੋਟੀ ਕਹਿੰਦੇ ਨੇ। ਉਹ ਹੁਣ ਤੁਹਾਨੂੰ ਕਿਧਰੇ ਨਜ਼ਰ ਨਹੀਂ ਆਉਂਦਾ। ਜਦੋਂ ਸਾਉਣ ਵਿੱਚ ਜਦੋਂ ਮੀਂਹ ਪੈਂਦਾ ਸੀ ਤੇ ਅਕਸਰ ਇਹ ਬਾਹਰ ਨਿਕਲਦਾ ਸੀ, ਪਰ ਹੁਣ ਮੈਂ ਬੜੇ ਸਾਲਾਂ ਤੋਂ ਮੈਂ ਹੁਣ ਨਹੀਂ ਵੇਖਿਆ। ਖਾਸ ਤੌਰ ਤੇ ਰੇਤਲੀਆਂ ਜ਼ਮੀਨਾਂ ਵਿੱਚ ਹੁੰਦਾ ਸੀ ਇਹ ਜਿਹੜੀ ਕੀੜੀ ਸੀ। ਰੱਜੀ ਪੁੱਜੀ ਧਰਤੀ ਦੇ ਵਸਨੀਕ ਚੁਸਤ ਪੰਜਾਬੀ ਕਦੀ ਤਾਕਤੀ ਖੁਰਾਕਾਂ ਦੇ ਸ਼ੌਕੀਨ ਸੁਣੇ, ਹੁਣ ਢਿੱਲੇ ਮੱਠੇ ਸ਼ਾਮ ਸਵੇਰੇ ਦਵਾਈਆਂ ਫੱਕਦੇ ਰਹਿਣ। ਮਿਹਨਤ ਦਾ ਮੁੜਕਾ ਪੂੰਝਦਿਆਂ, ਕਦੀ ਵਿਹਲੀਆਂ ਘੜੀਆਂ ਵਿੱਚ ਖੇਡਾਂ ਖਾਬਿਆਂ ਦੀ ਰੀਝ ਕਰਦਿਆਂ ਬਸੰਤ ਬਹਾਰ ਤੇ ਲੋਹੜੀ ਵਿਸਾਖੀ ਜਿਹੇ ਤਿਉਹਾਰ ਖਿੜ ਜਾਣੇ। ਹੁਣ ਮਰਨੇ ਪਰਨੇ ਤੇ ਬੜਾ ਬਿਮਾਰੀਆਂ ਬਾਰੇ ਵਿਚਾਰ ਵਟਾਂਦਰਾ ਹੋਵੇ ਤੇ ਡਾਕਟਰਾਂ ਦੇ ਨਾਂ ਪਤੇ ਪੁੱਛੇ ਦੱਸੇ ਜਾਂਦੇ। ਮੈਂ ਕਈ ਵਾਰੀ ਵੇਖਿਆ ਕੋਈ ਕਿਤੇ ਫੌਤਗੀ ਹੋ ਜਾਏ, ਉੱਥੇ ਫੂੜੀ ਤੇ ਬੈਠੇ ਹੁੰਦੇ ਨੇ ਲੋਕ, ਜਾਂ ਕਿਧਰੇ ਥਾਂ ਤੇ ਕਿਸੇ ਖੁਸ਼ੀ ਦੇ ਵੇਲੇ 'ਚ ਇਕੱਠੇ ਹੁੰਦੇ ਨੇ, ਤੇ ਅਕਸਰ ਆਪਣੀਆਂ ਬਿਮਾਰੀਆਂ, ਤੈਨੂੰ ਕਿਹੜੀ ਬਿਮਾਰੀ ਹੈ, ਮੈਨੂੰ ਕਿਹੜੀ ਬਿਮਾਰੀ ਹੈ, ਕਿਹੜੀ ਦਵਾਈ ਖਾਣਾ ਹੈ, ਕਿਹੜੇ ਡਾਕਟਰ ਨੂੰ ਵਿਖਾਣਾ ਹੈ, ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਸਾਰੀਆਂ। ਜਿੱਥੇ ਕਦੀ ਕੁਦਰਤੀ ਉਗਾਸ ਨਾਲ ਹਕੀਮ ਦਵਾਈਆਂ ਕਰਦੇ, ਜਿਨ੍ਹਾਂ ਨਾਲ ਬਿਮਾਰੀ ਦਾ ਇਲਾਜ ਹੀ ਨਹੀਂ, ਤਾਕਤ ਵੀ ਬਹਾਲ ਹੁੰਦੀ। ਅਸਾਂ ਮੂਰਖਾਂ ਸ਼ਫਾ ਬਖਸ਼ ਹਰਿਆਲੀ ਨੂੰ ਕੈਮੀਕਲਸ ਦਾ ਸਪਰੇਅ ਕਰਕੇ ਮੁੱਢੋਂ ਮੁਕਾ ਦਿੱਤਾ। ਮਰ ਰਹੀਆਂ ਜੜੀ ਬੂਟੀਆਂ ਦੇ ਨਾਮ ਹੀ ਵਿਸਰਦੇ ਜਾ ਰਹੇ। ਗੋਖਰੂ, ਕੂੰਦਰ, ਕੌੜ ਤੁੰਮਾ, ਅੱਕ, ਭਖੜਾ,
तुम्बी फोग खिप लई जई कूकण कूंगा लाणी सर सिटी दोदक अरंड पिलची भूकली पुकाट गलवेरी पोली मैणी लेली रवाड़ी कासनी चुलाई बाथू मोठा सिंजी जंतर हरनल सौंचल मरचल डंडली कुंदरी जुआ जुआसा मूला थोरी तमान बकरायण कुरकट कां तुमाकी पालकण करेली खुंबी भेड़े चाननी मोहरा ततूरा भंग पोस्त इंज ਦੀਆਂ जड़ी बूटियां सन ਜਿਹੜੀਆਂ ਹੁਣ ਇਹਨਾਂ ਚ ਬਹੁਤ ਕੋਈ ਬੂਟੀ ਜਿਹੜੀ ਰਹਿ ਗਈ ਇਹਨਾਂ ਚ ਅਕਸਰ ਐਸੀਆਂ ਬੂਟੀਆਂ ਸਨ ਜਿਨ੍ਹਾਂ ਦੀ ਕੋਈ ਨਾ ਕੋਈ ਦਵਾਈ ਬਣਦੀ ਸੀ ਬਹੁਤ ਸਾਰੀਆਂ ਐਸੀਆਂ ਬੂਟੀਆਂ ਨੇ ਜਿਹੜੀਆਂ ਬਾਅਦ ਵਿੱਚ ਫਸਲਾਂ ਬਣੀਆਂ ਜਿਹੜੀ ਡੰਡਲੀ ਔਰ ਕੁੰਦਰੀ ਇਹ ਬਾਅਦ ਵਿੱਚ ਮਰਚਾਂ ਬਣ ਕੇ ਸਾਡੀਆਂ ਫਸਲਾਂ ਲੱਗੀਆਂ ਪਹਿਲਾਂ ਇਹ ਕੁਦਰਤੀ ਹੁੰਦੀਆਂ ਸਨ ਡੰਡਲੀ ਵੀ ਔਰ ਇੱਕ ਮਰਚਲ ਬੂਟੀ ਹੁੰਦੀ ਸੀ ਔਰ ਇੱਕ ਕੁੰਦਰੀ ਇਸੇ ਤਰ੍ਹਾਂ ਤਮਾਕੀ ਇੱਕ ਬੂਟੀ ਹੁੰਦੀ ਸੀ ਜਿਹੜੀ ਬਾਅਦ ਵਿੱਚ ਤਮਾਕੂ ਦੀ ਸ਼ਕਲ ਵਿੱਚ ਫਸਲ ਬਣ ਕੇ ਲੱਗੀ ਫਿਰ ਜਿਹੜਾ ਕਰੇਲੀ ਸੀ ਜੰਗਲੀ ਕਰੇਲਾ ਵੀ ਇਹਨੂੰ ਕਹਿੰਦੇ ਪਾਲਕਣ ਜਿਹਨੂੰ ਜੰਗਲੀ ਪਾਲਕ ਵੀ ਕਹਿੰਦੇ ਇਹ ਬਾਅਦ ਵਿੱਚ ਸਬਜ਼ੀਆਂ ਅਸਾਂ ਫਸਲਾਂ ਦੀ ਸ਼ਕਲ ਵਿੱਚ ਲਾਈਆਂ ਇਹ ਪਹਿਲਾਂ ਬੂਟੀਆਂ ਵਾਂਗੂ ਹੁੰਦੀਆਂ ਸਨ ਜਦੋਕਾ ਤੇਜ਼ਾਬੀ ਖਾਦਾਂ ਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਸ਼ੁਰੂ ਹੋਈ ਕੁਝ ਨਵੀਆਂ ਬੂਟੀਆਂ ਜਿਹੜੀਆਂ ਨੇ ਉਹਨਾਂ ਵਾਹੀਵਾਨਾਂ ਲਈ ਉਹ ਮੁਸੀਬਤ ਬਣ ਗਈ उन्हें जो कंडियारी तिरकंडी लुद्दी चिचड़ी मोरी लेसली दुम्बी सिटी ले जोदरी इन्हें जो कई मर गई ने कई अजे भी बहुत परेशान कर दी ने किसानों को पर यह सारिया कीड़े मार दवाइयां तो बाद आईया खादा पैन तो बाद आईया ज्यादा बूटियां जड़ियां सन नवे कीड़े भी वारद होए जिन्होंने शुरू में फौजी आख्या जाता सी पुराने वेले विच भी वाई बीजी नूं इक्का दुक्का किधरे किधरे कीड़े नुकसान देंदे पर इंज एकदम फसल ते हमला ना होंदा तेला चिट्टा ते काला कीड़ियां रत्ती ते कक्की चतकबरी सुंडी अमरीकी सुंडी चिटड़ी भूंडी टिड्डा टोका ये सारियां जड़ियां कीड़ियां इन्हां च कई पहला भी होणगियां पर बाद विच जिवें हमला होंदा एकदम फौज पै गई पुराने आंदे सन कि फौज पै गई फसलां नूं ਇਹ ਜਿਹੜੇ ਕੀੜੇ ਸਨ ਇਹ ਇਸ ਤਰ੍ਹਾਂ ਹਮਲਾ ਕਰਦੇ ਸਨ ਇੱਕਦਮ ਇਹਨਾਂ ਕੀੜਿਆਂ ਤੇ ਫਾਲਤੂ ਜੜੀ ਬੂਟੀਆਂ ਦੇ ਖਾਤਮੇ ਲਈ ਵੱਧ ਤੋਂ ਵੱਧ ਕੈਮੀਕਲਸ ਦਾ ਸਪਰੇ ਇਸ ਮਾਰ ਮੁਕਾਓ ਮੁਹਿੰਮ ਵਿੱਚ ਦੁਸ਼ਮਣ ਹੀ ਨਹੀਂ ਦੋਸਤ ਵੀ ਮਰਦੇ ਜਾਂਦੇ ਕੁਦਰਤ ਦਾ ਆਪਣਾ ਨਿਜ਼ਾਮ कई कीड़ियां नूं दूजे कीड़े कहा जाते जड़े आप कई पंछियां दा रिज़क ते जड़ी बूटियां बारे आयुर्वेदिक दे मोढी ते कुशान राजे कनिष्क दे राज वैद महर्षि चरक दी कहानी चेते रखण हुण ओहदा नां ते चरक ही लिखिया जांदा है पर कहंदे ने कि जिहड़े सन्यासियां दे विच हर वेले जड़ी बूटियां लभदे रहिंदे सन ਥਾਂ ਜਿਵੇਂ ਬੱਕਰੇ ਜਾਂ ਭੇਡਾਂ ਚਰਦੀਆਂ ਨੇ ਇਸ ਤਰ੍ਹਾਂ ਉਹ ਚਰਦਾ ਰਹਿੰਦਾ ਸੀ ਤੇ ਉਹਨੂੰ ਚਰਕ ਕਹਿੰਦੇ ਸਨ ਉਹ ਸੰਨਿਆਸੀ ਜਿਹੜੇ ਜੜੀ ਬੂਟੀਆਂ ਲੱਭਦੇ ਰਹਿੰਦੇ ਸਨ ਜੰਗਲਾਂ ਦੇ ਵਿੱਚੋਂ ਉਹਨਾਂ ਨੂੰ ਚਰਕ ਕਿਹਾ ਜਾਂਦਾ ਸੀ ਉਹਨਾਂ ਜਿਹੜੇ ਦੂਜੇ ਵੈਦ ਹੁੰਦੇ ਸਨ ਜਾਂ ਹਕੀਮ ਹੁੰਦੇ ਸਨ ਜਿਹੜੇ ਦਵਾਈ ਦਿੰਦੇ ਸਨ ਉਹਨਾਂ ਨੂੰ ਨਬਜ਼ੀ ਹਕੀਮ ਆਖਿਆ ਜਾਂਦਾ ਸੀ ਤੇ ਜਿਹੜੇ ਸੰਨਿਆਸੀ ਸਨ ਚਰਕ ਉਹਨਾਂ ਨੂੰ ਆਖਿਆ ਜਾਂਦਾ ਸੀ ਪਰ ਇਹਦਾ ਨਾਂ ਹੀ ਚਰਕ ਜਾਂ ਪਤਾ ਨਹੀਂ ਇਸ ਵਜ੍ਹਾ ਤੋਂ ਇਹਦਾ ਨਾਂ ਚਰਕ ਪੈ ਗਿਆ ਤੇ ਉਹਨਾਂ ਨੂੰ ਚਰਕ ਦੇ ਨਾਂ ਲਿਖਿਆ ਜਾਂਦਾ ਹੈ ਕੋਈ 2000 ਸਾਲ ਪਹਿਲਾਂ ਚਰਕ ਕਸ਼ਮੀਰ ਤੋਂ ਦਵਾ ਦਾਰੂ ਦੀ ਵਿਦਿਆ ਲਈ ਉਸ ਵੇਲੇ ਟੈਕਸਲਾ ਦੇ ਮਹਾਵਿਦਿਆਲੇ ਵਿੱਚ ਦਾਖਲ ਹੋਇਆ ਕਈ ਸਾਲਾਂ ਦੀ ਪੜ੍ਹਾਈ ਸਿਖਲਾਈ ਮਗਰੋਂ ਉਹ ਪ੍ਰੀਖਿਆ ਲਈ ਆਪਣੇ ਗੁਰੂ ਸਾਹਮਣੇ ਪੇਸ਼ ਹੋਇਆ ਉਹਨੂੰ ਹੁਕਮ ਹੋਇਆ ਕਿ ਉਹ ਕੋਈ ਅਜਿਹੀ ਜੜੀ ਬੂਟੀ ਲੱਭ ਕੇ ਲਿਆਵੇ ਜਿਹਦੀ ਕੋਈ ਦਵਾਈ ਨਾ ਬਣੇ ਹੁਣ ਉਹ ਪੂਰੀ ਜੂਹ ਹੈਗੀ ਆ ਜਿਹੜਾ ਪਠਵਾਰ ਹੈ ਅੱਜ ਪੰਜਾਬ ਦਾ ਇੱਕ ਥਾਂ ਬਹੁਤ ਵੱਡਾ ਉਹ ਜੂਹ ਹੈਗੀ ਸ਼ਾਇਦ ਪੂਰਾ ਪੰਜਾਬ ਜੇ ਨਾਮ ਹੀ ਹੋਇਆ ਤੇ ਉਸ ਜੂਹ ਦੇ ਵਿੱਚ ਉਹਨੂੰ ਆਖਿਆ ਗਿਆ ਕਿ ਤੂੰ ਕੋਈ ਅਜਿਹੀ ਜੜੀ ਬੂਟੀ ਲੱਭ ਕੇ ਲਿਆ ਹੁਣ ਇਹ ਉਹਦਾ ਇੱਕ ਇਮਤਿਹਾਨ ਸੀ ਐਗਜ਼ਾਮ ਸੀ ਉਹਦਾ ਬੇਸਿਕਲੀ ਕਿ ਤੂੰ ਇਹ ਲੱਭ ਕੇ ਲਿਆ ਕੋਈ ਅਜਿਹੀ ਜੜੀ ਬੂਟੀ ਕਿ ਜਿਹਦੀ ਦਵਾਈ ਨਾ ਬਣਦੀ ਹੈ ਉਹ ਵਿਚਾਰੇ ਨੇ ਬੜੀ ਖੋਜ ਕੀਤੀ ਬੜਾ ਰੁਲਿਆ ਫਿਰਦਾ ਰਿਹਾ ਬੜਾ ਰੁਲਿਆ
ਉਹ ਤੇ ਚਾਹੁੰਦਾ ਸੀ ਕਿ ਮੈਂ ਐਸੀ ਜੜੀ ਬੂਟੀ ਲੱਭ ਕੇ ਲਿਆਵਾਂ ਕਿ ਮੈਂ ਆਪਣੀ ਜਾ ਕੇ ਵਹਾਵਾਂ ਤੇ ਮੈਂ ਪਾਸ ਕਾਮਯਾਬ ਹੋਵਾਂ, ਆਪਣੀ ਉਸ ਪ੍ਰੀਖਿਆ ਦੇ ਵਿੱਚੋਂ ਸਫਲ ਹੋਵਾਂ, ਜਿੱਤਾਂ ਤੇ ਆਪਣੇ ਘਰ ਜਾਵਾਂ। ਜਦੋਂ ਨਿਰਾਸ਼ ਤੇ ਪਰੇਸ਼ਾਨ ਗੁਰੂ ਅੱਗੇ ਜਾ ਕੇ ਹੱਥ ਜੋੜ ਖਲੋਤਾ ਕਿ ਮੈਨੂੰ ਨਹੀਂ ਕੋਈ ਕਾਮਯਾਬੀ ਮਿਲੀ, ਪਰ ਗੁਰੂ ਬੜਾ ਖੁਸ਼ ਹੋਇਆ ਤੇ ਉਹਨੂੰ ਥਾਪੜਾ ਦਿੱਤਾ, ਉਹਦੇ ਚੰਗੇ ਭਵਿੱਖ ਦੀ ਪਛੀਨਗੋਈ ਕੀਤੀ। ਕਹਿੰਦੇ ਉਹਨੇ ਇਹਨਾਂ ਜੜੀ ਬੂਟੀਆਂ ਤੋਂ 500 ਤੋਂ ਵੱਧ ਦਵਾਈਆਂ ਬਣਾਈਆਂ। ਹੁਣ ਵੇਖੋ ਨਾ, ਜਦੋਂ ਉਹ ਹਰ ਜੜੀ ਬੂਟੀ ਨੂੰ ਵੇਖਦਾ ਹੋਏਗਾ, ਉਹਦਾ ਕੁਝ ਬਣਾਉਂਦਾ ਹੋਏਗਾ, ਤੇ ਜਿਹੜੀ ਉਹਦੀ ਦਵਾਈ ਬਣਦੀ ਹੋਏਗੀ, ਤੇ ਫਿਰ ਹੀ ਉਹਨੇ ਕਿਹਾ ਨਾ ਕਿ ਇਹਦੀ ਨਹੀਂ ਬਣ ਕੋਈ ਦਵਾਈ, ਉਹਨੂੰ ਐਸੀ ਜੜੀ ਬੂਟੀ ਲੱਭੀ ਨਹੀਂ ਕਿ ਜਿਹਦੀ ਕੋਈ ਦਵਾਈ ਨਾ ਬਣਦੀ ਹੋਵੇ। ਸਾਡੇ ਇੱਥੇ ਇੱਕ ਹਕੀਮ ਸਈਦ ਸਨ ਹਮਦਰਦ ਦਵਾਖਾਨੇ ਦੇ, ਉਹਨਾਂ ਦਾ ਮੈਨੂੰ ਇੱਕ ਇੰਟਰਵਿਊ ਅਜੇ ਵੀ ਯਾਦ ਹੈ, ਜਿਹਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ, ਬਲਕਿ ਉਹਨਾਂ ਨੇ ਇੱਕ ਦਾਅਵਾ ਕੀਤਾ ਸੀ ਕਿ ਜਿਹੜੀ ਇਹ ਸਾਡੀ ਧਰਤੀ, ਇਹਦੇ ਤੇ 300 ਤੋਂ ਵੱਧ ਅਜਿਹੀਆਂ ਸ਼ਿਫਾ ਬਖਸ਼ ਜੜੀ ਬੂਟੀਆਂ ਨੇ, ਜਿਨ੍ਹਾਂ ਨੂੰ ਜੇ ਅਸੀਂ ਸੰਭਾਲ ਲਈਏ ਤੇ ਇਹ ਏਡੀ ਵੱਡੀ ਧਨ ਤੇ ਦੌਲਤ ਹੈ ਕਿ ਸੋਨੇ ਦੀਆਂ ਕਾਨਾਂ ਤੇ ਤੇਲ ਦੇ ਕੁਵੇਂ ਲੋਕ ਭੁੱਲ ਜਾਣਗੇ, ਉਸ ਤੋਂ ਵੀ ਵੱਧ ਹੈ ਦੌਲਤ। ਪਰ ਅਸੀਂ ਬਦਨਸੀਬ ਨਿਕਲੇ ਤੇ ਪੈਸਟੀਸਾਈਡਸ ਬਣਾਉਣ ਵਾਲੀਆਂ ਕੰਪਨੀਆਂ ਕਾਮਯਾਬ ਹੋ ਗਈਆਂ। ਇਹ ਜਿਹੜੇ ਪੈਸਟੀਸਾਈਡਸ ਨੇ, ਇਹ ਇਨਸੈਕਟੀਸਾਈਡਸ ਹੁੰਦੇ ਨੇ, ਮਤਲਬ ਕਿ ਜਿਹੜੇ ਸੱਜਣ ਦੁਸ਼ਮਣ ਕੀੜੇ ਸਭ ਨੂੰ ਇਹ ਮਾਰ ਦਿੰਦੇ ਨੇ। ਹਰਬੀਸਾਈਡਸ ਹੁੰਦੇ ਨੇ ਕਿ ਜਿਹੜੇ ਨੁਕਸਾਨ ਦੇਣ ਵਾਲੀਆਂ ਜੜੀ ਬੂਟੀਆਂ ਨੇ, ਭਾਵੇਂ ਨਫਾ ਬਖਸ਼ ਨੇ, ਉਹਨਾਂ ਸਾਰੀਆਂ ਨੂੰ ਤਲਫ ਕਰ ਦਿੰਦੇ ਨੇ ਜਿਹੜੇ ਹਰਬੀਸਾਈਡਸ। ਫਿਰ ਇਸੇ ਤਰ੍ਹਾਂ ਰੋਡੈਂਟੀਸਾਈਡਸ ਨੇ, ਜਿਹੜੇ ਚੂਹੇ ਚਕੁੰਦਰਾਂ ਨੂੰ ਮਾਰਦੇ ਨੇ। ਇਸੇ ਤਰ੍ਹਾਂ ਫੰਗੀਸਾਈਡਸ, ਜਿਹੜੇ ਫੰਗਸ ਨੂੰ ਹੈ, ਜਿਹੜੀ ਫਫੂੰਦੀ ਹੁੰਦੀ, ਇਹਨੂੰ ਖਤਮ ਕਰਦੇ। ਇੱਕ ਬਹੁਤ ਬਜ਼ੁਰਗ ਨਾਲ ਮੇਰੀ ਕਿਸੇ ਨੇ ਫੋਨ ਤੇ ਵੀ ਗੱਲ ਕਰਵਾਈ, ਉਹ ਦੁਆਬੇ ਤੋਂ 1947 ਦੇ ਵਿੱਚ ਮਾਈਗ੍ਰੇਟ ਕਰਕੇ ਆਏ। ਉਹਨਾਂ ਮੈਨੂੰ ਇਹ ਦੱਸਿਆ ਕਿ ਜਦੋਂ ਝੋਨੇ ਦੀ ਫਸਲ ਵੱਢੀ ਜਾਂਦੀ ਸੀ, ਇੱਕ ਰਸਮ ਹੁੰਦੀ ਸੀ ਕਿ ਲੋਕ ਮਿੱਠੇ ਚੌਲ ਪਕਾ ਕੇ ਤੇ ਮਾਮਿਆਂ ਨੂੰ ਖਵਾਉਣ ਜਾਂਦੇ ਸਨ। ਮਾਮਿਆਂ ਮਤਲਬ ਉਹ ਚੂਹਿਆਂ ਦੀਆਂ ਖੁੱਡਾਂ ਤੇ ਜਾ ਕੇ ਉਹ ਚੌਲ ਰੱਖਦੇ ਸਨ, ਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਹ ਮਾਮਿਆਂ ਨੂੰ ਅਸੀਂ ਚੌਲ ਖਵਾ। ਹੁਣ ਇਹਦੇ ਪਿੱਛੇ ਕੀ ਰਮਜ਼ ਹੈ, ਜਾਂ ਰਮਜ਼ ਸੀ ਉਸ ਵੇਲੇ, ਜਾਂ ਕੋਈ ਸੁਪਰਸਟੀਸ਼ਨ ਸੀ, ਜਾਂ ਕੋਈ ਵਹਿਮ ਭਰਮ ਸੀ, ਇਹਦੇ ਬਾਰੇ ਉਹ ਕੁਝ ਮੈਨੂੰ ਜ਼ਿਆਦਾ ਨਹੀਂ ਦੱਸ ਸਕੇ। ਬਿਮਾਰ ਵੀ ਸਨ ਉਹ, ਕੁਝ ਉਹਨਾਂ ਦਾ ਚੇਤਾ ਵੀ ਹੁਣ ਉਸ ਤਰ੍ਹਾਂ ਨਹੀਂ ਸੀ, ਤੇ ਉਹ ਮੈਨੂੰ ਕੁਝ ਜ਼ਿਆਦਾ ਨਹੀਂ ਦੱਸ ਸਕੇ। ਹਕੀਮ ਸਾਡੇ ਜਿਹੜੇ ਸਨ, ਉਹ ਬੜੇ ਇਸ ਤਰ੍ਹਾਂ ਦੇ ਹਕੀਮ ਹੁੰਦੇ ਸਨ ਕਿ ਉਹ ਚਾਹੁੰਦੇ ਸਨ ਕਿ ਇਹਨੇ ਮੇਰੇ ਕੋਲ ਦਵਾਈ ਲਈਏ ਤੇ ਹੁਣ ਵੱਲ ਹੋ ਜਾਏ, ਤੇ ਫਿਰ ਇਹਨੂੰ ਦੁਬਾਰਾ ਦਵਾਈ ਦੀ ਲੋੜ ਹੀ ਨਾ ਪਵੇ। ਹੁਣ ਤੇ ਅਸੀਂ ਮੁਸਤਕਿਲ ਇੱਕ ਦਵਾਈ ਲੈ ਲਈ ਤੇ ਫਿਰ ਅਸੀਂ ਉਹ ਸਾਰੀ ਜ਼ਿੰਦਗੀ ਹੁਣ ਖਾਂਦੇ ਹੀ ਰਹਿਣਾ। ਪੁਰਾਣੇ ਹਕੀਮ ਕਹਿੰਦੇ ਸਨ ਕਿ ਨਹੀਂ, ਬਲਕਿ ਇਲਾਜ ਕਈ ਦਫਾ ਇਲਾਜ ਬਿਲ ਗਜ਼ਾ ਵੀ ਕਰਦੇ ਸਨ। ਹੁਣ ਕਹਿੰਦੇ ਸਨ ਇਲਾਜ ਬਿਲ ਗਜ਼ਾ, ਕਿ ਖੁਰਾਕ ਦੇ ਨਾਲ ਵੀ ਇਲਾਜ ਹੁੰਦਾ ਸੀ ਕਿ ਤੂੰ ਇਹ ਖਾ ਤੇ ਤੂੰ ਵੱਲ ਹੋ ਜਾਏਗਾ, ਉਹਦੇ ਵਿੱਚ ਦਵਾਈ ਹੁੰਦੀ ਕੋਈ ਨਹੀਂ ਸੀ। ਤੇ ਇਹਨਾਂ ਜਿਹੜੀ ਬੂਟੀਆਂ ਨਾਲ ਹੀ ਉਹਨਾਂ ਦੀਆਂ ਦਵਾਈਆਂ, ਫੱਕੀਆਂ, ਕਾੜੇ, ਕੁਸ਼ਤੇ, ਖਮੀਰੇ, ਜੁਸ਼ਾਂਦੇ, ਮਜੂਨਾ, ਮਲਮਾ, ਧੂੜੇ, ਸਾਰਾ ਕੁਝ ਇਹਨਾਂ ਨਾਲ ਹੀ ਬਣਦਾ ਸੀ। ਫਿਰ ਇੱਕ ਸਾਡੇ ਤੇ ਵਜ਼ੀਰਾਬਾਦ ਇੱਕ ਛੋਟਾ ਜਿਹਾ ਸ਼ਹਿਰ ਹੈ, ਏਡਾ ਵੀ ਛੋਟਾ ਨਹੀਂ, ਉੱਥੇ ਇੱਕ ਬੇਰੀ ਵਾਲਾ ਹਕੀਮ ਸੀ, ਉਹਨੂੰ ਹਕੀਮ ਬੇਰੀ ਵਾਲਾ ਕਹਿੰਦੇ ਸਨ। ਉਹ ਜਦੋਂ ਕੋਈ ਬਿਮਾਰ ਆਂਦਾ ਸੀ ਤੇ ਉਹਦੀ ਬਿਮਾਰੀ ਸੁਣ ਕੇ ਉਹਦੀ ਜਿਹੜਾ ਪ੍ਰੈਸਕ੍ਰਿਪਸ਼ਨ ਬਣਾਉਂਦਾ ਸੀ, ਜਾਂ ਜਿਹੜੀ ਉਹਨੂੰ ਦਵਾਈ ਦਿੰਦਾ ਸੀ, ਉਹ ਉਸੇ ਟਾਈਮ ਹੀ ਸ਼ਾਇਰੀ ਦੇ ਵਿੱਚ ਉਹਨੂੰ ਸ਼ਾਇਰੀ ਕਰਕੇ ਉਹਨੂੰ ਨਾ ਰਟਾ ਦਿੰਦਾ ਸੀ, ਉਹ ਯਾਦ ਕਰਾ ਦਿੰਦਾ ਸੀ ਕਿ ਤੈਨੂੰ ਇਹ ਬਿਮਾਰੀ ਹੈ ਤੇ ਤੂੰ ਇਹ ਖਾਣਾ ਹੈ। ਉਹ ਸਾਰਾ ਕੁਝ ਸ਼ਾਇਰੀ ਵਿੱਚ ਹੀ ਹੁੰਦਾ ਸੀ ਉਸੇ ਵੇਲੇ ਹੀ। ਔਰ ਇੱਥੋਂ ਤੁਸੀਂ ਅੰਦਾਜ਼ਾ ਲਓ ਕਿ ਉਹ ਹਕੀਮ ਜਿਹੜੇ ਸਨ, ਵੈਸੇ ਹਕੀਮ ਸਿਆਣੇ ਨੂੰ ਕਹਿੰਦੇ ਨੇ, ਹਕੀਮ ਜ਼ਰੂਰੀ ਨਹੀਂ ਕੋਈ ਡਾਕਟਰ, ਕੋਈ ਹਕੀਮ ਵੈਸੇ ਸਿਆਣੇ ਕਿਸੇ ਵੀ ਬੰਦੇ ਨੂੰ ਹਕੀਮ ਆਖਿਆ ਜਾਂਦਾ। ਹਿਕਮਤ ਤੋਂ ਵੀ, ਹਿਕਮਤ ਦਾ ਮਤਲਬ ਦਨਾਈ। ਤੇ ਫਿਰ ਆਜਜ਼ੀ ਬੜੀ ਸੀ, ਜਿਹੜੇ ਆਪਣਾ ਜਿਹੜਾ ਨੁਸਖਾ ਲਿਖਦੇ ਸਨ, ਆਂਦੇ ਸਨ ਕਿ ਇਹ ਜਾਲੀ ਹਕੀਮ ਜਾਲੀ ਨੂਸ ਦਾ ਨੁਸਖਾ ਹੈ, ਜਾਂ ਹਕੀਮ ਲੁਕਮਾਨ ਦਾ ਨੁਸਖਾ ਹੈ। ਇੰਦੇ ਹਕੀਮਾਂ ਦੇ ਨਾਂ ਲੈ ਜਾਂਦੇ ਸਨ ਪੁਰਾਣੇ ਕਿਸੇ ਵੇਲਿਆਂ ਦੇ ਜਿਹੜੇ ਹਕੀਮ ਸਨ, ਹਕੀਮ ਲੁਕਮਾਨ, ਹਕੀਮ ਜਾਲੀ ਨੂਸ, ਕਿਹਾ ਉਹਦੇ ਨੁਸਖੇ ਨੇ। ਤੇ ਹਕੀਮ ਜਿਹੜੇ ਸਨ ਉਹ
ਆਪਣੇ ਨੁਸਖੇ ਦੇ ਉੱਪਰ ਜਦੋਂ ਲਿਖਦੇ ਸਨ ਤੇ ਹੁਵਾ ਸ਼ਾਫੀ ਲਿਖਦੇ ਸਨ, ਹੁਵਾ ਸ਼ਾਫੀ, ਕਿ ਸ਼ਿਫਾ ਜਿਹੜੀ ਉਹ ਰੱਬ ਨੇ ਦੇਣੀ ਹੈ, ਮਤਲਬ ਮੈਂ ਤੈਨੂੰ ਸਿਰਫ ਦਵਾਈ ਦੇ ਰਿਹਾ, ਦੁਆ ਵੀ ਨਾਲ ਦਿੰਦੇ ਹੋਣਗੇ ਕਿ ਤੈਨੂੰ ਮਤਲਬ ਇਸ ਤਰ੍ਹਾਂ ਦੇ ਜਿਹੜੇ ਇੱਕ ਰਿਸ਼ਤਾ ਜਿਹਾ ਬਣ ਜਾਂਦਾ ਸੀ ਮਰੀਜ਼ ਦਾ ਔਰ ਹਕੀਮ ਦਾ, ਇੱਕ ਦੂਜੇ ਨਾਲ ਹਮਦਰਦ, ਹਕੀਮ ਨੂੰ ਮਰੀਜ਼ ਦੇ ਨਾਲ ਹਮਦਰਦੀ ਜੀ ਬਣ ਜਾਂਦੀ ਸੀ। ਇਹ ਜਿੰਨੀਆਂ ਵੀ ਜੜੀ ਬੂਟੀਆਂ ਸਨ, ਇਹਨਾਂ ਨੂੰ ਜਿਵੇਂ ਅਸਾਂ ਇਹਨਾਂ ਦਵਾਈਆਂ ਦੇ ਨਾਲ ਮੁਕਾਇਆ ਹੈ, ਇਹਦੇ ਨਾਲ ਜਿਹੜੀ ਬਿਹਤਰੀ ਹੋਈ ਉਹਦੇ ਤੋਂ ਵੱਧ ਅਸੀਂ ਜਿਹੜਾ ਫਲੋਰਾ ਫਾਨਾ ਹੈ, ਜਿਹੜਾ ਜਿਹਨੂੰ ਫਲੋਰਾ ਫਾਨਾ ਕਿਹਾ ਜਾਂਦਾ ਹੈ, ਉਹਦੀ ਬਰਬਾਦੀ ਵੀ ਕੀਤੀ, ਕਿਉਂਕਿ ਕੁਦਰਤੀ ਆਪਣੇ ਆਪ ਉਗਣ ਵਾਲੀਆਂ ਜੜੀ ਬੂਟੀਆਂ ਸਾਡੀ ਜ਼ਮੀਨ ਦਾ ਨਿਰਾ ਜ਼ੇਵਰ ਹੀ ਨਹੀਂ ਸਨ, ਇਹ ਜ਼ਮੀਨ ਦਾ ਰਿਜ਼ਕ ਵੀ ਸਨ, ਇਹਦੀ ਜ਼ਰਖੇਜ਼ੀ ਵੀ ਸਨ, ਜ਼ਰਖੇਜ਼ੀ ਫਰਟੀਲਿਟੀ, ਉਹਨੂੰ ਫਰਟੀਲਿਟੀ ਨੂੰ ਵੀ ਵਧਾਉਂਦੀਆਂ ਸਨ, ਜ਼ਮੀਨ ਦਾ ਇਹ ਰਿਜ਼ਕ ਜ਼ਮੀਨ ਖਾਂਦੀ ਸੀ ਇਹਨਾਂ ਨੂੰ, ਉਹਦੇ ਨਾਲ ਉਹਦੀ ਫਰਟੀਲਿਟੀ ਵੱਧਦੀ ਸੀ। ਕੁੰਗਿਆਰੀ ਤੇ ਕੁੰਗੀ ਜਿਹੀਆਂ ਬਿਮਾਰੀਆਂ ਫਸਲਾਂ ਨੂੰ ਪੁਰਾਣੇ ਵੇਲੇ ਵਿੱਚ ਵੀ ਨੁਕਸਾਨ ਦਿੰਦੀਆਂ ਹੋਣੀਆਂ, ਪੱਤਰਾਂ, ਜੜਾਂ, ਫੁੱਲਾਂ ਤੇ ਫਲਾਂ ਨੂੰ ਕੀੜੇ ਵੀ ਲੱਗਦੇ ਹੋਣੇ। ਸਾਡੇ ਸ਼ਾਇਰ ਸਨ ਮੀਆਂ ਮੁਹੰਮਦ ਬਖਸ਼, ਉਹ ਫਰਮਾਉਂਦੇ ਨੇ ਕਿ ਕਰਮਾਂ ਬਾਜ ਪਿਆਰਿਆ ਜੂਨ ਕੋਈ ਨਾ, ਭਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ, ਵਿੱਚ ਕਣਕ ਦੇ ਉਗ ਪੁਕਾਟ ਪੈਂਦਾ, ਭਾਵੇਂ ਲੱਖ ਨਿਆਈ ਦੀ ਵੰਡ ਹੋਵੇ। ਪਿਛਲੇ ਵੇਲੇ ਦੇ ਟੂਣੇ ਟੋਟ ਕੇ ਲੋਕ ਸਿਆਣਪ ਦਾ ਸਬੂਤ ਜਾਪਦੇ, ਜਿਹੜੀ ਜੂਹ ਵਿੱਚ ਫਸਲਾਂ ਨੂੰ ਬਿਮਾਰੀ ਪੈਂਦੀ, ਉੱਥੇ ਨਿੰਮ ਦਾ ਰੁੱਖ ਵੱਧ ਤੋਂ ਵੱਧ ਉਗਾਏ ਜਾਂਦੇ। ਵੈਸੇ ਨਿੰਮ ਦਾ ਰੁੱਖ ਆਪੇ ਹੀ ਆਪਣੀ ਨਸਲ ਵਧਾ ਲਵੇ। ਨਿੰਮ ਦੇ ਤਰਕੋਨੇ ਮਿੱਠੇ ਹੁੰਦੇ, ਜਿਹੜੇ ਪੰਛੀ ਖਾ ਕੇ ਜਿੱਥੇ ਜਿੱਥੇ ਵਿਠਾ ਕਰਦੇ, ਉੱਥੇ ਉੱਥੇ ਨਿੰਮ ਦੇ ਦਰਖਤ ਹੁੰਦੇ। ਨਿੰਮ ਦੇ ਝੜੇ ਪੱਤਰ ਤੇ ਉਹਦੀਆਂ ਜੜ੍ਹਾਂ ਫਸਲਾਂ ਦੀਆਂ ਕਈ ਬਿਮਾਰੀਆਂ ਦੇ ਇਲਾਜ ਸਨ। ਕਲਰਾਠੀ ਭੋਏ ਤੇ ਜੰਤਰ ਲਾਉਂਦੇ ਸੀ, ਬਿਮਾਰ ਫਸਲਾਂ ਦੇ ਬੰਨਿਆਂ ਤੇ ਤਮਾਕੂ ਬੀਜਦੇ ਸਨ। ਅੱਕ ਦੀ ਸਵਾਹ ਫਸਲਾਂ ਉੱਤੇ ਧੂੜਨਾ, ਇਹ ਵੀ ਬਿਮਾਰੀਆਂ ਦਾ ਇਲਾਜ ਸੀ ਫਸਲਾਂ ਦੀ। ਇੱਕ ਖੇਤ ਵਿੱਚ 2 ਫਸਲਾਂ ਲਾਣਾ ਵੀ ਕਈ ਬਿਮਾਰੀਆਂ ਤੋਂ ਬਚਾ ਲਈ ਤਦਬੀਰ ਸੀ। ਕਣਕ ਵਿੱਚ ਮੂਲੀਆਂ ਬੀਜਦੇ, ਕਣਕ ਬਿਮਾਰੀ ਤੋਂ ਬਚਦੀ ਤੇ ਕਣਕੀ ਮੂਲੀ ਦੀ ਕੌੜ ਕਸੈਲ ਘਟ ਜਾਂਦੀ। ਮਕਈ ਵਿੱਚ ਮਸਰ ਤੇ ਕਣਕ ਵਿੱਚ ਤੋਰੀਆ ਅਕਸਰ ਲਾਉਂਦੇ। ਕਿਹੜੀ ਫਸਲ ਤੋਂ ਬਾਅਦ ਕਿਹੜੀ ਫਸਲ ਲਾਣੀ ਤੇ ਕਿੰਨੀ ਮੁੱਦਤ ਜ਼ਮੀਨ ਨੂੰ ਵਿਹਲਾ ਰੱਖ ਕੇ ਸਾਹ ਦਵਾਣਾ, ਇਹ ਕਿਸਾਨੀ ਦੀ ਵਰਿਆਂ ਬੱਧੀ ਸੁੱਧ ਬੁੱਧ ਸੀ। ਵਿਹਲੀ ਜ਼ਮੀਨ ਤੇ ਉੱਗਣ ਵਾਲੀਆਂ ਜੜੀ ਬੂਟੀਆਂ ਉਹਦੇ ਵਿੱਚ ਹੀ ਵਾਹ ਦਿੰਦੇ। ਵਿਹਲੀ ਜ਼ਮੀਨ ਉੱਤੇ ਡੰਗਰਾਂ ਦੀ ਬਹਿਕ ਵਜੋਂ ਜ਼ਮੀਨ ਦੀ ਜ਼ਰਖੇਜ਼ੀ ਵਧੇ। ਗੋਇਆ ਮੂਤਰ ਖਾਦ ਹੀ ਨਹੀਂ, ਜ਼ਮੀਨ ਦੇ ਕਈ ਰੋਗਾਂ ਦਾ ਇਲਾਜ ਸੀ। ਪੁਰਾਣੇ ਕਿਸਾਨ ਕਿਸਮਤ ਤੇ ਤਕਦੀਰ ਦੇ ਮੰਨਣਹਾਰ, ਜਿਨ੍ਹਾਂ ਉੱਤੇ ਕੁਦਰਤ ਬਹੁਤ ਮਿਹਰਬਾਨ ਰਹੀ, ਕਿਉਂਕਿ ਉਹਨਾਂ ਕਦੀ ਕੁਦਰਤ ਵਿੱਚ ਦਖਲ ਨਹੀਂ ਸੀ ਦਿੱਤਾ, ਕੁਦਰਤ ਦੇ ਕਿਸੇ ਕੰਮ ਨੂੰ ਖਰਾਬ ਨਹੀਂ ਸੀ ਕੀਤਾ, ਜਿਹੜੇ ਆਪਣੀ ਮਿਹਨਤ ਦੇ ਮੁੜਕੇ ਨਾਲ ਆਪਣੀ ਜ਼ਮੀਨ ਨੂੰ ਮਹਿਕਾਂਦੇ ਰਹੇ, ਜਿਹਨੂੰ ਉਹ ਜਾਇਦਾਦ ਨਹੀਂ ਮਾਂ ਸਮਝਦੇ। ਜਦੋਂ ਨਵੀਂ ਖੇਤੀਬਾੜੀ ਆਈ, ਤਰੀਕੇ ਵੀ ਬਦਲੇ। ਅਖੇ ਜਿੰਨੀ ਗੋਡੀ ਓਨੀ ਡੋਡੀ, ਰੇਡੀਓ ਤੇ ਜ਼ਰਾਇਤੀ ਪ੍ਰੋਗਰਾਮਾਂ ਦਾ ਗਾਵਣ, ਦਬ ਦਬ ਕੇ ਵਾਹ ਬੇਲੀਆ, ਰੱਜ ਰੱਜ ਕੇ ਖਾ ਬੇਲੀਆ। ਬਾਬੇ ਬਾਲੇ ਹਲਵਾਨ ਨੂੰ ਮੰਦਾ ਸਮਝਦੇ, ਜਿਹੜੇ ਕੁਦਰਤੀ ਹਰਿਆਲੀ ਨੂੰ ਜ਼ਮੀਨ ਦੀ ਚਾਦਰ ਕਹਿਣ। ਡੂੰਘੇ ਹਲ ਦੇ ਖਿਲਾਫ ਕਿ ਇੰਜ ਇੱਕ ਗਿੱਠ ਜਿਹੜੀ ਜੜਾਂ ਦੀ ਜੂਹ, ਉਹਦੇ ਹੇਠ 77 ਦਾ ਨੁਕਸਾਨ ਹੋ। ਜਿਹੜੀ ਇੱਕ ਗਿੱਠ ਜ਼ਮੀਨ ਹੈ, ਇਹਦੇ ਥੱਲੇ 77 ਕਹਿੰਦੇ ਸਨ। ਕੋਈ 77 ਹੈ, ਮਤਲਬ ਸਬਜ਼ਾ, ਔਰ ਮਤਲਬ 77 ਮਤਲਬ ਨਮੀ, ਵੱਤਰ ਨਮੀ, ਔਰ ਸਾਵਾ, ਉਹ ਕਹਿੰਦੇ ਸਨ ਕਿ ਥੱਲੇ 77 ਹੁੰਦਾ, ਜਿਹੜਾ ਜ਼ਰੂਰੀ ਹੈ ਜ਼ਮੀਨ ਦੀ ਫਰਟੀਲਿਟੀ ਵਾਸਤੇ। ਉਹ ਇੱਕ ਗਿੱਠ ਥੱਲੇ ਹੁੰਦਾ, ਤੇ ਜੇ ਤੁਸੀਂ ਬਹੁਤ ਜ਼ਿਆਦਾ ਡੂੰਘੇ ਹਲ ਵਾਓ ਤੇ ਉਹ ਖਰਾਬ ਹੁੰਦਾ ਹੈ ਥੱਲੇ, ਇਹ ਬਾਬੇ ਕਹਿੰਦੇ ਸਨ। ਫਿਰ ਜਿਹੜਾ ਅਸੀਂ ਹਲਵਾ ਕੇ ਉੱਤੇ ਖਾਦ ਪਾਉਂਦੇ ਸਾਂ,
ਤੇ ਬਜ਼ੁਰਗ ਜਿਹੜੇ ਸਨ ਉਹ ਕਹਿੰਦੇ ਸਨ ਕਿ ਇਹ ਤੇ ਇੰਝ ਹੀ ਹੈ ਕਿ ਜਿਵੇਂ ਧਰਤੀ ਦੇ ਪਿੰਡੇ ਉੱਤੇ ਪੱਛ ਲਾ ਕੇ ਤੇ ਉੱਤੇ ਲੂਣ ਤੋੜ ਦਿਓ, ਇੰਝ ਧਰਤੀ ਦੇ ਨਾਲ ਬਜ਼ੁਰਗਾਂ ਦਾ ਪਿਆਰ ਹੁੰਦਾ ਸੀ। ਤੇ ਉਹ ਕਹਿੰਦੇ ਸਨ ਕਿ ਜਿਹੜੀ ਖਾਦ ਤੁਸੀਂ ਪਾਉਂਦੇ ਹੋ ਹਲ ਵਾਹ ਕੇ ਬਾਰ-ਬਾਰ, ਇਹ ਉਹਦੇ ਪਿੰਡੇ ਤੇ ਜਿਵੇਂ ਪੱਛ ਲਾ ਕੇ ਉੱਤੇ ਤੁਸੀਂ ਲੂਣ ਲਾਉਂਦੇ ਹੋ, ਲੂਣ ਤੋੜ ਦਿੰਦੇ ਹੋ। ਅੱਜ ਮਾਡਰਨ ਰਿਸਰਚ ਵੀ ਇਹ ਦੱਸ ਪਾਈ ਕਿ 6 ਇੰਚ ਰੂਟ ਜ਼ੋਨ, ਹੁਣ ਅੱਜ ਕਹਿੰਦੇ ਨੇ ਕਿ ਰੂਟ ਜ਼ੋਨ ਹੈ 6 ਇੰਚ ਤੱਕ ਨਾ, ਜਿਹਦੇ ਥੱਲੇ ਮਾਈਕਰੋਫਲੋਰਾ, ਜਿਹਨੂੰ ਪੁਰਾਣੇ ਬਾਬੇ ਸਵੱਤਰ ਕਹਿੰਦੇ ਸਨ, ਉਹ ਕਹਿੰਦੇ ਨੇ ਮਾਈਕਰੋਫਲੋਰਾ, ਉਹ ਤਜ਼ਾਬੀ ਵਾਈ ਬਿਜਨਲ ਤਬਾਹ ਹੋ ਰਿਹਾ। ਅੱਜ ਹੁਣ ਆਪ ਮੰਨ ਰਹੇ ਨੇ। ਇਹਦੀ ਰੋਕਥਾਮ ਲਈ ਇੱਕ ਨਵਾਂ ਤਰੀਕਾ ਆਇਆ ਜਿਹਨੂੰ ਮਲਚਿੰਗ ਕਹਿੰਦੇ। ਇਹ ਤਜਰਬਾ ਖਾਸ ਔਰ ਬਾਗਾਂ ਵਿੱਚ ਕੀਤਾ ਜਾ ਰਿਹਾ। ਹਲ ਤੇ ਗੋਡੀ ਘੱਟ ਕਰਦੇ, ਜੜੀ ਬੂਟੀਆਂ ਉੱਤੇ ਤੂੜੀ ਤੇ ਪਰਾਲੀ ਖਿਲਾਰ ਦਿੰਦੇ, ਇੰਜ ਜ਼ਮੀਨ ਦੀ ਜ਼ਰਖੇਜ਼ੀ ਤੇ ਨਮੀ ਨੂੰ ਬਚਾਉਂਦੇ, ਨਮੀ ਤੋਂ ਬਚਾਉਂਦੇ। ਨਮੀ ਜਿਹੜੀ ਹੁੰਦੀ ਹੈ ਉਹਨੂੰ ਬਚਾ ਲੈਂਦੇ ਸਨ, ਪਾਣੀ ਫਿਰ ਥੋੜਾ ਲਾਣਾ ਪੈਂਦਾ ਹੈ। ਇਹ ਸਾਰੇ ਤਰੀਕੇ ਮੈਂ ਇਸ ਪੰਜਾਬ ਦੇ ਦੱਸ ਰਿਹਾ, ਮੈਨੂੰ ਨਹੀਂ ਪਤਾ ਉਸ ਪਾਸੇ ਕਿਉਂਕਿ ਮੈਨੂੰ ਦੱਸੇ ਹੀ ਨਹੀਂ ਗਿਆ। ਹੋ ਸਕਦਾ ਹੈ ਜਿਹੜਾ ਮਲਚਿੰਗ ਦਾ ਨਵਾਂ ਇੱਕ ਆਇਆ ਹੈ ਤਰੀਕਾ ਉਧਰ ਵੀ ਹੋ ਰਿਹਾ ਹੋਵੇ। ਜਿੱਥੇ ਕੁਝ ਚੰਗੇ ਕੰਮ ਹੋ ਰਹੇ ਉੱਥੇ ਮੰਦਾ ਵੀ ਬਹੁਤ ਕੁਝ ਪ੍ਰਚਲਿਤ ਹੋਇਆ। ਹਾਈ ਡਾਇਨੈਸਟੀ ਫਾਰਮਿੰਗ ਇੱਕ ਨਈ ਨਵੀਂ, ਇਹਦੇ ਵਿੱਚ ਬਾਗਾਂ ਦੇ ਬੂਟੇ ਵਧਾ ਦਿੱਤੇ ਗਏ। ਜਿਹੜਾ ਬਾਗ ਦੇ ਵਿੱਚ ਬੂਟੇ ਲੱਗਦੇ ਸਨ, ਕਦੀ ਮਾਲਟੇ, ਅਮਰੂਦ ਤੇ ਅੰਬ ਦੇ ਬਾਗ ਇੰਜ ਲੱਗਦੇ ਕਿ 1 ਏਕੜ ਵਿੱਚ 49 ਬੂਟੇ ਹੁੰਦੇ, 49 ਜਿਹੜੇ ਵੱਧਦੇ ਗਏ। 49 ਤੋਂ 64, 64 ਹੋਏ, ਫਿਰ 64 ਤੋਂ 81 ਹੋਏ, 81 ਤੋਂ 81 ਤੋਂ ਫਿਰ 100 ਤੱਕ ਚਲੇ ਗਏ। ਹੁਣ ਇਸ ਵੇਲੇ 1 ਏਕੜ ਦੇ ਵਿੱਚ 400 ਤੋਂ ਵੱਧ ਬੂਟੇ ਲੱਗਦੇ। ਹੁਣ 1 ਏਕੜ ਕਿੱਥੇ 100 ਬੂਟੇ ਪਾਲਣੇ ਤੇ ਕਿੱਥੇ 400। ਆਪਣੇ ਆਪ ਹੀ ਫਲ ਦੀ ਤਾਕਤ ਤੇ ਤਸੀਰ ਘਟ ਜਾਂਦੀ। ਇਹਦੇ ਵਿੱਚ ਕੋਈ ਲੰਮੀ ਚੌੜੀ ਸਾਇੰਸ ਨਹੀਂ। ਜੇ ਜ਼ਮੀਨ ਦੇ ਵਿੱਚੋਂ ਉਹ ਆਪਣੀ ਖੁਰਾਕ ਲੈਂਦੇ ਨੇ ਫਲ, ਤੇ ਜੇ ਫਿਰ ਉੱਥੇ ਤੁਸੀਂ ਜਿੱਥੇ 100 ਬੂਟਾ ਲਾਣਾ ਤੇ ਜਿੱਥੇ 400 ਲਾ ਦਿਓ ਤੇ ਆਪਣੇ ਆਪ ਹੀ ਉਹ ਉਹਦੇ ਵਿੱਚ ਘਟ ਜਾਏਗੀ, ਉਹਦੇ ਵਿੱਚ ਤਾਕਤ ਵੀ ਤਸੀਰ ਵੀ। ਫਸਲਾਂ ਦੀਆਂ ਕਿਸਮਾਂ ਵਧਾਉਣ ਲਈ ਪੁਰਾਣੇ ਸਮੇਂ ਵਿੱਚ ਵੀ ਕਈ ਤਰੀਕੇ ਸਨ। ਇਹ ਨਹੀਂ ਕਿ ਅੱਜ ਇਹ ਹੋ ਰਿਹਾ ਕਿ ਤੁਸੀਂ ਬੀਜ ਜਿਹੜੇ ਨੇ ਉਹ ਵਧਾਉਂਦੇ ਹੋ ਜਾਂ ਬੀਜ। ਪੁਰਾਣੇ ਵੇਲਿਆਂ ਦੇ ਵਿੱਚ ਵੀ ਪਿਉਂਦਕਾਰੀ ਤੇ ਤੁਖਮ ਤਬਾਦਲਾ ਇਹਨੂੰ ਕਿਹਾ ਜਾਂਦਾ ਸੀ। ਪੈਵੰਦਕਾਰੀ ਜਾਂ ਤੁਖਮ ਤਬਾਦਲਾ, ਪਿਉਂਦ ਵੀ ਕਹਿੰਦੇ ਸਨ ਪੰਜਾਬੀ ਵਿੱਚ, ਕਿ ਪਿਉਂਦ ਲਾਣਾ। ਵਾਰਿਸ ਸ਼ਾਹ ਆਪਣੇ ਵੇਲੇ ਦੀਆਂ 7 ਕਿਸਮਾਂ ਦੱਸੀਆਂ। ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ, ਸੋਇਨ ਪਤੀ ਤੇ ਝੋਨੜੇ ਛੜੀ ਦੇ ਨੀ, ਬਾਸਮਤੀ ਮੁਸਾਫਰੀ ਬੇਗਮੀ ਸਨ, ਹਰ ਚੰਦ ਤੇ ਜ਼ਰਦੀਏ ਧਰੀ ਦੇ ਨੀ। ਹੁਣ ਵਾਰਿਸ ਸ਼ਾਹ 7 ਕਿਸਮਾਂ ਦੇ ਚੌਲ ਗਿਣਾ ਰਿਹਾ ਜਿਹੜੇ ਉਸ ਵੇਲੇ, ਤੇ ਅੰਗਰੇਜ਼ਾਂ ਦੇ ਵੇਲੇ ਇਹ ਕਿਹਾ ਜਾਂਦਾ ਸੀ ਜੀ ਬਾਸਮਤੀ ਜਿਹੜਾ ਚੌਲ ਹੈ ਇਹ ਅੰਗਰੇਜ਼ਾਂ ਨੇ ਇੰਟਰੋਡਿਊਸ ਕਰਾਇਆ। ਹਾਲਾਂਕਿ ਵਾਰਿਸ ਸ਼ਾਹ ਕਹਿ ਰਿਹਾ ਮੁਸ਼ਕੀ ਚਾਵਲਾਂ ਦੇ ਵਿੱਚ ਖੁਸ਼ਬੂ ਆਉਂਦੀ ਹੋਏਗੀ ਨਾ। ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ, ਸੋਇਨ ਪੱਤੀ ਤੇ ਝੋਨਣੇ ਛੜੀ ਦੇ ਨੀ, ਬਾਸਮਤੀ ਮੁਸਾਫਰੀ ਬੇਗਮੀ ਸਨ, ਹਰ ਚੰਦ ਤੇ ਜ਼ਰਦੀਏ ਧਰੀ ਦੇ ਨੀ। ਹੁਣ ਜਿਹੜਾ ਇਸ ਵੇਲੇ ਜ਼ਿਆਦਾ ਬਾਸਮਤੀ, ਇਹ ਕਰਨਲ ਬਾਸਮਤੀ ਚਾਵਲ ਹੈ। ਇਹ 1960 ਦੇ ਵਿੱਚ ਇੱਕ ਕਰਨਲ ਮੁਖਤਾਰ ਸੀ ਸਾਡੇ ਇੱਥੇ ਹਾਫਸਾਬਾਦ ਦੇ ਡਿਸਟ੍ਰਿਕਟ ਹੈ ਪੰਜਾਬ ਦਾ, ਉਹਦਾ ਸੀ, ਉਹਨੇ ਇੰਟਰੋਡਿਊਸ ਕਰਾਇਆ ਸੀ। ਅੱਜ ਕੱਲ੍ਹ ਜਿਹੜਾ ਬਾਸਮਤੀ ਚਾਵਲ ਹੈ ਜ਼ਿਆਦਾ ਕਰਨਲ ਬਾਸਮਤੀ। ਫਿਰ ਇੱਕ ਇਹ ਵੀ ਕਿਹਾ ਜਾਂਦਾ ਸੀ ਕਿ ਜਦੋਂ ਅੰਗਰੇਜ਼ ਆਏ ਤੇ ਉਹ ਸਾਡੇ ਦੇ ਇੱਥੇ ਪਹਿਲਾਂ ਗੁੜ ਤੇ ਸ਼ੱਕਰ ਹੁੰਦੀ ਸੀ। ਕਾਲਾ ਗੁੜ ਜਿਹੜਾ ਹੁੰਦਾ ਸੀ ਉਹ ਬਿਮਾਰੀ ਦਾ ਇਲਾਜ, ਕਈ ਬਿਮਾਰੀਆਂ ਦੀਆਂ, ਸਾਹ ਦੀਆਂ ਬਿਮਾਰੀਆਂ ਦਾ, ਚੈਸਟ ਦੀ ਜਿਹੜੀ ਕਈ ਇਨਫੈਕਸ਼ਨ ਹੁੰਦੀ ਸੀ, ਚੈਸਟ ਇਨਫੈਕਸ਼ਨ, ਇਹਦਾ ਇਲਾਜ ਸੀ ਕਾਲਾ ਗੁੜ ਖਾਣਾ। ਤੇ ਸ਼ੱਕਰ ਹੁੰਦੀ ਸੀ ਜਾਂ ਗੁੜ ਹੁੰਦਾ ਸੀ। ਤੇ ਅੰਗਰੇਜ਼ਾਂ ਦੇ ਵੇਲੇ ਬਾਰੇ ਇਹ ਦੱਸਿਆ ਜਾਂਦਾ ਜੀ ਉਸ ਵੇਲੇ ਖੰਡ ਵੀ ਬਣਾਉਂਦੇ ਸਨ ਸਾਡੇ ਪੁਰਾਣੇ ਲੋਕ ਜਿਹੜੇ ਸਨ। ਉਹ ਜਿਹੜੀ ਖੰਡ ਸੀ ਉਹ ਬਣਾਉਣ ਵਾਲੇ ਕਾਰੀਗਰ ਹੁੰਦੇ ਸਨ, ਉਹਨਾਂ ਨੂੰ ਖੰਡ ਸਾਰ ਕਿਹਾ ਜਾਂਦਾ ਸੀ। ਔਰ ਜਿਸ ਤਰੀਕੇ ਦੇ ਨਾਲ ਬਣਾਉਂਦੇ ਸਨ ਉਸ ਤਰੀਕੇ ਨੂੰ ਕਹਿੰਦੇ ਸਨ ਕਿ ਚੀਨੀ ਤਰੀਕਾ ਹੈ ਖੰਡ ਬਣਾਉਣ ਦਾ। ਤੇ ਉਸੇ ਵਾਸਤੇ ਸ਼ਾਇਦ ਉਸ ਖੰਡ ਨੂੰ ਚੀਨੀ ਵੀ ਆਖਦੇ ਨੇ। ਤੇ ਫਿਰ ਜਦੋਂ ਇਹ ਸ਼ੂਗਰ ਮਿੱਲਾਂ ਵਾਲੀ ਚੀਨੀ ਆਈ, ਜਦੋਂ ਇਹ ਸ਼ੂਗਰ ਆਈ, ਅੰਗਰੇਜ਼ ਜਦੋਂ ਇੱਥੇ ਸ਼ੂਗਰ ਮਿੱਲਾਂ ਜਦੋਂ ਬਣੀਆਂ, ਤੇ ਫਿਰ ਜਿਹੜੀ ਸ਼ੂਗਰ ਇਹਨੂੰ
ਚਿੱਟੀ ਖੰਡ ਜਾਂ ਵਲੈਤੀ ਖੰਡ ਆਉਂਦੇ ਸਨ, ਤੇ ਉਸ ਪੁਰਾਣੀ ਖੰਡ ਜਿਹੜੀ ਸੀ ਸਾਡੀ, ਉਹਨੂੰ ਫਿਰ ਦੇਸੀ ਖੰਡ ਆਖਿਆ ਜਾਂਦਾ ਸੀ। ਉਹ ਜਿਹੜੀ ਪੁਰਾਣੀ ਜਦੋਂ ਖੰਡ ਬਣਦੀ ਸੀ, ਉਹਦੇ ਵਿੱਚ ਇੱਕ ਕੱਕੋਂ ਜਿਹੀ ਬਣਦੀ ਸੀ, ਕੱਕੋਂ ਇੱਕ ਖਾਂਦੇ ਸਨ। ਮੈਨੂੰ ਅੱਜ ਵੀ ਯਾਦ ਹੈ, ਮੇਰੀ ਨਾਨੀ, ਅਸੀਂ ਜਦੋਂ ਵੀ ਜਾਂਦੇ ਸਾਂ ਆਪਣੀ ਨਾਨੀ ਕੋਲ, ਤੇ ਉਹ ਮਿੱਟੀ ਦੇ ਕੂਜੇ ਦੇ ਵਿੱਚ ਰੱਖੀ ਹੁੰਦੀ ਸੀ, ਉਹਨੂੰ ਕੱਕੋਂ ਕਿਹਾ ਜਾਂਦਾ ਸੀ। ਬੜੀ ਸਵਾਦੀ ਹੁੰਦੀ ਸੀ, ਰੋਟੀ ਨਾਲ ਵੀ ਖਾਂਦੇ ਸਨ, ਉਂਝ ਵੀ ਖਾਂਦੇ ਸਨ। ਉਹ ਪਤਾ ਨਹੀਂ ਕਿਵੇਂ ਬਣਦੀ ਸੀ, ਮੈਂ ਹੁਣ ਕੁਝ ਲੋਕਾਂ, ਕਈਆਂ ਨੂੰ ਪੁੱਛਿਆ, ਹੁਣ ਕਿਸੇ ਨੂੰ ਨਹੀਂ ਪਤਾ ਉਹ ਕੱਕੋਂ ਕਿਵੇਂ ਬਣਦੀ ਸੀ। ਇਸੇ ਤਰ੍ਹਾਂ ਖੰਡ ਬਣਦੀ ਸੀ, ਉਹ ਜਿਹੜੇ ਖੰਡਸਾਰ ਕਾਰੀਗਰ ਹੁੰਦੇ ਸਨ ਉਹ ਬਣਾਉਂਦੇ ਸਨ। ਉਹ ਜਿਹੜੀ ਬਣਾਈ ਜਾਂਦੀ ਸੀ ਖੰਡ, ਅਸਲ ਦੇ ਵਿੱਚ ਮਠਿਆਈਆਂ ਵਾਸਤੇ ਬਣਾਈ ਜਾਂਦੀ ਸੀ। ਸਾਡੇ ਪੰਜਾਬ ਵਿੱਚ ਪਹਿਲਾਂ ਮਠਿਆਈਆਂ ਜਿਹੜੀਆਂ ਬਣਾਈਆਂ, ਉਹਨਾਂ ਨੂੰ ਸੁੱਕੀਆਂ ਮਠਿਆਈਆਂ ਆਖਿਆ ਜਾਂਦਾ ਸੀ, ਜਿਵੇਂ ਰਿਓੜੀਆਂ, ਨੁਗਦੀ, ਮਖਾਣੇ, ਪਤਾਸੇ, ਇੰਝ ਦੀਆਂ ਜਿਹੜੀਆਂ ਕਈ ਮਹੀਨੇ ਪਈਆਂ ਰਹਿੰਦੀਆਂ ਸਨ, ਉਹਨਾਂ ਨੂੰ ਸੁੱਕੀਆਂ ਮਠਿਆਈਆਂ ਆਖਿਆ ਜਾਂਦਾ ਸੀ। ਤੇ ਜਿਹੜੀਆਂ ਬਾਅਦ ਵਿੱਚ ਇਹ ਹਲਵਾਈ ਜਿਹੜੀ ਮਠਿਆਈ ਬਣਾਉਂਦੇ ਨੇ, ਜਿਹਦੇ ਚ ਬਰਫੀ, ਜਲੇਬੀ, ਲੱਡੂ, ਇਹ ਮਠਿਆਈਆਂ ਨੂੰ ਸ਼ਾਹਜਹਾਨੀ ਮਠਿਆਈਆਂ ਆਖਿਆ ਜਾਂਦਾ ਸੀ। ਉਸ ਵੇਲੇ ਸ਼ਾਹਜਹਾਨ ਦੇ ਵੇਲੇ ਚ ਬਣਨੀਆਂ ਸ਼ੁਰੂ ਹੋਈਆਂ ਹੋਣ। ਉਸ ਤੋਂ ਜਿਹੜੀਆਂ ਪੁਰਾਣੀਆਂ ਮਠਿਆਈਆਂ ਸਨ, ਉਹ ਸੁੱਕੀਆਂ, ਉਹਨਾਂ ਵਾਸਤੇ ਉਹ ਖੰਡ ਬਣਾਈ ਜਾਂਦੀ ਸੀ। ਉਹ ਖੰਡ, ਉਹਨਾਂ ਮਠਿਆਈਆਂ, ਪੰਜੀਰੀ ਵੀ ਬਣਦੀ ਸੀ ਉਸੇ ਖੰਡ ਦੀ। ਗੱਲ ਕਿਸੇ ਹੋਰ ਪਾਸੇ ਚਲੀ ਗਈ। ਅੱਗੇ ਜਿਹੜੇ ਬਾਬੇ ਸਨ ਕਹਿੰਦੇ ਸਨ ਕਿ ਜੇ ਬੀਜ ਜਾਨਦਾਰ ਹੋਵੇ, ਜਿਹੜਾ ਸੀਡ ਹੈ, ਜੋ ਜਾਨਦਾਰ ਹੋਵੇ ਤੇ ਜੜ੍ਹਾਂ ਆਪਣੇ ਆਪ ਮਜ਼ਬੂਤ ਹੁੰਦੀਆਂ ਨੇ, ਪੱਤਰ ਵੀ ਨਰੋਏ ਰਹਿੰਦੇ ਨੇ ਤੇ ਬਿਮਾਰੀ ਨੇੜੇ ਨਹੀਂ ਆਉਂਦੀ। ਹੁਣ ਜਿਹੜੇ ਹਾਈਬ੍ਰਿਡ ਬੀ ਆਏ, ਇਹਨਾਂ ਬਾਰੇ ਤੇ ਆਪ ਕਹਿੰਦੇ ਨੇ ਕਿ ਵਲਨਰੇਬਲ ਨੇ, ਕਮਜ਼ੋਰ ਨੇ, ਜਿਨ੍ਹਾਂ ਦੀ ਬੜੋਤਰੀ ਤੇ ਬਿਮਾਰੀ ਤੋਂ ਬਚਾ ਤੇਜ਼ਾਬੀ ਖਾਦਾਂ ਤੇ ਕੀੜੇ ਮਾਰ ਦਵਾਈਆਂ ਦੀ ਮੁਤਾਜ ਹੈ। ਹੁਣ ਜਿਹੜਾ ਹਾਈਬ੍ਰਿਡ ਬੀ ਹੈ, ਉਹਨੂੰ ਖਾਦ ਪੈਣੀ ਹੀ ਪੀਣੀ ਹੈ, ਜਿਹੜੀ ਕੈਮੀਕਲ ਫਰਟੀਲਾਈਜ਼ਰ ਹੈ, ਉਹਨੂੰ ਪਾਣੀ ਹੀ ਪਵੇਗੀ, ਔਰ ਕੀੜੇ ਮਾਰ ਦਵਾਈਆਂ ਨਾਲ ਹੀ ਉਹ ਬਚ ਸਕਦਾ, ਕਿਉਂਕਿ ਉਹ ਆਲਰੇਡੀ ਇੱਕ ਵਲਨਰੇਬਲ ਬੀ ਹੈ। ਅਨਾਜ ਵਿੱਚ ਜਾਨ ਨਾ ਸਵਾਦ, ਬਸ ਢਿੱਡ ਭਰੀਏ, ਬਿਮਾਰੀ ਤੇ ਬੇਤਾਕਤੀ ਜਿਹਦੇ ਨਾਲ ਜੁੜੀ। ਉਹ ਹੁਣ ਬਿਮਾਰੀ ਜਾਂ ਜਿਹੜੀ ਬੇਤਾਕਤੀ ਹਰ ਜਿਸਮ ਸਾਡੇ ਵਿੱਚ ਹਰ ਵੇਲੇ ਇੱਕ ਕਮਜ਼ੋਰੀ, ਇੱਕ ਸੁਸਤੀ ਜਿਹੀ ਪਈ ਹੁੰਦੀ ਹੈ, ਉਹ ਤੇ ਉਹਦੇ ਨਾਲ ਹੀ ਜੁੜੀ, ਜੋ ਅਸੀਂ ਖਾ ਰਹੇ ਹਾਂ ਇਸ ਵੇਲੇ। ਇਹ ਸਾਰੀ ਖਰਾਬੀ ਉਸ ਵੇਲੇ ਸ਼ੁਰੂ ਹੋਈ ਜਦੋਂ ਸਾਡੇ ਦਰਿਆਵਾਂ ਚੋਂ ਨਹਿਰਾਂ ਨਿਕਲੀਆਂ। ਇਹ ਉਸ ਵੇਲੇ ਖਰਾਬੀ ਸ਼ੁਰੂ ਹੋਈ ਸੀ, ਤੇ ਸਾਡੀਆਂ ਸਾਫ਼ ਹਵਾਵਾਂ ਵਿੱਚ ਮੁਹਲਕ ਵਬਾਵਾਂ, ਕੋਈ ਫੀਟਲ ਜਿਹੜੀ ਐਪੀਡੈਮਿਕਸ ਆਈਆਂ ਬਹੁਤ ਸਾਰੀਆਂ, ਇਹ ਸਾਰੀਆਂ ਉਹ ਵਬਾਵਾਂ ਲੈ ਕੇ, ਇਹ ਮੈਂ ਕੋਈ ਇੰਝ ਜਜ਼ਬਾਤੀ ਜੀ ਗੱਲ ਨਹੀਂ ਕਰ ਰਿਹਾ ਤੁਹਾਡੇ ਨਾਲ, ਐਵੇਂ ਅੰਗਰੇਜ਼ਾਂ ਨੂੰ ਭੰਡਣ ਵਾਸਤੇ ਜਾਂ ਨਿੰਦਣ ਵਾਸਤੇ। ਜਿਸ ਵੇਲੇ ਲਾਹੌਰ ਦੇ ਵਿੱਚ ਇਹ ਆਏ ਨੇ ਕਲਕੱਤੇ ਤੋਂ ਅੰਗਰੇਜ਼, ਤੇ ਇਹਨਾਂ ਨੇ ਫਤਹ ਕੀਤਾ, ਕਬਜ਼ਾ ਕੀਤਾ ਪੰਜਾਬ ਦੇ ਉੱਤੇ, ਤੇ ਉਸ ਵਕਤ ਸੈਨੇਟਰੀ ਕਮਿਸ਼ਨਰ ਹੁੰਦੇ ਸਨ, ਤੇ ਲਾਹੌਰ ਦਾ ਜਿਹੜਾ ਸੈਨੇਟਰੀ ਕਮਿਸ਼ਨਰ ਸੀ ਕਲਕੱਤੇ ਤੋਂ ਆਇਆ, ਤੇ ਉਹਦੇ ਨਾਲ ਉਹਦੀ ਪੂਰਾ ਇੱਕ ਟੀਮ ਸੀ, ਤੇ ਜਿਹੜੇ ਵੀ ਉਸ ਵੇਲੇ ਦੀ ਬਿਊਰੋਕ੍ਰੇਸੀ ਜਾਂ ਅਫਸਰ ਹੋਣਗੇ, ਤੇ ਉਹ ਇੱਥੇ ਲੋਕਾਂ ਨੂੰ ਇੱਕ ਅੱਖਾਂ ਦੀ ਬਿਮਾਰੀ ਸ਼ੁਰੂ ਹੋ ਗਈ। ਅੱਖਾਂ 'ਚ ਹਰ ਵੇਲੇ ਪਾਣੀ ਵਗਦਾ ਰਹਿੰਦਾ ਸੀ, ਵਿੱਚ ਗਿੱਡਾਂ ਲੱਗੀਆਂ ਰਹਿੰਦੀਆਂ ਸਨ। ਤੇ ਉਸ ਵੇਲੇ ਸਾਡਾ ਇੱਕ ਸ਼ਾਇਰ ਸੀ, ਉਹਨੇ ਬਕਾਇਦਾ ਇੱਕ ਗੀਤ ਲਿਖਿਆ ਸੀ, ਕਲਕੱਤੀਓਂ ਬਿਮਾਰੀ ਆਈ, ਲਾਹੌਰ ਦੀ ਵਾਰੀ ਆਈ। ਫਿਰ ਉਹਨੂੰ ਅਰੈਸਟ ਕਰ ਲਿਆ ਸੀ, ਉਹਦੇ ਤੇ ਮੁਕੱਦਮਾ ਚੱਲਿਆ, ਤੇ ਕਹਿੰਦੇ ਨੇ ਉਹਨੂੰ ਫਾਹੇ ਲਾ ਦਿੱਤਾ ਗਿਆ ਸੀ ਕਿ ਤੁਸੀਂ ਸਾਡੇ ਕੋਲ ਬਿਮਾਰੀਆਂ ਲੈ ਕੇ ਆਏ ਹੋ ਜਿਹੜੀਆਂ ਇੱਥੇ ਨਹੀਂ ਸਨ ਪਹਿਲਾਂ। ਇਹ ਬਹੁਤ ਸਾਰੀਆਂ ਬਿਮਾਰੀਆਂ ਜਦੋਂ ਇਹ ਨਹਿਰਾਂ ਬਣੀਆਂ, ਅੰਗਰੇਜ਼ ਇੱਥੇ ਲੈ ਕੇ ਆਏ, ਉਹਦੀਆਂ ਕਈ ਵਜ੍ਹਾ ਹੋ ਸਕਦੀਆਂ ਹੋਣਗੀਆਂ, ਮੈਂ ਉਹਨੂੰ ਸਾਇੰਟੀਫਿਕਲੀ ਤੇ ਉਸ ਤਰ੍ਹਾਂ ਨਹੀਂ ਹੁਣ ਦੱਸ ਸਕਦਾ, ਨਾ ਹੀ ਮੈਨੂੰ ਪਤਾ ਹੈ। ਫਿਰ ਮਗਰੋਂ ਇੱਕ ਕਾਮਯਾਬ ਕਿਸਾਨ ਪ੍ਰੋਗਰਾਮ ਆਇਆ, ਜਿਹਦੀ ਮੁੱਢਲੀ ਸ਼ਰਤ ਹੈ ਸੀ ਜ਼ਿਆਦਾ ਪੈਦਾਵਾਰ। ਮਵੇਸ਼ੀ ਮੰਡੀਆਂ ਵਿੱਚ ਵੱਧ ਤੋਂ ਵੱਧ ਦੁੱਧ ਦੇਣ ਵਾਲੀਆਂ ਮੱਝਾਂ ਗਾਵਾਂ ਨੂੰ ਇਨਾਮ ਮਿਲਣ ਲੱਗ ਪਏ। ਪੁਰਾਣੀ ਵਾਈ ਬੀਜੀ ਦੀ ਥਾਂ ਸਾਇੰਟੀਫਿਕ ਐਗਰੀਕਲਚਰ ਫੈਸ਼ਨ ਬਣੀ। ਦੇਸੀ ਦੀ ਬਜਾਏ ਵਲੈਤੀ ਬੀਂ ਵਿਕਣੇ ਆਏ। ਵਿਦੇਸੀ ਸਬਜ਼ੀਆਂ, ਅਨਾਜ ਤੇ ਚਾਰੇ ਆਮ ਹੋਏ। ਮੱਝਾਂ ਗਾਵਾਂ ਦੇ ਦੁੱਧਾਂ ਚੋਂ ਘਣੇ ਘਾਵਾਂ ਦੀ ਜਿਹੜੇ ਘਾਹ ਸਨ ਸਾਡੇ, ਉਹਨਾਂ ਦੀ ਮਹਿਕ ਮੁੱਕੀ। ਹੁਣ ਉਹ ਕਿੰਨੇ ਕੁ ਘਾਹ ਸਨ, ਇਹ ਹੁਣ ਤੁਸੀਂ ਉਹਨਾਂ ਦੇ ਨਾਂ ਹੁਣ ਗਿਣਦੇ ਜਾਓ। ਖੱਬਲ, ਪਲਵਾਂ, ਮਨਿਆਰਾ, ਨੂੰਦਰ, ਸਰਿਆਲਾ, ਮਧਾਣਾ, ਅੱਕਰ, ਬੱਬਰ, ਧੌਲੂ, ਬਰੂ, ਤਾਂਦਲਾ, ਤੇਤਲਾ, ਤਕਲਾ, ਦੱਬ, ਪੰਨੀ, ਦਿੱਲਾ, ਮੁਰਕ,
ਗੁੰਮ, ਗਰਾਮੀ, ਸਵਾਂਕ, ਡੀਲਾ, ਛਾਤਰਾ, ਧਾਮਣ, ਖੰਭ, ਲੰਬ, ਕੂਰਾ, ਕਟਾਰਾ, ਕੰਗੀ, ਕੱਲਰ, ਇਹ ਸਾਰੇ ਘਾਵਾਂ ਦੇ ਨਾਂ ਸਨ। ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੱਕ ਔਰ ਮੁਗਲਾਂ ਦੇ ਜ਼ਮਾਨੇ ਵਿੱਚ ਵੀ ਔਰ ਉਸ ਤੋਂ ਪਹਿਲਾਂ ਸੁਲਤਾਨਾਂ ਦੇ ਵੇਲੇ ਵਿੱਚ ਵੀ ਜਿਹੜੀ ਜ਼ਮੀਨ ਸੀ, ਪੂਰੇ ਦੇਸ਼ ਦੀ ਜਿਹੜੀ ਜ਼ਮੀਨ ਸੀ, ਉਹਨੂੰ ਦੋ ਉਹਦੇ ਸਨ ਕਿ ਇੱਕ ਨੂੰ ਕਹਿੰਦੇ ਸਨ ਖਾਲਸਾ। ਖਾਲਸਾ ਉਹ ਜ਼ਮੀਨ ਸੀ ਜਿਹੜੀ ਸਟੇਟ ਲੈਂਡ ਸੀ, ਔਰ ਦੂਜੀ ਸੀ ਰੱਖ ਜਾਂ ਉਹਨੂੰ ਚਰਾਂ ਕਹਿੰਦੇ ਸਨ। ਜਿਹੜੀ ਖਾਲਸਾ ਜ਼ਮੀਨ ਸੀ ਉਹ ਜਿਹੜੇ ਬਾਦਸ਼ਾਹ ਸਨ ਉਹ ਆਪਣੇ ਜਿਹੜੇ 5000 10,000 7,000 ਜਿਹੜੇ ਰਈਸ ਹੁੰਦੇ ਸਨ, ਜਿਹੜੇ ਅਕਸਰ ਮੁਗਲ ਹੀ ਹੁੰਦੇ ਸਨ, ਤੁਰਕ ਜਾਂ ਫਿਰ ਪਠਾਨ ਹੁੰਦੇ ਸਨ, ਉਹਨਾਂ ਨੂੰ ਦਿੱਤੇ ਜਾਂਦੇ ਸਨ। ਉਹ ਕਿਉਂਕਿ ਫਿਰ ਇਹ ਜਿਹੜੀ ਫੌਜ ਹੁੰਦੀ ਸੀ ਉਸ ਵੇਲੇ ਏਡੀ ਵੱਡੀ ਫੌਜ ਤੇ ਤੁਸੀਂ ਇੱਕ ਥਾਂ ਤੇ ਨਹੀਂ ਰੱਖ ਸਕਦੇ। ਉਹਨਾਂ ਨੇ ਫਿਰ 5000 ਕਿਸੇ ਨੇ 5000 ਫੌਜੀ ਜਾਂ ਘੋੜੇ ਰੱਖੇ ਨੇ, ਉਹਨੂੰ ਕੁਝ ਜ਼ਮੀਨ ਦਿੱਤੀ। ਫਿਰ ਉਸੇ ਹਿਸਾਬ ਦੇ ਨਾਲ ਫਿਰ ਜਿਹੜੇ 7000 ਫਿਰ 10000 ਇਸ ਤਰ੍ਹਾਂ ਸਨ, ਉਹਨਾਂ ਨੂੰ ਉਨੀ ਜ਼ਮੀਨ ਦਿੱਤੀ ਜਾਂਦੀ। ਤੇ ਜਿਹੜੀਆਂ ਰੱਖਾਂ ਸਨ, ਰੱਖਾਂ ਇਹ ਕਿਸਮ ਦਾ ਮੁਸ਼ਤਰਕਾ ਜਾਇੰਟ ਹੁੰਦੀ ਸੀ, ਇਹ ਕਿਸੇ ਨੂੰ ਨਹੀਂ ਸੀ ਦਿੱਤੀ ਜਾਂਦੀ, ਸਭ ਲੋਕਾਂ ਦੀ ਇਹਨੂੰ ਸਾਂਝੀ ਸਮਝਿਆ ਜਾਂਦਾ ਸੀ। ਤੇ ਉਹਦੇ ਵਿੱਚ ਅਕਸਰ ਕਿਸੇ ਜੋਗੀ ਦੀ ਜਾਂ ਫਕੀਰ ਦਾ ਕੋਈ ਡੇਰਾ ਵੀ ਹੁੰਦਾ ਸੀ। ਤੇ ਲੋਕ ਇਹ ਸਮਝਦੇ ਸਨ ਕਿ ਜੇ ਮੈਂ ਇੱਥੋਂ ਕੋਈ ਰੁੱਖ ਵੱਢਿਆ ਜਾਂ ਮੈਂ ਤੇ ਉਹਨੂੰ ਇੱਕ ਪਾਪ ਸਮਝਿਆ ਜਾਂਦਾ ਸੀ, ਗੁਨਾਹ ਸਮਝਿਆ ਜਾਂਦਾ ਸੀ। ਔਰ ਵੈਸੇ ਰੁੱਖਾਂ ਦੇ ਉੱਤੇ ਜਿਹੜੇ ਦਰਿਆਵਾਂ ਉੱਤੇ ਰੁੱਖ ਹੁੰਦੇ ਸਨ, ਉਹਨਾਂ ਨੂੰ ਵੱਢਣਾ ਵੀ ਇਸੇ ਤਰ੍ਹਾਂ ਕਹਿੰਦੇ ਸਨ। ਜੇ ਅਸੀਂ ਦਰਿਆ ਦੇ ਕੰਢੇ ਤੋਂ ਰੁੱਖ ਵੱਢਿਆ ਤਾਂ ਦਰਿਆ ਜਿਹੜਾ ਉਹ ਸਾਨੂੰ ਕੁਛ ਸਜ਼ਾ ਦੇਗਾ। ਜਿਵੇਂ ਹੜ੍ਹ ਆ ਜਾਂਦਾ ਹੈ ਤੇ ਸਾਨੂੰ ਦਰਿਆ ਸਜ਼ਾ ਦੇਗਾ ਜੇ ਅਸੀਂ ਰੁੱਖ ਵੱਢਾਂਗੇ। ਇਹ ਸਿਰਫ ਇੱਕ ਸਾਡੀ ਕੋਈ ਸੁਪਰਸਟੀਸ਼ਨ ਨਹੀਂ ਸੀ, ਇਹ ਇੱਕ ਲੋਕਾਂ ਦੀ ਸਿਆਣਪ ਸੀ। ਉਹਨਾਂ ਨੇ ਇੰਝ ਦੀਆਂ ਇਹ ਬਣਾਏ ਸਨ, ਸੋਚ ਲੋਕਾਂ ਦੇ ਅੰਦਰ ਇਹ ਪੈਦਾ ਕੀਤੀ ਸੀ ਕਿ ਤੁਸੀਂ ਇਹ ਜਿਹੜੇ ਸਾਂਝੇ ਰੁੱਖ ਨੇ ਇਹਨਾਂ ਨੂੰ ਨਹੀਂ ਵੱਢਣਾ, ਇਹ ਸਾਡੇ ਵਾਸਤੇ ਜ਼ਰੂਰੀ ਨੇ। ਔਰ ਜਿਹੜੀਆਂ ਰੱਖਾਂ ਸਨ ਉਹਦੇ 'ਚ ਡੰਗਰ ਚਰਦੇ ਸਨ, ਹਰ ਕਿਸੇ ਦੇ ਡੰਗਰ, ਇਹ ਨਹੀਂ ਕਿ ਜੱਟਾਂ ਦੇ ਡੰਗਰ ਚਲਣੇ ਤੇ ਰਾਜਪੂਤਾਂ ਦੇ ਨਹੀਂ ਚਰਨੇ, ਤੇ ਜੇ ਕਿਸੇ ਤਰਖਾਣ ਲਵਾਰ ਦੀ ਮੱਝ ਤੇ ਉਹ ਨਹੀਂ ਚਰਨੀ, ਤੇ ਕਿਸੇ ਮੋਚੀ ਨਾਈ ਦੀ ਤੇ ਉਹ ਨਹੀਂ, ਸਭ ਦੀ ਸਾਂਝੀਆਂ ਮੱਝਾਂ ਗਾਵਾਂ ਵਿੱਚ ਛੱਡ ਦਿੰਦੇ ਸਨ, ਉਹ ਚਰਦੀਆਂ ਸਨ। ਕਿਉਂਕਿ ਪਹਿਲਾਂ ਲੋਕ ਪਸ਼ੂ ਪਾਲੇ ਸਨ, ਜ਼ਮੀਨਦਾਰੀ ਜਾਂ ਹਰ ਬੰਦਾ ਸਾਰੇ ਲੋਕ ਜਿਹੜੇ ਸਨ ਉਹ ਵਾਹੀ ਬੀਜੀ ਨਹੀਂ ਸਨ ਕਰਦੇ। ਜ਼ਿਆਦਾ ਜਿਹੜੇ ਅੱਜ ਬਾਅਦ ਚ ਵਾਹੀ ਬੀਜੀ ਕਿਸਾਨ ਬਣੇ ਵੀ, ਉਹ ਵੀ ਪਹਿਲਾਂ ਪਸ਼ੂ ਪਾਲ ਹੀ ਸਨ ਜ਼ਿਆਦਾ। ਉਹ ਇਸ ਤਰ੍ਹਾਂ ਫਿਰ ਉਹ ਡੰਗਰ ਚਰਦੇ ਸਨ ਉਹਨਾਂ 'ਚ, ਤੇ ਉਹਨਾਂ ਨੂੰ ਰੱਖਾਂ ਜਾਂ ਚਰਾਂ ਕਹਿੰਦੇ ਸੀ। ਤੇ ਜਿਹੜੀ ਬਾਕੀ ਸਟੇਟ ਲੈਂਡ ਹੁੰਦੀ ਸੀ ਉਹਨੂੰ ਖਾਲਸਾ। ਇਹ ਜਿਹੜੇ ਕੁਦਰਤੀ ਘਾਹ ਸਨ, ਇਹਨਾਂ ਦੀ ਥਾਂ ਅੰਗਰੇਜ਼ ਫੌਜੀ ਘਾਹ ਲੈ ਕੇ ਆਏ, ਉਹਨਾਂ ਨੂੰ ਫੌਜੀ ਘਾਹ ਆਖਿਆ ਜਾਂਦਾ ਸੀ, ਜਿਨ੍ਹਾਂ ਚੋਂ ਅਕਸਰ ਘਾਹ ਈਸਟ ਇੰਡੀਆ ਕੰਪਨੀ ਦੇ ਗੋਰੇ ਫੌਜੀਆਂ ਅਫਰੀਕਾ, ਆਸਟ੍ਰੇਲੀਆ ਤੇ ਅਮਰੀਕਾ ਤੋਂ ਇੱਥੇ ਲਿਆਂਦੇ। ਸ਼ਾਇਦ ਇਸੇ ਵਾਸਤੇ ਉਹਨਾਂ ਨੂੰ ਫੌਜੀ ਘਾਹ ਆਖਿਆ ਜਾਂਦਾ ਸੀ, ਜਿਹੜੇ ਫਸਲਾਂ ਵਾਂਗੂ ਆਪ ਉਗਾਏ ਜਾਂਦੇ। ਸਾਡੇ ਪੁਰਾਣੇ ਜਿਹੜੇ ਘਾਹ ਸਨ ਕੁਦਰਤੀ ਉਗਦੇ ਸਨ, ਇਹ ਫਿਰ ਫਸਲਾਂ ਵਾਂਗੂ ਉਗਾਏ ਜਾਣ ਲੱਗ ਪਏ। ਨੇਪੀਅਰ ਗ੍ਰਾਸ, ਜਿਹਨੂੰ ਕਰਨਲ ਚਾਰਲਸ ਜੇਮਸ ਨੇਪੀਅਰ ਪੰਜਾਬ ਲੈ ਕੇ ਆਏ। ਨੇਪੀਅਰ ਬਾਅਦ ਵਿੱਚ ਉਹ ਕਮਾਂਡਰ ਇਨ ਚੀਫ ਵੀ ਰਿਹਾ ਪੂਰੀ ਫੌਜ ਦਾ, ਜਿਹੜੀ ਇੰਡੀਅਨ ਆਰਮੀ ਸੀ ਅੰਗਰੇਜ਼ਾਂ ਦੀ। ਇੱਥੇ ਇਹਨੂੰ ਹਾਥੀ ਘਾਹ ਆਖਿਆ ਗਿਆ। ਇਹ ਜਿਹੜਾ ਘਾਹ ਸੀ ਇਹਨੂੰ ਹਾਥੀ ਘਾਹ ਆਉਂਦੇ ਸਨ, ਜਿਹਨੂੰ ਇਥਾਵੇਂ ਬਾਜਰੇ ਨਾਲ ਕ੍ਰਾਸ ਕਰਾ ਕੇ ਬਾਜਰੇ ਦੀ ਹਾਈਬ੍ਰਿਡ ਫਸਲ ਜਿਹੜੇ ਬੀ ਬਣੇ ਹਾਈਬ੍ਰਿਡ ਬਾਜਰਾ, ਫਿਰ ਸਾਡਾ ਪੁਰਾਣਾ ਨਹੀਂ ਰਿਹਾ, ਉਹ ਇਸ ਘਾਹ ਦੇ ਨਾਲ ਉਹਨੂੰ ਕ੍ਰਾਸ ਕਰਾਇਆ ਗਿਆ, ਪਿਓਨਕਾਰੀ ਹੋਈ ਉਹਦੀ। ਫਿਰ ਜਾਨਸਨ ਗ੍ਰਾਸ, ਜਿਹਨੂੰ ਕਰਨਲ ਵਿਲੀਅਮ ਜਾਨਸਨ ਦੇ ਨਾਂ ਨਾਲ ਜੋੜਿਆ ਜਾਏ। ਇਹ ਅਸਲ ਵਿੱਚ ਇੱਥੋਂ ਦਾ ਜਿਹੜਾ ਬਰੂ ਘਾਹ ਸੀ, ਉਹਦਾ ਆਸਟ੍ਰੇਲੀਆ ਤੋਂ ਗਿਆ, ਆਸਟ੍ਰੇਲੀਆ ਗਿਆ ਇੱਥੋਂ, ਫਿਰ ਉੱਥੋਂ ਜਦੋਂ ਵਾਪਸ ਆਇਆ ਤੇ ਉਹਨੂੰ ਜਾਨਸਨ ਗ੍ਰਾਸ ਕਹਿੰਦੇ ਸਨ। ਪੁਰਾਣਾ ਇੱਥੇ ਉਹਨੂੰ ਬਰੂ ਘਾਹ ਕਹਿੰਦੇ ਸਨ, ਉਹਦੇ 'ਚ ਜਿਹਨੇ ਕੋਈ ਪਾਬੰਦਕਾਰੀ ਹੋਈ ਹੋਏ। ਫਿਰ ਸੁਡਾਨ ਗ੍ਰਾਸ ਅਫਰੀਕਾ ਤੋਂ ਆਇਆ, ਜਿਹਨੂੰ ਦੇਸੀ ਜਵਾਰ ਨਾਲ ਕ੍ਰਾਸ ਕਰਕੇ ਜਵਾਰ ਦਾ ਹਾਈਬ੍ਰਿਡ ਵੀ। ਸਾਡੀ ਪੁਰਾਣਾ ਬਾਜਰਾ ਖਤਮ ਹੋ ਗਿਆ, ਫਿਰ ਨਵਾਂ ਜਿਵੇਂ ਬਾਜਰਾ ਖਤਮ ਹੋਇਆ ਤੇ ਨਵਾਂ ਆਇਆ, ਇਸੇ ਤਰ੍ਹਾਂ ਫਿਰ ਜਵਾਰ ਦੀ ਜਿਹੜੀ ਫਸਲ ਹੈ ਉਹ ਇਹ ਜਿਹੜਾ ਸੁਡਾਨ ਗ੍ਰਾਸ ਸੀ, ਇਹਦੇ ਨਾਲ ਉਹਦੀ ਪਾਬੰਦਕਾਰੀ। ਫਿਰ ਬਫਲ ਗ੍ਰਾਸ, ਉਹ ਜਿਹੜਾ ਇੱਥੋਂ ਦਾ ਇੱਕ ਧਾਮਣ ਘਾਹ ਸੀ, ਉਹਦੀ ਇੱਕ ਵਲੈਤੀ ਰੂਪ ਸੀ ਉਸੇ ਘਾਹ ਦਾ। ਫਿਰ ਇੱਕ ਸਪੀਅਰ ਗ੍ਰਾਸ, ਉਹ ਇੱਥੋਂ ਦਾ ਇੱਕ ਸਰਿਆਲਾ ਘਾਹ ਸੀ, ਉਹਦਾ ਇੱਕ ਰੂਪ ਸੀ ਵਲੈਤੀ। ਫਿਰ ਬਲੂ ਪੈਨਕ ਗ੍ਰਾਸ, ਉਹ ਇੱਥੇ ਗੁੰਮ ਘਾਹ ਹੁੰਦਾ ਸੀ, ਇਹ ਉਹਦਾ ਇੱਕ ਵਲੈਤੀ ਰੂਪ ਸੀ।
ਫਿਰ ਬਰਮੂਦਾ ਗ੍ਰਾਸ, ਇਹ ਥਾਵੇਂ ਇੱਕ ਇੱਥੋਂ ਦਾ ਇੱਕ ਘਾਹ ਸੀ ਖੱਬਲ, ਜਾਂ ਜਿਹਨੂੰ ਦੂਬ ਵੀ ਆਂਦੇ ਸਨ, ਇਹ ਉਹਦਾ ਇੱਕ ਰੂਪ ਸੀ ਬਰਮੂਦਾ ਗ੍ਰਾਸ। ਇਹਦੇ ਵਿੱਚੋਂ ਅੱਗੋਂ ਜਾ ਕੇ ਇੱਕ ਜਾਇੰਟ ਸਟਾਰ ਗ੍ਰਾਸ ਬਣਿਆ ਸੀ। ਫਿਰ ਕਿ ਵੀਟ ਗ੍ਰਾਸ ਉਹਨਾਂ ਨੇ ਇੱਥੇ ਲਾਇਆ, ਜਿਹੜਾ ਇੱਥੋਂ ਦਾ ਪੁਰਾਣਾ ਇੱਕ ਕੰਘੀ ਘਾਹ ਸੀ, ਇਹ ਉਹਦਾ ਇੱਕ ਨਵਾਂ ਰੂਪ ਸੀ। ਫਿਰ ਰਾਈ ਗ੍ਰਾਸ, ਇਹ ਇਟਲੀ ਤੋਂ ਆਇਆ। ਫਿਰ ਕਲਰ ਗ੍ਰਾਸ, ਇਹ ਇੱਥੋਂ ਇੱਕ ਗੁਜਰਾਂਵਾਲੇ ਤੇ ਸ਼ੇਖੂਪੁਰੇ ਦਾ ਘਾਹ ਸੀ, ਜਿਹੜਾ ਸੇਮ ਤੇ ਥੋਰ ਵਾਲੀ ਥਾਂ ਦੇ ਉੱਤੇ ਆਪਣੇ ਆਪ ਉੱਗਦਾ ਸੀ। ਫਿਰ ਇਹਨੂੰ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਸੇਮ ਥੋਰ ਹੁੰਦੀ ਸੀ, ਉੱਥੇ ਅੰਗਰੇਜ਼ਾਂ ਨੇ ਫੈਲਾਇਆ ਪੂਰੇ ਪੰਜਾਬ ਦੇ ਵਿੱਚ। ਅਫਰੀਕਾ ਤੇ ਆਸਟ੍ਰੇਲੀਆ ਤੋਂ ਜਿਹੜੇ ਹੋਰ ਘਾਹ ਹੈ, ਉਹ ਗਿਨੀ ਗ੍ਰਾਸ, ਰੋਡਸ ਗ੍ਰਾਸ, ਬਫਲੋ ਗ੍ਰਾਸ, ਡਲਿਸ ਗ੍ਰਾਸ, ਗ੍ਰਾਮਾ ਗ੍ਰਾਸ ਤੇ ਬਲੂ ਗ੍ਰਾਮਾ ਗ੍ਰਾਸ, ਇਹ ਸਾਰੇ ਘਾਹ ਵੀ ਉੱਥੋਂ ਆਸਟ੍ਰੇਲੀਆ ਤੋਂ, ਅਮਰੀਕਾ ਤੋਂ, ਅਫਰੀਕਾ ਤੋਂ ਇੱਥੇ ਆਏ। ਇਹਨਾਂ ਫੌਜੀ ਘਾਵਾਂ ਇਥਾਵੀਂ ਪੁਰਾਣੀ ਹਰਿਆਲੀ ਦਾ ਖਾਤਮਾ ਕਰਕੇ ਪੰਜਾਬ ਨੂੰ ਵਲੈਤੀ ਸਬਜ਼ੇ ਦੀ ਲਪੇਟ ਵਿੱਚ ਦੇ ਦਿੱਤਾ, ਜਿਹੜਾ ਤੇਜ਼ਾਬੀ ਖਾਦਾਂ ਨਾਲ ਫਲਦਾ ਫੁੱਲਦਾ ਤੇ ਕੀੜੇ ਮਾਰ ਦਵਾਈਆਂ ਨਾਲ ਬਿਮਾਰੀ ਤੋਂ ਬਚੀ। ਹੁਣ ਇਹ ਜਿਹੜਾ ਨਵਾਂ ਸਬਜ਼ਾ ਆਇਆ ਸਾਰਾ ਸਾਡੇ ਪੁਰਾਣੇ ਸਬਜ਼ੇ ਦੀ ਥਾਂ, ਇਹਦੇ ਵਾਸਤੇ ਹੁਣ ਜ਼ਰੂਰੀ ਸੀ, ਜਿਵੇਂ ਬੀਂ ਆਏ ਇਸੇ ਤਰ੍ਹਾਂ ਜਿੰਨੀ ਹਰਿਆਲੀ ਸਬਜ਼ਾ ਗ੍ਰੀਨਰੀ ਆਈ, ਉਹ ਸਾਰੀ ਦੀ ਸਾਰੀ ਉਹਦੇ ਵਾਸਤੇ ਜ਼ਰੂਰੀ ਸੀ ਕਿ ਉਹਦੇ ਵਿੱਚ ਕੈਮੀਕਲ ਫਰਟੀਲਾਈਜ਼ਰ ਹੀ ਪੈਣਾ ਸੀ, ਉਹਦੇ ਵਿੱਚ ਪੈਸਟੀਸਾਈਡ ਹੀ ਪੈਣਾ ਸੀ, ਕਿਉਂਕਿ ਪੂਰਾ ਧਰਤੀ ਦਾ ਮੁਹਾਂਦਰਾ ਅੰਦਰੋਂ ਬਾਹਰ ਸਾਰਾ ਕੁਝ ਅਸੀਂ ਬਦਲ ਰਹੇ ਹਾਂ, ਬਦਲ ਵੀ ਦਿੱਤਾ ਹੈ ਹੁਣ ਉਹ ਪੰਜਾਬ ਰਿਹਾ ਨਾ ਸੀ ਉਹ ਪੰਜਾਬੀ ਜਿਨ੍ਹਾਂ ਲਈ ਦੁੱਧ ਨਿਰੀ ਮੁਕੰਮਲ ਗ਼ਜ਼ਾ ਨਹੀਂ ਸੀ, ਜਿਹਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਕਾਰਬੋਹਾਈਡਰੇਟ, ਪ੍ਰੋਟੀਨ, ਫੈਟ ਤੇ ਵਿਟਾਮਿਨਸ। ਦੁੱਧ ਦਾ ਪੰਜਾਬੀਆਂ ਵਿੱਚ ਇੰਜ ਆਦਰ ਕਿ ਉਹ ਇਹਨੂੰ ਰਤਨ ਤੇ ਨੂਰ ਰੱਖ, ਰਤਨ ਉਹ ਸਮੁੰਦਰ ਮੰਥਨ ਹਿੰਦੂ ਮਿਥੋਲੋਜੀ ਵਿੱਚ ਕਹਾਣੀ ਤੁਸੀਂ ਸੁਣੀ ਹੋਏਗੀ ਬਹੁਤ ਸਾਰੇ ਲੋਕਾਂ, ਕਿ ਉਹਦੇ ਵਿੱਚ ਦੁੱਧ ਦੇ ਸਮੁੰਦਰ ਨੂੰ ਰਿੜਕਦੇ ਨੇ ਤੇ ਵਿੱਚ 14 ਰਤਨ ਨਿਕਲਦੇ ਨੇ, ਤੇ ਉਸੇ ਤੋਂ ਸ਼ਾਇਦ ਇਹਨੂੰ ਰਤਨ ਆਖਦੇ ਹੋਣ। ਮੁਸਲਮਾਨਾਂ ਵਿੱਚ ਇਹਨੂੰ ਨੂਰ ਆਖਿਆ ਜਾਂਦਾ ਸੀ। ਨੂਰ ਜਿਹੜਾ ਹੈ ਰੱਬ ਨੂੰ ਕਹਿੰਦੇ ਨੇ ਕਿ ਨੂਰ ਸਮਾਵਾਤ ਵਲ ਅਰਜ਼, ਕਿ ਰੱਬ ਜਿਹੜਾ ਹੈ ਉਹ ਜ਼ਮੀਨ ਤੇ ਅਸਮਾਨ ਦਾ, ਕੁਰਾਨ ਵਿੱਚ ਲਿਖਿਆ ਕਿ ਰੱਬ ਜਿਹੜਾ ਹੈ ਉਹ ਜ਼ਮੀਨ ਤੇ ਅਸਮਾਨ ਦਾ ਨੂਰ ਹੈ, ਤੇ ਦੁੱਧ ਨੂੰ ਵੀ ਨੂਰ ਆਖਿਆ ਜਾਂਦਾ ਸੀ। ਇੱਥੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਇਹਦੇ ਵਿੱਚ ਕਿੰਨੀ ਬਰਕਤ ਸਮਝਦੇ ਹੋਣਗੇ ਲੋਕ। ਪਰ ਫਿਰ ਆਦਰ ਵੀ ਉਹਦਾ ਇਸੇ ਤਰ੍ਹਾਂ ਸੀ ਬਹੁਤ ਜ਼ਿਆਦਾ। ਦੁੱਧ ਲਾਪਰਵਾਹੀ ਨਾਲ ਜੇ ਜ਼ਾਇਆ ਹੋ ਜਾਂਦਾ ਤੇ ਇਹਨੂੰ ਨੂਰ ਦੀ ਬੇਹੁਰਮਤੀ ਤੇ ਬੇਕਦਰੀ ਮਿਥਿਆ ਜਾਂਦਾ। ਇਹਦੇ ਉੱਤਮ ਸੁਰਾਤ ਹੋਣ ਦੀ ਹੱਦ ਵੇਖੋ ਕਿ ਕਦੀ ਪੰਜਾਬੀ ਦੁੱਧ ਦੀ ਸਹੁੰ ਚੁੱਕਦੇ ਕਿ ਮੈਨੂੰ ਦੁੱਧ ਦੀ ਸਹੁੰ, ਆਪਣੇ ਆਪ ਨੂੰ ਸੱਚਾ, ਭਈ ਜੇ ਮੈਂ ਝੂਠ ਬੋਲਾਂ ਕੁਦਰਤ ਮੈਥੋਂ ਦੁੱਧ ਜੇ ਨਿਆਮਤ ਖਸ ਲਵੇ, ਕਿ ਕੁਦਰਤ ਐਡੀ ਵੱਡੀ ਨਿਆਮਤ ਹੈ ਦੁੱਧ, ਜੇ ਮੈਂ ਝੂਠ ਬੋਲਾਂ। ਵੈਸੇ ਤੁਸੀਂ ਦੇਖੋ ਕਿ ਝੂਠ ਬੋਲਣਾ ਔਰ ਸੱਚ, ਕਿ ਲੋਕ ਕਿੰਨਾ ਜ਼ਿਆਦਾ ਝੂਠ ਬੋਲਣਾ ਕਿੰਨਾ ਸਮਝਦੇ ਸਨ ਬੁਰਾ ਹੈ, ਕਿ ਉਹ ਦੁੱਧ ਜੇ ਨਿਆਮਤ ਜਿਹਦੀ ਉਹ ਇੰਨੀ ਕਦਰ ਕਰਦੇ ਨੇ, ਜਿਹਨੂੰ ਨੂਰ ਤੇ ਰਤਨ ਕਹਿੰਦੇ ਨੇ, ਕਿ ਉਹ ਮੇਰੇ ਕੋਲ ਖੁਸ਼ ਹੈ ਜੇ ਮੈਂ ਝੂਠ ਬੋਲਾਂ। ਕਿਉਂਕਿ ਨਾ ਬੇਅਦਬ ਬੇਨਸੀਬ, ਜਿਹਨੇ ਦੁੱਧ ਦੀ ਬੇਅਦਬੀ ਕੀਤੀ ਉਹ ਫਿਰ ਬੇਨਸੀਬ ਰਵੇ। ਦੁੱਧ ਵਿੱਚ ਮਿਲਾਵਟ ਨੂੰ ਬਹੁਤ ਮੰਦਾ ਸਮਝਿਆ ਜਾਂਦਾ, ਜਿੱਥੇ ਅੱਜ ਹਾਲਤ ਹੈ ਕਿ ਦੁੱਧ ਅਸਲੀ ਤੇ ਜਾਲੀ। ਅਸਲੀ ਦੁੱਧ ਮੱਝਾਂ ਗਾਵਾਂ ਦਿੰਦੀਆਂ ਤੇ ਜਾਲੀ ਦੁੱਧ ਧੋਖੇਬਾਜ਼ ਕਾਰੋਬਾਰੀ ਹੱਥੀਂ ਬਣਾਉਂਦੇ। ਅਸਲੀ ਦੁੱਧ ਵੀ ਖਾਲਸ ਨਹੀਂ ਮਿਲਦਾ। ਹੁਣ ਅਸਲੀ ਦੁੱਧ ਵੀ ਜਿਹੜਾ ਨਾ ਉਹ ਵੀ ਖਾਲਸ ਨਹੀਂ ਮਿਲਦਾ, ਜਿਹਦੇ ਵਿੱਚ ਵੇਚਣ ਤੋਂ ਅਗੋਂ ਪਾਣੀ ਪਾਇਆ ਜਾਂਦਾ, ਅਗਲਿਆਂ ਕਰੀਮ ਪਹਿਲਾਂ ਹੀ ਕੱਢੀ ਹੋਵੇ। 30 ਤੋਂ 40% ਦੁੱਧ ਵਿੱਚ ਵਾਧੇ ਲਈ ਮੱਝਾਂ ਗਾਵਾਂ ਨੂੰ ਆਕਸੀਟੋਸਿਨ ਤੇ ਵਾਈਨ ਜੇ ਹਾਰਮੋਨਸ ਦੇ ਟੀਕੇ ਲਾਏ ਜਾਂਦੇ। ਦੁੱਧ ਚੋਣ ਤੋਂ ਲੈ ਕੇ ਵੇਚਣ ਦੀ ਫਰੈਸ਼ ਰੱਖਣ ਲਈ ਦੁੱਧ ਦੀ ਉਹਦੇ ਵਿੱਚ ਹਾਈਡਰੋਜਨ ਪਰਆਕਸਾਈਡ ਤੇ ਫਾਰਮਾਲੀਨ ਵਰਗੇ ਕੈਮੀਕਲਸ ਮਿਲਾ ਦਿੰਦੇ। ਪਤਲੇ ਪਾਣੀ ਦੁੱਧ ਨੂੰ ਸੰਘਣਾ ਕਰਨ ਲਈ ਵਿੱਚ ਸਟਾਰਚ ਘੋਲਦੇ। ਬੇਈਮਾਨਾਂ ਦੀ ਕਾਰੀਗਰੀ ਲੈਕਟੋਮੀਟਰ ਨੂੰ ਫੇਲ ਕਰਦੀ। ਲੈਕਟੋਮੀਟਰ ਨਾਲ ਉਹ ਵੇਖਦੇ ਨੇ ਕਿ ਦੁੱਧ
ਦੇ ਵਿੱਚ ਫੈਟ ਕਿੰਨਾ ਜਾਂ ਦੁੱਧ 'ਚ ਕੋਈ ਮਿਲਾਵਟ ਤਾਂ ਨਹੀਂ ਹੋਈ। ਹੁਣ ਉਹ ਲੈਕਟੋਮੀਟਰ ਨੂੰ ਪਤਾ ਹੀ ਨਹੀਂ ਲੱਗਦਾ, ਇਸ ਤਰ੍ਹਾਂ ਦਾ ਕੋਈ ਉਹਨਾਂ ਨੇ ਤਰੀਕਾ ਕੀਤਾ ਹੈ। ਜਾਲੀ ਦੁੱਧ, ਬਨਾਸਪਤੀ ਘਿਓ, ਸੰਘਾੜੇ ਦਾ ਆਟਾ ਤੇ ਯੂਰੀਆ ਖਾਦ ਵਿੱਚ ਥੋੜਾ ਜਿਹਾ ਅਸਲੀ ਦੁੱਧ ਪਾ ਕੇ ਬਣਾਉਂਦੇ, ਜਿਹਦੇ ਵਿੱਚ ਝੱਗ ਵਾਸ਼ਿੰਗ ਪਾਊਡਰ ਦੀ ਹੋਵੇ ਤੇ ਸੋਡੀਅਮ ਬਾਈਕਾਰਬੋਨੇਟ ਇਹਨੂੰ ਗਾੜਾ ਕਰੇ। ਸੁੱਕੇ ਦੁੱਧ ਬਾਰੇ ਤੇ ਹੁਣ ਆਪੇ ਦੱਸਦੇ, ਇਹ ਦੁੱਧ ਹੈ ਹੀ ਨਹੀਂ, ਇਹ ਵਾਈਟਨਰ ਹੈ। ਡੇਅਰੀ ਫਾਰਮਾਂ ਵਿੱਚ ਸਾਹੀਵਾਲ, ਧੰਨੀ, ਚੋਲਸਤਾਨੀ, ਲੋਹਾਨੀ, ਸੁਰਖ ਸਿੰਧੀ, ਖਰੀ ਤੇ ਭਾਗਨਾਰੀ ਗਾਵਾਂ ਦੀ ਹਾਲੈਂਡ, ਆਸਟ੍ਰੇਲੀਆ, ਅਮਰੀਕਾ ਤੇ ਬ੍ਰਾਜ਼ੀਲ ਤੋਂ ਆਈਆਂ ਨਸਲਾਂ ਨਾਲ ਕ੍ਰਾਸ ਬਰੀਡਿੰਗ ਹੋ ਰਹੀ। ਹੁਣ ਨਰ ਮਾਦਾ ਦਾ ਮਿਲਾਪ ਨਾ ਹੋਵੇ, ਡੰਗਰ ਡਾਕਟਰ ਨੂੰ ਫੀਸ ਦੇ ਕੇ ਬੀਰ ਖਾਇਆ ਜਾਏ। ਇੱਕ ਵੇਲੇ 20-25 ਲੀਟਰ ਦੁੱਧ ਦੇਣ ਵਾਲੀ ਗਾਂ ਕੀ ਮਾਸ ਤੇ ਹੱਡੀਆਂ ਆਪਣੇ ਤੋਂ ਵੱਡਾ ਹਿਵਾਨਾ ਚੁੱਕਿਆ ਹੋਵੇ। ਦੁੱਧ ਦਾ ਰੰਗ ਅੱਜ ਵੀ ਚਿੱਟਾ, ਭਾਵੇਂ ਵਿੱਚ ਤਾਕਤ ਨਾ ਤਸਵੀਰ। ਮੱਖਣ, ਲੱਸੀ ਤੇ ਦੁੱਧ, ਦਹੀਂ ਛੁੱਟਦਾ ਜਾ ਰਿਹਾ। ਮਸ਼ੀਨੀ ਘਿਓ ਤੇ ਤੇਲ ਵਿੱਚ ਖਾਣੇ ਨਹੀਂ, ਬਿਮਾਰੀਆਂ ਪੱਕਦੀਆਂ। ਹੁਣ ਕੋਈ ਗੱਭਰੂ ਜਵਾਨ ਕਿਸੇ ਅਲੜ ਮੁਟਿਆਰ ਨੂੰ ਇਹ ਕਹਿਣ ਜੋਗਾ ਨਹੀਂ, ਤੇਰੇ ਮੁਖ ਤੇ ਮਲਾਈਆਂ ਆਈਆਂ, ਨੀ ਕੱਚਾ ਦੁੱਧ ਪੀਣ ਵਾਲੀ। ਆਮ ਪੰਜਾਬੀਆਂ ਬਾਰੇ ਗੱਲ ਬਣੀ ਹੋਈ ਕਿ ਇਹ ਗੋਸ਼ਤ ਉਦੋਂ ਖਾਂਦੇ ਜਦੋਂ ਕੁੱਕੜਾਂ ਨੂੰ ਬਿਮਾਰੀ ਪਵੇ ਜਾਂ ਬੰਦਾ ਆਪ ਬਿਮਾਰ ਹੋ। ਜਦੋਕਾ ਪੋਲਟਰੀ ਫਾਰਮ ਬਣੇ, ਪੰਜਾਬੀ ਗੋਸ਼ਤ ਖੋਰ ਹੋ ਗਏ। ਕਿਹੜੀ ਡਿਸ਼ ਜਿਹਦੇ ਵਿੱਚ ਚਿਕਨ ਨਾ ਪਵੇ, ਖਾ ਖਾ ਪੰਜਾਬੀ ਆਪ ਫੁੱਲ ਕੇ ਬ੍ਰਾਇਲਰ ਹੋ ਰਹੇ। ਇਹ ਉਹੀ ਦੇਸ਼ ਜਿੱਥੇ ਪਹਿਲਾਂ ਹਰ ਘਰ ਵਿੱਚ ਹਰ ਵੇਲੇ ਸਾਲਣ ਨਾ ਪਕਦਾ। ਰੁੱਖੀ ਸੁੱਕੀ ਖਾ ਕੇ ਗੁਜ਼ਾਰਾ ਕਰਨ ਵਾਲੇ ਲੋਕ ਚਟਨੀ, ਅਚਾਰ, ਗੁੜ ਤੇ ਸ਼ੱਕਰ ਨਾਲ ਰੋਟੀ ਖਾ ਲੈਂਦੇ। ਮਿਰਚ ਮਸਾਲੇ ਤੋਂ ਚਾਲੂ ਅੰਬ ਤੇ ਖਰਬੂਜ਼ੇ ਨਾਲ ਟੁੱਕਰ ਦੀ ਬੁਰਕੀ ਮੂੰਹ ਵਿੱਚ ਪਾਉਂਦੇ। ਜਦੋਂ ਗੋਸ਼ਤਖੋਰ ਬਾਬਰ ਬਾਦਸ਼ਾਹ ਦੌਲਤਮੰਦ ਪੰਜਾਬ ਨੂੰ ਲੁੱਟਣ ਆਇਆ, ਉਹ ਵੇਖ ਕੇ ਹੈਰਾਨ ਹੋਇਆ ਕਿ ਇੱਥੋਂ ਦੇ ਵਸਨੀਕ ਅਨਾਜ ਨਾਲ ਅਨਾਜ ਖਾਂਦੇ। ਹਰ ਘਰ ਵਿੱਚ ਮੈਂ ਦੱਸਿਆ ਨਾ ਕਿ ਸਾਲਣ ਪੱਕਦਾ ਵੀ ਨਹੀਂ ਸੀ ਅਸੀਂ, ਤੇ ਅਨਾਜ ਨਾਲ ਅਨਾਜ, ਸਬਜ਼ੀ ਨਾਲ ਖਾ ਲਿਆ, ਕਿਸੇ ਫਲ ਦੇ ਨਾਲ ਰੋਟੀ ਨੂੰ ਖਾ ਲਿਆ, ਤੇ ਗੁਆਂਢੀਆਂ ਕੋਲ ਮੰਗ ਕੇ ਖਾ ਲਿਆ। ਇੰਝ ਵੀ ਹੁੰਦਾ ਸੀ, ਸਾਲਣ ਮੰਗਣ ਦਾ ਰਿਵਾਜ ਵੀ ਸੀ। ਕੋਈ ਚੰਗਾ ਸਾਲਣ ਲੋਕ ਪਕਾਉਂਦੇ ਸਨ ਤੇ ਗੁਆਂਢੀਆਂ ਨੂੰ ਵੈਸੇ ਵੀ ਦੇ ਦਿੰਦੇ ਸਨ। ਬਾਹਲੀ ਰੋਟੀ ਖਾਣ ਵਾਲੇ ਨੂੰ ਇੱਥੇ ਚੰਗਾ ਨਾ ਸਮਝ। ਪੰਜਾਬ ਵਿੱਚ ਜਿਹੜਾ ਬੰਦਾ ਬਹੁਤੀ ਰੋਟੀ ਖਾਂਦਾ ਸੀ ਉਹਨੂੰ ਕੋਈ ਚੰਗਾ ਨਹੀਂ ਸੀ ਸਮਝਿਆ ਜਾਂਦਾ, ਉਹਨੂੰ ਟੁਕਰੇਲ ਕਹਿੰਦੇ ਸਨ, ਟੁਕਰੇਲ। ਔਰ ਅਕਸਰ ਉਹ ਢਿੱਡਲ ਹੁੰਦਾ ਸੀ, ਉਹਦਾ ਢਿੱਡ ਵਧਿਆ ਹੁੰਦਾ ਸੀ, ਤੇ ਕਹਿੰਦੇ ਸਨ ਕਿ ਇਹ ਟੁਕਰੇਲ, ਬਾਹਲੀ ਰੋਟੀ ਖਾਂਦਾ। ਤੇ ਜਿਹੜਾ ਚੰਗਾ ਖਾਣਾ ਖਾਂਦਾ ਸੀ ਉਹਨੂੰ ਖਵੱਕਾ ਕਹਿੰਦੇ ਸਨ, ਖੁਸ਼ ਖੁਰਾਕ, ਖਵੱਕਾ। ਪੁਰਾਣੇ ਵੇਲੇ ਪੰਜਾਬ ਵਿੱਚ ਲੋਕ 2 ਵੇਲੇ ਖਾਣਾ ਖਾਂਦੇ, 3 ਵੇਲੇ ਕਦੀ ਖਾਣਾ ਨਹੀਂ ਸੀ ਪੰਜਾਬ ਵਿੱਚ ਲੋਕਾਂ ਦੇ, 2 ਵੇਲੇ ਹੀ ਖਾਂਦੇ ਸਨ। ਔਰ ਹਕੀਮ ਕਹਿੰਦੇ ਸਨ ਕਿ ਭੁੱਖ ਰੱਖ ਕੇ ਖਾਓ। ਭਰੇ ਪੇਟ ਨੂੰ ਬਿਮਾਰੀ ਦਾ ਘਰ ਸਮਝਦੇ ਸਨ। ਹਕੀਮ ਲੁਕਮਾਨ ਦੇ ਅਕਸਰ ਹਵਾਲੇ ਦਿੱਤੇ ਜਾਂਦੇ ਸਨ ਕਿ ਹਕੀਮ ਲੁਕਮਾਨ ਨੇ ਆਖਿਆ ਕਿ ਜੇ ਸਵੇਰ ਦੇ ਵੇਲੇ ਜਿਹੜਾ ਬੰਦਾ ਸਵੇਰ ਦੇ ਵੇਲੇ ਜਿਹੜਾ ਬੰਦਾ ਦਹੀਂ ਖਾਂਦਾ ਹੈ, ਉਹ ਕਹਿੰਦਾ ਮੈਂ ਹੈਰਾਨ ਹਾਂ ਕਿ ਉਹਨੂੰ ਮੌਤ ਕਿਵੇਂ ਆਉਂਦੀ। ਔਰ ਸ਼ਾਮ ਵੇਲੇ ਜਿਹੜਾ ਦਹੀਂ ਖਾਂਦਾ ਹੈ, ਉਹ ਕਹਿੰਦਾ ਸੀ ਕਿ ਮੈਂ ਹੈਰਾਨ ਹਾਂ ਕਿ ਮਰਦਾ ਕਿਉਂ ਨਹੀਂ, ਜ਼ਿੰਦਾ ਕਿਉਂ ਨਹੀਂ। ਕਿ ਲੋਕ ਕਿਸ ਵੇਲੇ ਕੀ ਖਾਣਾ ਹੈ। ਜਿਹੜਾ ਤਰਬੂਜ਼ ਹੈ, ਦਵਾਣਾ ਹੈ, ਸ਼ਾਮ ਦੇ ਵੇਲੇ ਨਹੀਂ ਸਨ ਕਹਿੰਦੇ ਬਜ਼ੁਰਗ ਕਿ ਨਾ ਖਾਓ। ਦਿਨ ਵੇਲੇ ਕੀ ਖਾਣਾ ਹੈ, ਸਵੇਰੇ ਕੀ ਖਾਣਾ ਹੈ, ਹਰ ਵੇਲੇ ਇਹ ਖਾਣਾ ਚਾਹੀਦਾ ਹੈ, ਨਹੀਂ ਖਾਣਾ ਚਾਹੀਦਾ, ਇਹਦੇ ਨਾਲ ਇਹ ਖਾਣਾ, ਇਸ ਤੋਂ ਬਾਅਦ ਇਹ ਖਾਣਾ। ਇਹ ਪੂਰਾ ਸਿਆਣਪ ਹੁੰਦੀ ਸੀ ਬਜ਼ੁਰਗਾਂ ਦੀ। ਹਰ ਬਜ਼ੁਰਗ ਜਿਹੜਾ ਹੁੰਦਾ ਸੀ, ਹਰ ਮਾਈ, ਹਰ ਬਾਬਾ, ਉਹਦੇ ਕੋਲ ਕੋਈ ਨੁਸਖੇ ਹੁੰਦੇ ਸਨ, ਟੋਟਕੇ ਹੁੰਦੇ ਸਨ। ਸੌਂਫ, ਆਪਣਾ ਹਿੰਗ, ਫਟਕੜੀ, ਇਸ ਤਰ੍ਹਾਂ ਦੀ ਜਵੈਣ, ਅਰਕ, ਉਹਨਾਂ ਦੇ ਨਾਲ ਕੋਈ ਨਾ ਕੋਈ ਉਹ ਕਹਿੰਦੇ ਸਨ ਕਿ ਇਹ ਖਾ ਲਵੋ ਜੇ ਹਜ਼ਮ ਨਹੀਂ ਹੋਈ। ਦਵਾਈ ਨਹੀਂ ਸਨ ਲੋਕ ਲੈਂਦੇ, ਕੋਈ ਫੱਕੀ ਖਾ ਲਓ ਤੇ ਫਿਰ ਇਹ ਖਾਓ, ਇਹ ਨਾ ਖਾਓ, ਇਸ ਵੇਲੇ ਇਹ ਖਾਓ, ਇਸ ਵੇਲੇ ਇਹ ਨਾ ਖਾਓ। ਸਿਆਣੇ ਨਵੇਂ ਬਾਲਾਂ ਨੂੰ ਇਹ ਦੱਸਦੇ ਸਨ। ਸਫਾਈ ਦਾ ਸਬਕ ਦਿੰਦਿਆਂ ਬਜ਼ੁਰਗਾਂ ਕਹਿਣਾ ਕਿ ਪਾਣੀ ਪੀਵੀਏ ਪੁਣ ਕੇ ਤੇ ਪੀਰ ਫੜੀਏ ਚੁਣ ਕੇ।
ਪੀਰਾਂ ਫਕੀਰਾਂ ਸਬਰ ਤੇ ਸ਼ੁਕਰ ਦੀ ਤਕੀਦ ਕਰਨੀ। ਉੱਥੇ ਅੱਜ ਡਾਕਟਰ ਕਹਿ ਰਹੇ ਕਿ ਝਟ ਖਾਓ, ਹੁਣ ਡਾਕਟਰ ਕਹਿੰਦੇ ਨਹੀਂ ਝਟ ਖਾਓ। ਪਹਿਲੇ ਉਹ ਜਿਹੜੇ ਸਨ ਉਹ ਸਬਰ ਸ਼ੁਕਰ, ਥੋੜਾ ਖਾਓ, ਭੁੱਖ ਰੱਖ ਕੇ ਖਾਓ। ਕੈਰੀਅਰ ਲਈ ਦੌੜਦਿਆਂ ਹਰ ਵੇਲੇ ਹੁਣ ਭੁੱਖ ਲੱਗੀ ਰਹੇ, ਹਰ ਵੇਲੇ ਕੈਰੀਅਰ ਦੀ ਫਿਕਰ, ਹਰ ਵੇਲੇ ਭੁੱਖ ਲੱਗੀ ਹੁੰਦੀ ਹੈ। ਕਬਜ਼ ਦਾ ਢਿੱਡ ਗੰਦ ਮੰਦ ਨਾਲ ਭਰਦੇ ਰਹੀਏ, ਭਰਦੇ ਜਾਈਏ ਹਰ ਵੇਲੇ ਨਾ। ਸੁੱਖ ਚੈਨ ਦੀਆਂ ਘੜੀਆਂ ਹੁਣ ਵਾਸ਼ਰੂਮ ਵਿੱਚ ਗੁਜ਼ਰਨ, ਕਿਉਂ ਜੇ ਬੇਜਾਨ ਜਿਸਮਾਂ ਹਰ ਵੇਲੇ ਪਰੇਸ਼ਾਨੀਆਂ ਦੇ ਪਹਾੜ ਚੁੱਕੇ ਹੁੰਦੇ। ਬਹੁਤ ਸਾਰੇ ਘਰਾਂ ਦੇ ਵਿੱਚ ਮੈਂ ਹੁਣ ਵੇਖਿਆ ਕਿ ਜਿਹੜੇ ਵਾਸ਼ਰੂਮ ਨੇ ਉਹ ਬਹੁਤ ਉਹਨਾਂ ਤੇ ਪੈਸੇ ਲਾਏ ਜਾਂਦੇ ਨੇ। ਇੱਕ ਪਿੱਛੇ ਜੇ ਮੈਂ ਵਾਸ਼ਰੂਮ ਕਿਸੇ ਦੇ ਘਰ ਵੇਖਿਆ, ਵਿੱਚ ਟੀਵੀ ਵੀ ਪਿਆ ਸੀ ਔਰ ਗਰਮੀਆਂ ਵਾਸਤੇ 에ਅਰ ਕੰਡੀਸ਼ਨਰ ਵੀ ਸੀ ਔਰ ਸਰਦੀਆਂ ਵਾਸਤੇ ਹੀਟਰ ਵੀ ਸੀ ਉਹਦੇ ਵਿੱਚ ਲੱਗਾ। ਹੁਣ ਲੋਕ ਵਾਸ਼ਰੂਮਾਂ ਵਿੱਚ ਬਹਿ ਕੇ ਅਖਬਾਰਾਂ ਪੜ੍ਹਦੇ ਨੇ, ਸਿਗਰਟ ਪੀਂਦੇ ਨੇ, ਐਵੇਂ ਸਕੂਨ ਦੀ ਥਾਂ ਹੈ, ਚੈਨ ਉੱਥੇ ਉਹਨਾਂ ਨੂੰ ਆਉਂਦਾ ਹੈ। ਪੁਰਾਣੇ ਵੇਲਿਆਂ ਵਿੱਚ ਇੰਝ ਨਹੀਂ ਸੀ ਕਿ ਤੁਸੀਂ ਇੱਕ ਹਾਜਤ ਤੇ ਉਹ ਪੂਰੀ ਕੀਤੀ, ਬਾਕੀ ਜ਼ਿੰਦਗੀ ਦੇ ਵਿੱਚ ਤੁਸੀਂ ਚੱਲ ਫਿਰ ਹੁੰਦੇ ਸੀ। ਪੰਜਾਬ ਭਾਵੇਂ ਇੰਡਸਟਰੀਅਲਾਈਜ਼ ਨਹੀਂ ਹੋਇਆ, ਪਰ ਵੈਸਟਰਨਾਈਜ਼ਡ ਹੋ ਕੇ ਕਾਰਪੋਰੇਟ ਫੂਡ ਸਿਸਟਮ ਤਹਿਤ ਚੱਲ ਗਿਆ। ਕਾਰੋਬਾਰ ਵਿੱਚ ਨਫਾ ਨੁਕਸਾਨ ਵੇਖਿਆ ਜਾਂਦਾ, ਇਨਸਾਨੀ ਸਿਹਤ ਦੀ ਪਰਵਾਹ ਕਿਵੇਂ ਹੋਵੇ। ਪੋਲਟਰੀ ਡਾਈਟ, ਕਾਊ ਫੈਟਨਿੰਗ ਫਾਰਮੂਲੇ ਤੇ ਫਿਸ਼ ਫੂਡ ਵਿੱਚ ਕੀ ਮਿਲਾਵਟਾਂ ਤੇ ਕੀ ਕਪੜੇ ਪਰਖਣ ਪਰੋਲਣ ਦੀ ਇਜਾਜ਼ਤ ਨਹੀਂ। ਕਾਨੂੰਨ ਦੀ ਹਾਕਮੀ ਨਾ ਮਜ਼ਬੂਤ ਅਦਾਰੇ, ਹੱਕਾਂ ਤੇ ਫਰਜ਼ਾਂ ਦੀ ਸਮਝ ਨਾ ਪੂਰੀ ਪੜਤ ਗੁੜਤ। ਹੁਣ ਵੇਖੋ ਚੀਜ਼ਾਂ ਤੇ ਆ ਗਈਆਂ ਸਾਡੇ ਇੱਥੇ, ਪਰ ਨਾ ਕਾਨੂੰਨ ਬਣੇ ਨੇ, ਨਾ ਉਹਨਾਂ ਕੋਈ ਅਥਾਰਟੀ ਜਿਹੜੀ ਉਹਨਾਂ ਨੂੰ ਕੋਈ ਚੈੱਕ ਹੋਵੇ ਉਹਨਾਂ ਦੇ ਉੱਤੇ। ਪਰ ਅਸੀਂ ਉਹ ਇੱਕ ਜਿਹੜੀ ਪੂਰਾ ਸਿਸਟਮ ਹੈ ਜਿਹੜਾ ਨਵਾਂ ਫੂਡ ਸਿਸਟਮ, ਉਹਦਾ ਹੁਣ ਹਿੱਸਾ ਬਣ ਚੁੱਕੇ ਹਾਂ। ਗਲੋਬਲ ਵਿਲੇਜ ਵਿੱਚ ਅਸੀਂ ਰਹਿ ਰਹੇ ਹਾਂ, ਅਸੀਂ ਉਹਨੂੰ ਰੋਕ ਨਹੀਂ ਸਕਦੇ। ਫਾਸਟ ਫੂਡ ਦੇ ਚਸਕੋਰਿਆਂ ਨੂੰ ਕੀ ਖਬਰ ਕਿ ਜੀਐਮਓ ਜੈਨੇਟਿਕਲੀ ਮੋਡੀਫਾਈਡ ਆਰਗੈਨਿਜ਼ਮ ਵਿੱਚ ਇਹ ਜਿਹੜਾ ਜੀਐਮਓ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਮੈਨੂੰ ਦੱਸਿਆ ਗਿਆ ਹੈ, ਕਿਸੇ ਨੇ ਦੱਸਿਆ ਕਿ ਜਿਹੜੀ ਐਨੀਮਲ ਕਿੰਗਡਮ ਹੈ ਉਹਦਾ ਪਲਾਂਟ ਕਿੰਗਡਮ ਨਾਲ ਰੇਪ ਹੋ ਰਿਹਾ। ਰੇਪਿਸਟ ਮਾਈਂਡਸੈਟ ਵਿੱਚ ਹਲਾਲ ਹਰਾਮ ਤੇ ਜਾਇਜ਼ ਨਜਾਇਜ਼ ਚ ਹੁਣ ਕੀ ਤਮੀਜ਼। ਯੰਗ ਜਨਰੇਸ਼ਨ ਜਿਮ ਜੁਆਇਨ ਕਰਨ ਲਈ ਕਾਹਲੀ, ਜਿੱਥੇ ਕੰਧਾਂ ਤੇ ਲੱਗੇ ਗਰੋਥ ਹਾਰਮੋਨਸ, ਫੂਡ ਸਪਲੀਮੈਂਟਸ ਤੇ એનર્ਜੀ ਡਰਿੰਕਸ ਦੇ ਇਸ਼ਤਿਹਾਰ ਨਵੇਂ ਆਇਆਂ ਨੂੰ ਅੱਖਾਂ ਮਾਰਦੇ, ਸੋਚਾਂ ਤੇ ਸੈਕਸ ਸਵਾਰ ਕਰਕੇ ਬਨਾਵਟੀ ਜਵਾਨੀ ਦਾ ਵਿਖਾਲਾ। ਮੋਬਾਈਲ ਫੋਨ, ਇੰਟਰਨੈਟ ਤੇ ਲੈਪਟਾਪ ਅੰਡਰ ਡਿਵੈਲਪਡ ਇਲਾਕੇ ਦੀ ਕੰਜ਼ਿਊਮਰ ਸੁਸਾਇਟੀ ਨੂੰ ਸਹੂਲਤ ਭਾਵੇਂ ਦਿੱਤੀ, ਪਰ ਪਰੇਸ਼ਾਨ ਵੀ ਬਹੁਤ ਕੀਤਾ। ਇਨਕਮ ਥੋੜੀ, ਬ੍ਰਾਂਡਡ ਸ਼ਾਪਿੰਗ ਹੁਣ ਮੁਸ਼ਕਲ ਹੋ ਗਈ। ਪੰਜਾਬ ਦੀ ਸਾਦੀ ਰਹਿਤਲ ਮਹਿੰਗੇ ਫੈਸ਼ਨਾਂ ਉਧਾਰ ਲਈ। ਕਾਰਪੋਰੇਟ ਫੂਡ ਸਿਸਟਮ ਜ਼ਮੀਨ ਦੀ ਪੈਦਾਵਾਰ ਉੱਤੇ ਪਲਦਾ, ਜਿਹਦੇ ਲਈ ਗ੍ਰੀਨ ਰੈਵੋਲੂਸ਼ਨ ਦਾ ਨਾਰਾ ਲੱਗਾ। ਇਹ ਵੇਲਾ ਪਾਕਿਸਤਾਨੀ ਪੰਜਾਬ ਅਮਰੀਕੀ ਇਮਦਾਦ ਨਾਲ 60 ਦੀ ਦਿਹਾਈ ਵਿੱਚ ਵੇਖਿਆ, ਜਦੋਂ ਇੱਥੇ ਹਾਈ ਯੀਲਡਸ ਵੈਰਾਈਟੀਜ਼, ਕੈਮੀਕਲ ਫਰਟੀਲਾਈਜ਼ਰ ਤੇ ਟਿਊਬਲ ਇਰੀਗੇਸ਼ਨ ਹੈ। ਅੰਗਰੇਜ਼ਾਂ ਦੇ ਪਾਲਤੂ ਹਾਕਮ ਨਵੇਂ ਸਾਮਰਾਜ ਅਮਰੀਕਾ ਦੀ ਸਿਫਤ ਕਰਦਿਆਂ ਕਹਿਣ, ਜਿਹਦਾ ਖਾਈਏ ਉਹਦਾ ਗਾਈਏ। ਦੂਜੇ ਦੇਸ਼ਾਂ ਤੋਂ ਪਹਿਲੇ ਵੀ ਪੰਜਾਬ ਵਿੱਚ ਬੂਟੇ ਤੇ ਬੀ ਆਉਂਦੇ ਰਹੇ, ਖਜੂਰ ਅਰਬ ਤੋਂ ਤੇ ਕਿੰਨੇ ਖੁਸ਼ਕ ਮੇਵੇ ਈਰਾਨ ਤੋਂ, ਤਰਬੂਜ਼ ਤੇ ਖਰਬੂਜ਼ੇ ਸੈਂਟਰਲ ਏਸ਼ੀਆ ਤੋਂ, ਬਾਂਸ ਬਰਮਾ ਤੋਂ। ਜਿਹੜਾ ਇੱਥੋਂ ਦਾ ਪੁਰਾਣਾ ਖਰਬੂਜ਼ਾ ਸੀ, ਖਰਬੂਜ਼ੇ ਵਰਗਾ ਜਿਹੜਾ ਫਲ ਸੀ ਇੱਥੇ, ਜਿਹੜਾ ਵੱਲ ਨਾਲ ਹੁੰਦਾ ਸੀ, ਖਾਸ ਤੌਰ ਤੇ ਬਾਹਰ ਦੇ ਇਲਾਕੇ ਵਿੱਚ, ਉਹਨੂੰ ਰਿੰਡੀ ਆਖਿਆ ਜਾਂਦਾ ਸੀ। ਉਹ ਛੋਟਾ ਜਿਹਾ ਹੁੰਦਾ ਸੀ ਪਰ ਬੜਾ ਮਿੱਠਾ ਹੁੰਦਾ ਸੀ। ਇਸੇ ਜਿਹੜਾ ਤਰਬੂਜ਼ ਵਰਗਾ ਜਿਹੜਾ ਇੱਥੇ ਪੁਰਾਣਾ ਫਲ ਸੀ ਸਾਡੇ ਬਾਹਰ ਦੇ ਇਲਾਕੇ ਦੇ ਵਿੱਚ, ਉਹਨੂੰ ਕਾਲਕ ਆਖਿਆ ਜਾਂਦਾ ਸੀ। ਉਹ ਫਲ ਵੀ ਸੀ ਤੇ ਸਬਜ਼ੀ ਵੀ। ਉਹਨੂੰ ਪਕਾਉਂਦੇ ਵੀ ਸਨ, ਜਦੋਂ ਕੱਚਾ ਹੁੰਦਾ ਸੀ ਉਹ ਕੱਚਾ ਸਬਜ਼ੀ ਸੀ, ਤੇ ਜਦੋਂ ਪੱਕ ਜਾਂਦਾ ਸੀ ਤੇ ਫਲ ਹੋ ਜਾਂਦਾ ਸੀ।
ਬਲਖੀ ਤਮਾਕੂ ਤੇ ਕਾਬਲੀ ਚਨੇ ਅਸਾਂ ਸੁਣੇ ਹੋਏ, ਪਰ ਇਹਨਾਂ ਸਾਰੇ ਦੇਸ਼ਾਂ ਦੀ ਜ਼ਮੀਨ ਸਾਡੀ ਜ਼ਮੀਨ ਨਾਲ ਰਲਦੀ ਮਿਲਦੀ। ਸਾਡੀ ਮਹਿਰਾ, ਰੋਈ, ਛੰਭ, ਰੇਤਲੀ ਭਾਵੇਂ ਪਥਰੀਲੀ ਜ਼ਮੀਨ, ਉਹ ਚੀਕਨੀ ਜਿਹਨੂੰ ਪੀਐਚ ਸਕੇਲ ਦੇ ਹਿਸਾਬ ਨਾਲ ਅਲਕਲਾਈਨ ਆ। ਪੀਐਚ ਇੱਕ ਸਕੇਲ ਹੈ, ਪਤਾ ਹੋਏਗਾ ਬਹੁਤ ਸਾਰੇ ਸੱਜਣਾ ਸਾਥੀਆਂ ਨੂੰ, ਕਿ ਉਹਦੇ 14 ਲੈਵਲ ਹੁੰਦੇ ਨੇ। ਜਦੋਂ 7 ਤੇ ਉਹ ਨਿਊਟਰਲ ਹੁੰਦਾ, ਤੇ ਜੇ 7 ਤੋਂ ਥੱਲੇ ਹੋਵੇ ਤੇ ਉਹ ਐਸਿਡਿਕ ਹੁੰਦਾ, ਤੇ ਜੇ 7 ਤੋਂ ਉੱਤੇ ਹੋਵੇ ਤੇ ਅਲਕਲਾਈਨ। ਤੇ ਸਾਡੀ ਜਿਹੜੀ ਜ਼ਮੀਨ ਇੱਥੋਂ ਦੀ ਧਰਤੀ ਹੈ ਇਹ ਅਲਕਲਾਈਨ, ਚੀਕਨੀ ਮਿੱਟੀ ਹੈ ਸਾਡੀ। ਅਮਰੀਕੀ ਜ਼ਮੀਨ ਜਿਹੜੀ ਉਹ ਭੁਰਭਰੀ ਹੈ, ਜਿਹੜੀ ਜਿਹਨੂੰ ਐਸਿਡਿਕ ਜਾਂ ਤੇਜ਼ਾਬੀ ਵੀ ਅਸੀਂ ਕਹਿੰਦੇ ਹਾਂ, ਉਹ ਭੁਰਭਰੀ ਜ਼ਮੀਨ ਹੈ, ਐਸਿਡਿਕ। ਦੋਨਾਂ ਜ਼ਮੀਨਾਂ ਦੇ ਵੱਡੇ ਗਜ਼ਾਈ ਮਾਦੇ ਜਿਹੜੇ ਨੇ ਮੈਕਰੋ ਨਿਊਟ੍ਰੀਐਂਟਸ, ਤੇ ਨਿੱਕੇ ਗਜ਼ਾਈ ਮਾਦੇ ਮਾਈਕਰੋ ਨਿਊਟ੍ਰੀਐਂਟਸ ਦੀ ਤਰਤੀਬ ਤਨਾਸਬ ਹੋ ਰਹੀ, ਸਾਡੇ ਹੋ ਰਹੇ, ਉੱਥੇ ਹੋ ਰਹੇ। ਬਿਲਕੁਲ ਤੇਜ਼ਾਬੀ ਜ਼ਮੀਨ ਉੱਤੇ ਕੀਤੇ ਤਜਰਬੇ ਜ਼ਰੂਰੀ ਨਹੀਂ ਚੀਕਨੀ ਮਿੱਟੀ ਵਿੱਚ ਚੀਕਨੀ ਮਿੱਟੀ ਵੀ ਉਂਝ ਕਬੂਲ ਕਰੇ ਉਸ ਤਜਰਬੇ ਨੂੰ। ਅਮਰੀਕਾ ਵਿੱਚ ਫਾਸਫੋਰਸ, ਪੋਟਾਸ਼ ਤੇ ਨਾਈਟ੍ਰੋਜਨ ਵਾਲੀਆਂ ਖਾਦਾਂ ਜ਼ਮੀਨ ਨੂੰ ਜੋ ਜਿਵੇਂ ਫਾਇਦਾ ਦਿੱਤਾ, ਪੰਜਾਬ ਦੀ ਜ਼ਮੀਨ ਦਾ ਉਲਟਾ ਨੁਕਸਾਨ ਹੋਇਆ। ਜਿਹੜੇ ਹਾਈਬ੍ਰਿਡ ਬੀ ਅਮਰੀਕੀ ਜ਼ਮੀਨ ਵਿੱਚ ਤਿਆਰ ਹੋਏ, ਉਹ ਪੰਜਾਬ ਦੀ ਧਰਤੀ ਨੂੰ ਰਾਸ ਨਹੀਂ, ਇੰਜੀ ਕੀੜੇ ਮਾਰ ਦਵਾਈਆਂ ਦੀ ਤਿਆਰੀ ਤੇ ਵਰਤੋਂ। ਪੰਜਾਬ ਵਿੱਚ ਇਸ ਵੇਲੇ ਕਣਕ ਤੇ ਝੋਨੇ ਦੀ ਪੈਦਾਵਾਰ 35 ਤੋਂ 60 ਮਣ ਫੀ ਏਕੜ, ਗੰਨਾ 1600 ਤੋਂ 2000 ਮਣ ਫੀ ਏਕੜ, ਮਕਈ 130 ਮਣ ਫੀ ਏਕੜ। ਤੇਜ਼ਾਬੀ ਖਾਦਾਂ ਤੇ ਕੀੜੇ ਮਾਰ ਦਵਾਈਆਂ ਜਿਵੇਂ ਜਿਵੇਂ ਵਧਾਉਂਦੇ ਜਾਓ, ਉਂਝ ਹੀ ਪੈਦਾਵਾਰ ਵਿੱਚ ਬੜੋਤਰੀ ਹੋ। ਭਾਵੇਂ ਜ਼ਮੀਨ ਸਖਤ ਹੋ ਰਹੀ, ਉਹਦਾ ਬੈਕਟੀਰੀਆ ਮਰ ਰਿਹਾ। ਕੈਮੀਕਲ ਕੰਪੋਜੀਸ਼ਨ, ਨਿਊਟ੍ਰੀਐਂਟਸ ਦਾ ਜਿਹੜਾ ਬੈਲੈਂਸ ਹੈ, ਤੇ ਆਰਗੈਨਿਜ਼ਮ ਦਾ ਸਿਸਟਮ, ਸਭ ਕੁਝ ਖਰਾਬ ਹੋ ਰਿਹਾ। ਜ਼ਮੀਨ ਬਿਮਾਰ, ਕਿਸਾਨ ਮਕਰੂਜ਼, ਨੌਜਵਾਨ ਨਸਲ ਨਸ਼ਈ ਤੇ ਕਮਾਊ ਪੁੱਤਰ ਪ੍ਰਦੇਸ਼ਾਂ ਵਿੱਚ ਨੌਕਰੀ ਲੱਭਦੇ ਫਿਰਦੇ। ਇਹ ਉਹੀ ਸੂਬਾ ਪੰਜਾਬ ਜਿਹਨੂੰ ਅੰਗਰੇਜ਼ਾਂ ਸੋਨੇ ਦੀ ਚਿੜੀ ਤੇ ਬਰਤਾਨਵੀ ਤਾਜ ਦਾ ਨਗੀਨਾ ਆਖਿਆ, ਜਿਹੜਾ ਸਾਰੇ ਪਾਕਿਸਤਾਨ ਦੀ ਬ੍ਰੈਡ ਬਾਸਕਟ, ਉੱਥੇ ਭੁੱਖੇ ਗਰੀਬ ਖੁਦਕੁਸ਼ੀ ਕਰਨ ਤੇ ਮਜਬੂਰ, ਆਤਮ ਹੱਤਿਆ ਕਰ ਰਹੇ ਨੇ ਲੋਕ ਭੁੱਖੇ। ਬਾਬੇ ਹੁਣ ਇਹ ਅਖਾਣ ਘੱਟ ਹੀ ਬੋਲਣ, ਉੱਤਮ ਖੇਤੀ ਮੱਧਮ ਵਪਾਰ, ਭੱਟ ਪੈ ਨੌਕਰੀ ਤੇ ਪਿੰਨਣ ਖੁਆਰ। ਸ਼ਾਇਦ ਤੁਹਾਡੇ ਪਾਸੇ ਇਹ ਅਖਾਣ ਕੁਝ ਹੋਰ ਤਰ੍ਹਾਂ ਹੋਵੇ, ਪਰ ਸਾਡੇ ਪਾਸੇ ਨਹੀਂ ਇੰਝ ਬੋਲਦੇ ਸਨ। ਉੱਤਮ ਖੇਤੀ, ਮੱਧਮ ਵਪਾਰ, ਭੱਟ ਪੈ ਨੌਕਰੀ ਤੇ ਪਿੰਨਣ ਖੁਆਰ। ਕਿ ਨੌਕਰੀ ਜਿਹੜੀ ਉਹਨੂੰ ਚੁੱਲ੍ਹੇ 'ਚ ਪਾਓ, ਤੇ ਜਿਹੜਾ ਮੰਗਣਾ ਹੈ ਉਹ ਤਾਂ ਵੈਸੇ ਖੁਆਰੀ, ਔਰ ਜਿਹੜਾ ਵਪਾਰ ਹੈ ਉਹਦਾ ਵੀ ਦੂਜਾ ਦਰਜਾ ਹੈ, ਥੱਲੇ ਵੇ। ਉੱਤਮ ਸਭ ਤੋਂ ਖੇਤੀ। ਦੇਖੋ, ਜਦੋਂ ਖੇਤੀ ਦੀ ਅਸੀਂ ਗੱਲ ਕਰਨੇ, ਕਿਸਾਨ ਦੀ ਗੱਲ ਕਰਨੇ, ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸਾਨ ਦਾ ਉਹ ਰੂਪ ਜਿਹਨੂੰ ਅਸੀਂ ਇੱਕ ਜ਼ਾਲਮ ਜਗੀਰਦਾਰ ਸਮਝਦੇ ਹਾਂ, ਫਿਊਡਲ ਲਾਰਡ। ਜਿਹੜਾ ਕਿਸਾਨ ਹੁੰਦਾ ਉਹ ਤੇ ਕਮੀਆਂ ਦੇ ਵਿੱਚ ਰਲਿਆ ਮਿਲਿਆ ਹੀ ਹੁੰਦਾ, ਬਲਕਿ ਜਿਹੜੇ ਵੱਡੇ ਕਮੀ ਨੇ, ਜਿਹੜੇ ਲੁਹਾਰ ਤਰਖਾਣ ਨੇ, ਉਹਨਾਂ ਤੋਂ ਅਕਸਰ ਥੱਲੇ ਵੇ ਜਿਹੜਾ ਕਿਸਾਨ ਹੈ। ਉਹ ਤੇ ਅਕਸਰ ਉਹਦੇ ਤੇ ਕਰਜ਼ਾ ਚੜਿਆ ਹੁੰਦਾ ਹੈ ਵਿਚਾਰੇ ਤੇ, ਜਿਹਨੂੰ ਅਸੀਂ ਉਹ ਕਹਿੰਦੇ ਉਹਨੂੰ ਤੇ ਦੇ ਖੁਦਾ, ਦਿਹਾਤ ਦਾ ਖੁਦਾ ਜਿਹਨੂੰ ਕਿਹਾ ਜਾਂਦਾ ਹੈ। ਉਹ ਤੇ ਉਹ ਜ਼ਾਲਮ ਜਿਹੜਾ ਹਾਕਮ ਹੁੰਦਾ ਹੈ, ਜਿਹੜਾ ਮੁਲਕ ਦੀ ਸਿਆਸਤ ਵਿੱਚ ਰਲਿਆ ਹੁੰਦਾ ਹੈ, ਤੇ ਉਹ ਹੁੰਦਾ ਹੈ ਜਿਹੜਾ ਦੇ ਖੁਦਾ ਹੁੰਦਾ ਹੈ, ਜਾਂ ਫਿਊਡਲ ਲਾਰਡ ਜਾਂ ਜਗੀਰਦਾਰ। ਜਿਹੜਾ ਕਿਸਾਨ ਹੁੰਦਾ ਹੈ ਤੇ ਉਹ ਕਮੀਆਂ ਦੇ ਵਿੱਚ, ਉਹ ਤੇ ਜਿਹੜਾ ਕਿਸਾਨ ਹੈ ਉਹਦੀ ਤੇ ਜਿਹੜੀ ਵਾਹੀ ਬੀਜੀ ਹੈ, ਉਹ ਲੁਹਾਰ ਤਰਖਾਣ ਦੀ ਮਿਠਾਜ ਹੈ। ਦੇਖੋ, ਉਹਨੇ ਕਈ ਬਣਾਉਣੀ ਹੈ, ਕੁਹਾੜੀ ਬਣਵਾਉਣੀ ਹੈ, ਹਲ ਪੰਜਾਲੀ ਹੈ, ਉਹਦਾ ਖਰਾਸ ਹੈ, ਉਹਦਾ ਖੂਹ ਹੈ, ਸਾਰਾ ਕੁਝ ਤੇ ਲੁਹਾਰ ਤਰਖਾਣ ਰਲਣ, ਉਹਦੇ ਨਾਲ ਰਲਣ ਤੇ ਫਿਰ ਹੀ ਉਹ ਬਣ ਸਕਦੇ ਨੇ, ਤੇ ਫਿਰ ਹੀ ਉਹਦਾ ਕੰਮ ਚੱਲ ਸਕਦਾ। ਤੇ ਕਿਸਾਨੀ ਤੇ ਉਹਨਾਂ ਦੇ ਉੱਤੇ ਮਥਾਜ ਹੈ ਲੁਹਾਰ ਤੇ ਤਰਖਾਣ ਦੀ। ਉਹ ਵਿਚਾਰਾ ਤੇ ਹਰ ਵੇਲੇ ਵੈਸੇ ਉਹਦੇ ਤੇ ਕਰਜ਼ਾ ਚੜਿਆ ਹੁੰਦਾ ਹੈ, ਔਰ ਸਾਰਾ ਸਾਲ ਉਹ ਡਿੱਗਦਾ ਹੈ ਇੰਨਾ ਖਰਚਾ ਕਰ ਕੇ ਕਿ ਉਹ ਜਾਵੇ ਤੇ ਮੇਰੀਆਂ ਜਿਹੜੀਆਂ ਜ਼ਰੂਰਤਾਂ ਨੇ ਪੂਰੀਆਂ ਹੋਣ। ਇੱਕ ਬੋਲੀ ਹੁੰਦੀ ਸੀ ਪੁਰਾਣੇ ਵੇਲਿਆਂ ਦੇ ਵਿੱਚ ਕਿ ਵੇਖ ਕਣਕ ਦਾ ਰੰਗ ਸੰਦੂਰੀ, ਜੱਟੀ ਸੂਨੇ ਦਾ ਭਾਅ ਪੁੱਛਦਾ। ਉਸ ਵੇਲੇ ਹੀ ਉਹਨੂੰ ਜ਼ੇਵਰ ਬਣਵਾ ਸਕਦੀ ਸੀ, ਜੋ ਵੇਖਦੀ ਸੀ ਕਿ ਕਣਕ ਦਾ ਰੰਗ ਪੱਕ ਗਿਆ, ਸੰਦੂਰੀ ਹੋਇਆ, ਤੇ ਉਹਨੂੰ ਫਿਰ ਸੋਨਾ ਯਾਦ ਆਉਂਦਾ ਸੀ। ਜੱਟੀ ਦਾ, ਜਿਹੜੀ ਜੱਟੀ ਹੁੰਦੀ ਸੀ ਕਿਸਾਨ ਦੀ, ਜਿਹੜੀ ਘਰ ਵਾਲੀ ਹੁੰਦੀ ਸੀ, ਉਹਦਾ ਬੜਾ ਰੋਲ ਹੁੰਦਾ ਸੀ ਕਿਸਾਨੀ ਦੇ ਵਿੱਚ। ਉਹ ਜਿਹੜਾ ਬੀਂ ਬਣਾਉਣਾ ਹੁੰਦਾ ਸੀ, ਮੈਂ ਵੇਖਿਆ ਆਪਣੇ ਨਿੱਕੇ ਹੁੰਦਿਆਂ ਕਿ ਉਹ ਤੇ
ਔਰਤਾਂ ਜਿਹੜੀਆਂ ਘਰ ਦੀਆਂ ਔਰਤਾਂ ਹੁੰਦੀਆਂ ਸਨ ਉਹੀ ਬਣਾਉਂਦੀਆਂ ਸਨ, ਉਹੀ ਰੱਖਦੀਆਂ ਸਨ, ਸੰਭਾਲਦੀਆਂ ਸਨ ਬੀਜ, ਜਿਹੜਾ ਅਗਲੇ ਸਾਲ ਤੁਸੀਂ ਬੀਜਣਾ ਹੁੰਦਾ ਸੀ। ਹੁਣ ਤੇ ਹਾਈਬ੍ਰਿਡ ਬੀਜ ਨਾ, ਤੁਸੀਂ ਸੀਡ ਕਾਰਪੋਰੇਸ਼ਨ ਜਾਂ ਖਰੀਦਣਾ ਹੁੰਦਾ, ਦੁਕਾਨਾਂ ਤੋਂ, ਹੱਟੀਆਂ ਤੋਂ, ਆੜਤਾਂ ਤੋਂ ਜਾ ਕੇ ਖਰੀਦਣਾ ਪੈਂਦਾ। ਪੁਰਾਣੇ ਵੇਲਿਆਂ ਦੇ ਵਿੱਚ ਹਰ ਕਿਸਾਨ ਦਾ ਬੀਜ ਆਪਣਾ ਹੁੰਦਾ ਸੀ, ਝਾਟੀਆਂ ਦੇ ਵਿੱਚ, ਭੜੋਲਿਆਂ ਦੇ ਵਿੱਚ ਰੱਖਣਾ, ਉਹ ਔਰਤਾਂ ਦਾ ਕੰਮ ਸੀ, ਸਾਫ਼ ਕਰਕੇ ਤੇ ਉਹਨੂੰ ਰੱਖਣਾ। ਫਿਰ ਇਸੇ ਤਰ੍ਹਾਂ ਜਿਹੜੇ ਡੰਗਰਾਂ ਜਿਹੜਾ ਵੰਡਾ ਸੀ, ਉਹ ਭਾਵੇਂ ਕਣਕ ਦੀਆਂ ਘੁੰਗਣੀਆਂ ਬਣਾਉਂਦੇ ਸਨ ਉਬਾਲ ਕੇ, ਜਾਂ ਵੰਡੇ ਬਣਾਉਂਦੇ ਸਨ ਵੜੇਵਿਆਂ ਦੇ, ਉਹ ਸਾਰਾ ਕੁਝ ਔਰਤਾਂ ਦੀ ਕਰਨੀ ਹੁੰਦੀ ਸੀ। ਉਹ ਸਾਰਾ ਫਿਰ ਅਕਸਰ ਪੈਸਾ ਵੀ ਜਿਹੜਾ ਹੁੰਦਾ ਸੀ ਉਹ ਔਰਤਾਂ ਦੇ ਹੱਥ ਵਿੱਚ ਹੀ ਹੁੰਦਾ ਸੀ। ਕਿਸਾਨ ਬਾਹਰੋਂ ਜੋ ਕਮਾ ਕੇ ਲਿਆਂਦਾ ਸੀ, ਉਹਨਾਂ ਹੀ ਔਰਤਾਂ ਹੀ ਘਰ ਚਲਾਉਂਦੀਆਂ ਸਨ। ਇਸ ਵਾਸਤੇ ਗੱਲਬਾਤ ਅਸੀਂ ਅਕਸਰ ਜਿਹੜੇ ਕਰ ਰਹੇ ਹਾਂ, ਬੰਦਾ, ਦਰਿਆ, ਸਭ ਕੁਝ ਮੇਲ ਹੀ ਅਸੀਂ ਟਰਮੀਨੋਲੋਜੀ ਯੂਜ਼ ਕਰ ਰਹੇ ਹੁੰਦੇ ਹਾਂ। ਦਰਿਆਵਾਂ ਨੂੰ ਵੀ ਅਸੀਂ, ਹਾਲਾਂਕਿ ਚਨਾਰ ਨੂੰ ਪੁਰਾਣੇ ਵੇਲਿਆਂ ਦੇ ਵਿੱਚ ਵਗਦੀ ਹੈ ਰਾਵੀ, ਮਤਲਬ ਰਾਵੀ ਵਗਦਾ ਨਹੀਂ ਸੀ ਕਹਿੰਦੇ, ਪਤਾ ਨਹੀਂ ਕਿਸ ਵੇਲੇ ਇਹਨਾਂ ਨੂੰ ਮੇਲ ਇਹਨਾਂ ਨੂੰ ਨਾਂ ਦੇ ਦਿੱਤੇ ਗਏ। ਤੇ ਉਹ ਕਈ ਦਫਾ ਇੰਝ ਲੱਗਦਾ ਕਿ ਜਿਵੇਂ ਅਸੀਂ ਮੇਲ ਸ਼ਾਵਨਿਸਟਾਂ ਗੱਲਾਂ ਕਰਦੇ ਹੋਏ ਸਾਨੂੰ ਨਾ ਫੀਲ ਹੁੰਦਾ ਕਿ ਬੰਦਾ, ਰੁੱਖ, ਹਰ ਸ਼ਾਈ ਜਿਹੜੀ ਹੁੰਦਾ ਜੈਂਡਰ ਜਿਸ ਤਰ੍ਹਾਂ ਉਹਦਾ ਮੇਲ ਅਸੀਂ ਕਰ ਲਈਏ। ਹੁਣ ਪੰਜਾਬ ਦੀਆਂ ਕਈ ਥਾਵਾਂ ਤੋਂ ਖਬਰ ਆਵੇ ਕਿ ਪਾਣੀ ਲੱਗਿਆ ਜ਼ਮੀਨ ਦੀ ਝੱਗ ਨਿਕਲਦੀ। ਇਹ ਬੁਲਬੁਲੇ ਅਸਨੂੰ ਉਹ ਕੈਮੀਕਲ ਜਿਹੜੇ ਤੇਜ਼ਾਬੀ ਖਾਦਾਂ ਤੇ ਕੀੜੇ ਮਾਰ ਦਵਾਈਆਂ ਦੀ ਬਿਨਾਂ ਸੋਚੇ ਸਮਝੇ ਬੇਹਿਸਾਬੀ ਵਰਤੋਂ ਵਜੋਂ ਮਿੱਟੀ ਵਿੱਚ ਜਮਾ ਹੋ ਰਹੇ। ਜਿਵੇਂ ਅਵਤਾਰ ਸਿੰਘ ਹੋਰਾਂ ਕਿਹਾ ਕਿ ਜ਼ਮੀਨ ਬਿਮਾਰ, ਔਰ ਤੁਹਾਡੇ ਜਲੰਧਰ ਦੇ ਕਿਸੇ ਥਾਂ ਤੋਂ ਸੁਣਿਆ ਸੀ ਕਿ ਉੱਥੇ ਇਸ ਤਰ੍ਹਾਂ ਹੁਣ ਬਹੁਤ ਜ਼ਮੀਨ ਬਿਮਾਰ ਹੋਈ। ਇਸ ਤਰ੍ਹਾਂ ਸਾਡੇ ਵੀ ਇਸ ਪਾਸੇ ਪੰਜਾਬ ਦੇ ਵਿੱਚ ਹੁਣ ਇਸ ਤਰ੍ਹਾਂ ਦੀਆਂ ਅਸੀਂ ਗੱਲਾਂ ਸੁਣੀਆਂ ਕਿ ਪਾਣੀ ਪਿਆ ਤੇ ਉਹਦੇ ਵਿੱਚ ਉਹਨੇ ਝੱਗ ਨਹੀਂ ਕਰੇਗੀ। ਅੱਗੇ ਜਾ ਕੇ ਉਸੇ ਤਰ੍ਹਾਂ ਹੀ ਹੋ ਜਾਏਗਾ, ਫਿਰ ਬਹੁਤ ਮਸਲਾ ਖਰਾਬ ਹੋ ਜਾਏਗਾ। ਅਸੀਂ ਆਪਣੀ ਖੁਰਾਕ ਨਹੀਂ ਜ਼ਹਿਰ ਪਹੁੰਚਾ ਰਹੇ, ਭਾਵੇਂ ਸਾਡੇ ਮਿਹਦੇ, ਗੁਰਦੇ ਤੇ ਜਿਗਰ ਖਰਾਬ, ਹੱਡੀਆਂ ਕਮਜ਼ੋਰ ਤੇ ਚਮੜੀ, ਹੁਣ ਸਕਿਨ ਡਿਜ਼ੀਜ਼ ਬਹੁਤ ਆ ਰਹੀਆਂ ਨੇ। ਜਿਹੜੀ ਸਬਜ਼ੀਆਂ ਤੇ ਫਲ ਸਵੇਰੇ ਮੰਡੀ ਵਿੱਚ ਆਉਂਦੇ ਨੇ ਵਿਕਣ ਵਾਸਤੇ, ਰਾਤੀ ਉਹਨਾਂ ਤੇ ਸਪਰੇਅ ਕੀਤਾ ਜਾਂਦਾ ਹੈ ਕਿ ਇੱਕ ਤਾਂ ਉਹਨਾਂ ਦਾ ਰੰਗ ਰੂਪ ਤੁਹਾਨੂੰ ਚੰਗਾ ਲੱਗੇ, ਔਰ ਦੂਸਰੀ ਸ਼ੈਲਫ ਲਾਈਫ ਜਿਹੜੀ ਹੈ ਉਹ ਵਧੇ ਉਹਨਾਂ ਦੀ। ਉਹਦੇ ਵਾਸਤੇ ਬਹੁਤ ਜ਼ਿਆਦਾ ਉਹਦਾ ਕੈਮੀਕਲ ਦਾ ਸਪਰੇਅ ਉਹਦੇ ਤੇ ਕੀਤਾ ਜਾਂਦਾ। ਹੁਣ ਤੁਹਾਡਾ ਜਿਹੜਾ ਇੰਨੇ ਕੁ ਕੈਮੀਕਲਸ ਅਸੀਂ ਖਾ ਰਹੇ ਹਾਂ ਮੁਖਤਲਿਫ ਫਰੂਟ ਦੇ ਨਾਲ, ਸਬਜ਼ੀ ਦੇ ਨਾਲ, ਕਿ ਜਿਹੜਾ ਸਾਡਾ ਸਟਮਕ ਉਹ ਡਿਟੈਕਟ ਹੀ ਨਹੀਂ ਕਰ ਪੈਂਦਾ। ਇਨਸਾਨੀ ਜਿਹੜਾ ਸਟਮਕ ਉਹ ਖੁਦ ਡਿਟੈਕਟ ਕਰ ਲੈਂਦਾ ਕਿ ਇਹ ਜਿਹੜੀ ਇੰਜੂਰੀਅਸ ਹੈ। ਪਰ ਹੁਣ ਉਹ ਜੋ ਕੁਝ ਵੀ ਆ ਰਿਹਾ, ਤੁਹਾਡੇ ਮਿਹਦੇ ਜਿਹੜੇ ਨੇ ਮੁਰਦਾ ਹੋ ਗਏ ਨੇ, ਉਹ ਸਿੱਧਾ ਤੁਹਾਡੇ ਲੀਵਰ ਤੱਕ ਜਾ ਰਿਹਾ, ਔਰ ਲੀਵਰ ਦੀਆਂ ਬਿਮਾਰੀਆਂ, ਔਰ ਫਿਰ ਇਸੇ ਤਰ੍ਹਾਂ ਕਿਡਨੀਸ, ਔਰ ਇਸੇ ਤਰ੍ਹਾਂ ਤੁਹਾਡੀ ਸਕਿਨ ਦੀਆਂ ਡਿਜ਼ੀਜ਼ ਬਹੁਤ ਜ਼ਿਆਦਾ ਹੋ ਗਈਆਂ। ਪੁਰਾਣੇ ਵੇਲਿਆਂ ਵਿੱਚ ਇਹ ਸਾਰਾ ਕੁਝ ਇਸ ਤਰ੍ਹਾਂ ਨਹੀਂ ਸੀ। ਮੈਂ ਜਿਹੜੀ ਜ਼ਿਆਦਾ ਉਹਦੇ ਖਿਲਾਫ ਬੋਲ ਰਿਹਾ, ਉਹਨੂੰ ਤੁਸੀਂ ਮੇਰੀ ਮੂਰਖਤਾ ਨਾ ਕਹੋ, ਜਾਂ ਮੈਂ ਕੋਈ ਉਹਦੇ ਬਲਾ ਵਜ੍ਹਾ ਉਹਦੇ ਖਿਲਾਫ ਨਹੀਂ। ਜੋ ਅੱਜ ਸਾਹਮਣੇ ਆ ਰਿਹਾ ਹੈ ਔਰ ਹਰ ਵੇਲੇ ਹਰ ਥਾਂ ਉਹ ਨਜ਼ਰ ਆ ਰਿਹਾ, ਕੋਈ ਆਖੇ ਨਾ ਆਖੇ, ਉਹ ਬਰਬਾਦੀ ਹੋ ਰਹੀ ਹੈ ਸਾਰੀ ਕੁਝ। ਜਿਹੜੀ ਅੱਜ ਦਾ ਜਿਹੜੀ ਖੇਤੀਬਾੜੀ ਜੋ ਵਾਈ ਬੀਜੀ ਜਿਵੇਂ ਦੀ ਵੀ ਹੋ ਰਹੀ ਹੈ, ਉਹਦਾ ਅਸੀਂ ਇੰਝ ਵੇਰਵਾ ਕਰ ਸਕਦੇ ਹਾਂ ਕਿ ਇੱਕ ਤੇ ਉਹ ਪ੍ਰਚਲਿਤ, ਜਿਹਨੂੰ ਸਿਆਣੇ ਵੀ ਇਹ ਦੱਸਦੇ ਨੇ ਕਿ ਜਿਹੜੀ ਇੱਕ ਕਨਵੈਨਸ਼ਨਲ ਸਾਡੀ ਜਿਹੜੀ ਹੈ ਪ੍ਰਚਲਿਤ ਜਿਹੜੀ ਸਾਡੀ ਖੇਤੀਬਾੜੀ ਹੈ, ਫਿਰ ਇੱਕ ਆਰਗੈਨਿਕ, ਔਰ ਇੱਕ ਫਿਰ ਜਿਹੜੀ ਸਸਟੇਨੇਬਲ, ਜਾਂ ਤੁਸੀਂ ਕਹਿ ਰਹੇ ਹੋ ਕਿ ਹੰਢਣਸਾਰ ਜਿਹੜੀ ਖੇਤੀਬਾੜੀ ਹੈ। ਹੁਣ ਜਿਹੜੀ ਸਾਡੀ ਕਨਵੈਨਸ਼ਨਲ ਜਿਹੜੀ ਸਾਡੀ ਚੱਲ ਰਹੀ ਹੈ ਪ੍ਰਚਲਿਤ ਖੇਤੀਬਾੜੀ, ਜਿਹਦੇ ਵਿੱਚ ਇੰਨੀ ਜ਼ਿਆਦਾ ਖਾਦ ਔਰ ਪੈਸਟੀਸਾਈਡਸ ਔਰ ਫਰਟੀਲਾਈਜ਼ਰ ਕੈਮੀਕਲ ਇੰਨਾ ਜ਼ਿਆਦਾ ਉਹਦੇ 'ਚ, ਔਰ ਹਾਈਬ੍ਰਿਡ ਬੀਜ ਪਾਇਆ ਜਾ ਰਿਹਾ, ਉਹ ਤਾਂ ਬਹੁਤ ਹੀ ਨੁਕਸਾਨ ਕਰ ਰਹੀ ਹੈ ਔਰ ਬਹੁਤ ਹੀ ਜ਼ਮੀਨ ਨੂੰ ਬਿਮਾਰ ਕਰ ਰਹੀ ਹੈ। ਤੇ ਜਿਹੜੀ ਆਰਗੈਨਿਕ ਹੈ, ਬਿਲਕੁਲ ਖਾਲਸ ਦੇਸੀ ਜਿਹੜੀ ਵਾਈ ਬੀਜੀ, ਉਹ ਇਸ ਵੇਲੇ ਇੱਕਦਮ ਨਹੀਂ ਅਸੀਂ ਉਹਦੇ ਤੇ ਜਾ ਸਕਦੇ ਕਿਸੇ ਵੀ ਹਵਾਲੇ ਦੇ ਨਾਲ, ਉਹ ਇੱਕਦਮ ਨਹੀਂ। ਹਾਂ, ਉਹ ਤੁਸੀਂ ਕੋਈ ਇੱਕ ਘਰ ਜਿਹੜਾ ਉਹ ਆਪਣੇ ਵਾਸਤੇ ਆਰਗੈਨਿਕ ਕੋਈ ਦਰੇ ਲਾ ਲਵੇ ਤੇ ਲਾ ਲਵੇ, ਲੇਕਿਨ ਤੁਸੀਂ ਉਹਨੂੰ ਉਸ ਤਰ੍ਹਾਂ ਨਹੀਂ ਵੱਡੇ ਪੱਧਰ ਤੇ ਨਹੀਂ ਕਰ ਸਕਦੇ। ਉਹ ਹੁਣ ਇਸ ਵੇਲੇ ਬਹੁਤ ਮਹਿੰਗੀ ਵੀ ਹੈ ਔਰ ਮੁਸ਼ਕਲ ਵੀ ਹੈ ਬਹੁਤ ਜ਼ਿਆਦਾ, ਜਿਹੜੀ ਬਿਲਕੁਲ ਜਿਹੜੀ ਆਰਗੈਨਿਕ ਜਾਂ ਖਾਲਸ ਦੇਸੀ ਜਿਹੜੀ ਵਾਈ ਬੀਜੀ। ਹੁਣ ਤੇ ਇਹ ਹੈ ਕਿ ਕੁਝ ਪੁਰਾਣਾ ਕੁਝ ਨਵਾਂ, ਕਿ ਜਿਹੜੇ ਤੁਹਾਡੇ
ਪੁਰਾਣੇ ਤਰੀਕੇ ਸਨ ਤੇ ਕੁਝ ਨਵੀਂ ਜਿਹੜੀ ਮਸ਼ੀਨਰੀ ਹੈ, ਇਹਨਾਂ ਸਾਰਿਆਂ ਨੂੰ ਮਿਲਾ ਕੇ ਤੇ ਤੁਸੀਂ ਆਪਣੀ ਜ਼ਮੀਨ ਨੂੰ ਵੀ ਬਚਾਓ ਔਰ ਫਸਲਾਂ ਵੀ ਜਿਹੜੀਆਂ ਨੇ ਉਹ ਬਿਹਤਰ ਤੋਂ ਬਿਹਤਰ ਕਰੋ। ਜਿਹੜੀ ਸਿਰਫ ਹੈ ਨਾ ਵੇਖੋ ਕਿ ਕੁਆਂਟੀਟੀ ਕੁਆਲਿਟੀ ਵੀ ਵੇਖੋ ਕਿ ਨਿਊਟ੍ਰੀਸ਼ਨ ਵੈਲਿਊ ਕਿੰਨੀ ਹੈ ਜੋ ਮੈਂ ਖਾ ਰਿਹਾ, ਉਹ ਕਿਤੇ ਬਿਮਾਰ ਤੇ ਨਹੀਂ ਮੈਂ ਲੋਕਾਂ ਨੂੰ ਕਰ ਰਿਹਾ ਜਾਂ ਆਪਣੇ ਆਪ ਨੂੰ, ਉਹਦੀ ਨਿਊਟ੍ਰੀਸ਼ਨ ਵੈਲਿਊ ਜੋ ਅਸੀਂ ਖਾ ਰਹੇ ਹਾਂ ਉਹ ਵੀ ਬਣੇ। ਤੇ ਉਹ ਇਸੇ ਤਰ੍ਹਾਂ ਹੋ ਸਕਦੀ ਹੈ, ਕੁਝ ਪੁਰਾਣਾ ਕੁਝ ਨਵਾਂ, ਜਿਹੜੀ ਪੁਰਾਣੀ ਸਿਆਣਪ ਸੀ, ਜਿਹੜਾ ਪੁਰਾਣੇ ਤਰੀਕੇ ਸਨ, ਵਾਈ ਬੀਜੀ ਦੇ ਜਿਹੜੇ ਢੰਗ ਸਨ ਪੁਰਾਣੇ, ਉਹਨਾਂ ਨੂੰ ਔਰ ਜਿਹੜੇ ਨਵੇਂ, ਹੁਣ ਜਿਸ ਤਰ੍ਹਾਂ ਸੁੰਡੀਆਂ ਤੇ ਜਿਹੜੇ ਕੀੜੇ ਮਾਰ ਦਵਾਈਆਂ ਹੁੰਦੀਆਂ ਸਨ ਫਸਲਾਂ ਦੇ ਪੱਤਰਾਂ ਦੇ ਉੱਤੇ, ਉਹ ਪੁਰਾਣੇ ਵੇਲਿਆਂ ਦੇ ਵਿੱਚ ਉਹਨੂੰ ਰੱਸੀ ਫੇਰੀ ਜਾਂਦੀ ਸੀ, ਦੋ ਪਾਸਿਆਂ ਤੋਂ ਸਿਰਿਆਂ ਤੋਂ ਦੋ ਕਿਸਾਨ ਰੱਸੀ ਫੜ ਲੈਂਦੇ ਸਨ ਤੇ ਉਹ ਚੱਲਦੇ ਸਨ ਉਹਦੇ ਉੱਤੇ, ਤੇ ਉਹਦੇ ਉੱਤੇ ਜਿਹੜੇ ਕੀੜੇ ਪੱਤਰਾਂ ਦੇ ਉੱਤੇ ਹੁੰਦੇ ਸਨ ਡਿੱਗ ਜਾਂਦੇ ਸਨ ਥੱਲੇ, ਪਰ ਉਹ ਦੁਬਾਰਾ ਕੀੜੇ ਉੱਤੇ ਚੜ੍ਹ ਨਹੀਂ ਸਨ ਸਕਦੇ, ਉਹ ਫਿਰ ਜ਼ਮੀਨ ਦੇ ਵਿੱਚ ਹੀ ਰਹਿ ਜਾਂਦੇ ਸਨ। ਤੇ ਅੱਜ ਵੀ ਤਰੀਕਾ ਵੈਸੇ ਕਈ ਲੋਕ ਕਰ ਰਹੇ ਨੇ ਅਜੇ ਵੀ। ਫਿਰ ਜਿਹੜਾ ਡੰਗਰਾਂ ਦਾ ਗੋਬਰ ਹੈ, ਗੋਇਆ ਹੈ, ਇਹਦੇ ਲਈ ਇੱਕ ਪੱਕਾ ਤਲਾਅ ਬਣਾ ਕੇ ਤੇ ਉਹਦੇ ਵਿੱਚੋਂ ਉਹਨੂੰ ਗੋਹੇ ਨਾਲ ਭਰੀ ਰੱਖਦੇ ਨੇ। ਅੱਜ ਕੱਲ੍ਹ ਇੱਕ ਇਹ ਵੀ ਤਰੀਕਾ ਹੈ ਕਿ ਜਿਹੜਾ ਗੋਇਆ ਦੀ ਜਿਹੜੀ ਖਾਦ ਹੈ ਉਹਨੂੰ ਕਿਸ ਤਰ੍ਹਾਂ ਤੁਸੀਂ ਪਾਣੀ ਨਾਲ ਰਲਾ ਕੇ ਪਾ ਸਕਦੇ ਹੋ। ਉਹ ਇੱਕ ਪੱਕਾ ਤਲਾਅ ਬਣਾਉਂਦੇ ਨੇ, ਉਹਦੇ ਵਿੱਚ ਗੋਹੇ ਨਾਲ ਉਹਨੂੰ ਭਰੀ ਰੱਖਦੇ ਨੇ ਤੇ ਜਿਹੜਾ ਫਸਲ ਨੂੰ ਜਿਹੜਾ ਪਾਣੀ ਦੇਣਾ ਉਹਦੇ ਵਿੱਚੋਂ ਲੰਘ ਕੇ ਜਾਂਦਾ। ਇਹਨੂੰ ਫਰਮੀਨੇਟਰ ਆਖਿਆ ਜਾਂਦਾ ਵੈਸੇ, ਇਹ ਅੱਜ ਕੱਲ੍ਹ ਹੋ ਰਿਹਾ। ਫਿਰ ਜਿਹੜੀਆਂ ਫਸਲਾਂ ਦੇ ਵੱਢ ਹੁੰਦੇ ਨੇ ਟਾਂਡੇ ਜਾਂ ਪੱਤਰ, ਉਹਨੂੰ ਰੂਟਾਵੇਟਰ, ਇਹ ਵੀ ਇੱਕ ਨਵਾਂ ਇੱਕ ਮਸ਼ੀਨ ਹੈ ਰੂਟਾਵੇਟਰ, ਉਹਦੇ ਨਾਲ ਉਹਨੂੰ ਕਤਰ ਦਿੰਦੇ ਨੇ ਵਿੱਚ ਹੀ ਤੇ ਉਹ ਖਾਦ ਬਣ ਜਾਂਦੀ ਹੈ। ਪੁਰਾਣੇ ਵੇਲਿਆਂ ਵਿੱਚ ਵੀ ਇੰਝ ਹੀ ਹੁੰਦਾ ਸੀ, ਅੱਗ ਨਹੀਂ ਸਨ ਲਾਉਂਦੇ ਕਿ ਉਹਨੂੰ ਜ਼ਿਆਦਾ ਮਿਹਨਤ ਤੋਂ ਬਚਣ ਵਾਸਤੇ ਉਹਨੂੰ ਅੱਗ ਲਾ ਦਿਓ। ਪੁਰਾਣੇ ਵੇਲਿਆਂ ਵਿੱਚ ਵੀ ਇੰਝ ਨਹੀਂ ਸੀ ਹੁੰਦਾ, ਉਹਨੂੰ ਵਿੱਚੇ ਵਾਹਿਆ ਜਾਂਦਾ ਸੀ ਔਰ ਉਹ ਜਿਹੜਾ ਅੱਗ ਲਾ ਕੇ ਉਹਨੂੰ ਸਾੜਦੇ ਨੇ ਤੇ ਉਹਦੇ ਨਾਲ ਹੁਣ ਜਿਹੜਾ ਸਮੋਗ ਦਾ ਅੱਜ ਕੱਲ੍ਹ ਮਸਲਾ ਪੈਦਾ ਹੋ ਗਿਆ। ਸਾਡੇ ਪਾਸੇ ਹਵਾ ਚੱਲਦੀ ਹੈ ਤੇ ਤੁਹਾਡੇ ਪਾਸੇ ਸਮੋਗ ਆਉਂਦੀ ਹੈ, ਜਦੋਂ ਝੋਨੇ ਦੀ ਫਸਲ ਵੱਢੀ ਜਾਂਦੀ ਹੈ ਤੇ ਤੁਹਾਡੇ ਪਾਸੇ ਹਵਾ ਆਉਂਦੀ ਹੈ ਤੇ ਇੱਧਰ ਸਮੋਗ ਆਉਂਦੀ ਹੈ। ਉਸੇ ਵਜ੍ਹਾ ਤੋਂ ਅਸੀਂ ਇੱਕ ਦੂਜੇ ਵਾਸਤੇ ਇੱਕ ਦੂਜੇ ਨੂੰ ਸੁੱਖ ਘੱਟ ਦੇ ਦੁੱਖ ਹੀ ਦੇ ਰਹੇ ਹਾਂ। ਜਿਹੜਾ ਇਹ ਸਮੋਗ ਵਾਲਾ ਮਸਲਾ ਹੈ, ਉਹਨਾਂ ਦਿਨਾਂ 'ਚ ਬਹੁਤ ਖਬਰਾਂ ਆਉਂਦੀਆਂ ਜਦੋਂ ਉਸ ਵੇਲਾ ਲੰਘ ਰਿਹਾ ਹੁੰਦਾ, ਕਿੰਨੀ ਜ਼ਿਆਦਾ ਸਮੋਗ, ਉਹਦੇ ਨਾਲ ਸਾਹ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹੁੰਦੀਆਂ। ਪੁਰਾਣੇ ਵੇਲੇ 'ਚ ਬਾਬੇ ਕਹਿੰਦੇ ਸਨ ਕਿ ਜਿਹੜੀ ਵਰਿਆਲ ਦੀ ਫਸਲ ਹੁੰਦੀ ਨਾ ਚੰਗੀ, ਵਰਿਆਲ ਸ਼ਾਇਦ ਵਰੇ ਤੋਂ ਕਿ ਵਰੇ ਬਾਅਦ ਫਸਲ ਹੁੰਦਾ, ਕਿ ਜੇ ਤੁਸੀਂ ਚੌਲਾਂ ਦੀ ਮਤਲਬ ਝੋਨੇ ਦੀ ਫਸਲ ਵੱਢ ਕੇ ਵਿੱਚ ਕਣਕ ਲਾ ਦੇਣਾ ਤੇ ਕਣਕ ਦੀ ਫਸਲ ਵੱਢ ਕੇ ਵਿੱਚ ਝੋਨੇ ਦੀ ਫਸਲ ਲਾ ਦੇਣਾ, ਇਹ ਠੀਕ ਬਾਬੇ ਵੀ ਨਹੀਂ ਸਨ ਸਮਝਦੇ। ਅੱਜ ਵੀ ਕਿਹਾ ਜਾਂਦਾ ਕਿ ਜਿਹੜੀ ਉਹਨੂੰ ਕੁਝ ਸਾਹ ਦਵਾਓ, ਜੇ ਜਿੱਥੇ ਕਣਕ ਲਾਈਏ ਫਿਰ ਅਗਲੇ ਸਾਲ ਕਣਕ ਹੀ ਲਾਓ, ਨਹੀਂ ਦੇਰ ਵਿਹਲੀ ਪਈ ਰਵੇ, ਉਹਦੇ ਜੜੀ ਬੂਟੀਆਂ ਬੇਸ਼ੱਕ ਉੱਗਣ, ਉਹਦੇ 'ਚ ਤੁਸੀਂ ਡੰਗਰ ਬੈਗ ਜਿਹੜੇ ਡੰਗਰਾਂ ਨੂੰ ਉੱਥੇ ਬੰਨ੍ਹਦੇ ਹੋ, ਡੰਗਰ ਉੱਥੇ ਉਹਨੇ ਦਿਨ ਰਹਿਣ ਤੇ ਉਹਦੇ ਨਾਲ ਫਿਰ ਜ਼ਮੀਨ ਦੀ ਫਰਟੀਲਿਟੀ ਜਿਹੜੀ ਹੈ ਉਹ ਵੱਧਦੀ ਹੈ। ਇਹ ਜਿਹੜਾ ਵਕਫਾ ਹੈ ਉਹਦੀ ਬਿਜਾਈ ਦੇ ਵਿੱਚ ਜ਼ਮੀਨ ਦੇ ਵਿੱਚ, ਉਹ ਬਹੁਤ ਜ਼ਰੂਰੀ ਹੈ। ਪੁਰਾਣੇ ਬਾਬੇ ਵੀ ਇਹੀ ਕਹਿੰਦੇ ਸਨ ਔਰ ਅੱਜ ਵੀ ਇਹੀ ਆਖਿਆ ਜਾ ਰਿਹਾ। ਯੂਰਪ ਵਿੱਚ ਇਹਦੇ ਲਈ ਬਹੁਤ ਅਵੇਅਰ ਨੇ ਲੋਕ, ਇਸ ਬਾਰੇ ਬਹੁਤ ਜ਼ਿਆਦਾ ਅਵੇਕਨਿੰਗ ਹੈ, ਬਹੁਤ ਜ਼ਿਆਦਾ ਉਹਦੇ ਤੇ ਗੱਲ ਹੋ ਰਹੀ ਹੈ। ਐਂਟੀ ਪੈਸਟੀਸਾਈਡ ਔਰ ਫਰਟੀਲਾਈਜ਼ਰ, ਜਿਹੜਾ ਕੈਮੀਕਲ ਫਰਟੀਲਾਈਜ਼ਰ ਇਹਦੇ ਯੂਜ਼ ਦੇ ਖਿਲਾਫ ਬਹੁਤ ਕੰਪੇਨ ਚੱਲ ਰਹੀ ਹੈ ਬਹੁਤ ਵੱਡੇ ਪੱਧਰ ਤੇ। ਕਈ ਕੀੜੇ ਮਾਰ ਦਵਾਈਆਂ ਦੇ ਜਿਹੜੇ ਇਹਦੇ ਵਿੱਚ ਐਸੇ ਕੈਮੀਕਲਸ ਨੇ ਕਿ ਉਹਦੇ ਤੇ ਪਾਬੰਦੀ ਬੈਨ ਲੱਗ ਗਈ ਉਹਦੇ ਤੇ, ਜਿਹੜੀ ਅਸੀਂ ਅੰਨ੍ਹੇਵਾਹ ਉਹਨਾਂ ਨੂੰ ਪਾਈ ਜਾ ਰਹੇ ਹਾਂ ਜ਼ਮੀਨ ਦੇ ਵਿੱਚ। ਉਹ ਤੇ ਇੱਥੋਂ ਤੱਕ ਆ ਗਏ ਨੇ ਕਿ ਜਿਹੜੀ ਤੁਹਾਡੀ ਜ਼ਮੀਨ ਬਿਮਾਰ ਹੋਈ ਇਹਦੇ 'ਚ ਲੋਹੇ ਦਾ ਹੱਲ ਵੀ ਨਾ ਵਾਓ, ਇਹਦੇ ਨਾਲ ਲੱਕੜੀ ਦੇ ਹੱਲ ਨਾਲ ਇਹਨੂੰ ਵਾਹੀ ਕਰੋ। ਪੰਛੀਆਂ ਦੇ ਚੈੱਕਣ ਲਈ ਹਰਿਆਲੀ ਜ਼ਰੂਰੀ ਹੈ। ਜੇ ਹਰਿਆਲੀ ਨਹੀਂ ਹੋਏਗੀ, ਰੁੱਖ ਨਹੀਂ ਹੋਏਗੀ ਤੇ ਪੰਛੀ ਵੀ ਨਹੀਂ ਹੋਣਗੇ।
ਤੇਜ਼ਾਬਾਂ ਨਾਲ ਅਸੀਂ ਆਪਣੀ ਮਿੱਟੀ ਨੂੰ ਮਾਰ ਰਹੇ ਹਾਂ, ਕੈਮੀਕਲਸ ਦੇ ਨਾਲ। ਜ਼ਰੀ ਜ਼ਮੀਨ ਨੂੰ ਰਿਹਾਇਸ਼ੀ ਕਲੋਨੀਆਂ ਵਕਤ ਤੱਕ ਹੜਪ ਰਹੀਆਂ। ਜਿੱਥੇ ਪੈਲੀ ਬੀਜਣੀ ਉੱਥੇ ਕਮਰਸ਼ੀਅਲ ਪਲਾਜ਼ੇ ਉੱਗ ਰਹੇ। ਕੈਂਸਰ ਜ਼ਦਾ ਫਸਲਾਂ, ਹਵਾ ਜ਼ਹਿਰੀਲੀ ਤੇ ਪਾਣੀ 'ਚ ਲੋਕ ਹੈਪੇਟਾਈਟਸ ਪੀਂਦੇ। ਦੇਖੋ, ਸਾਡੇ ਪੁਰਾਣੇ ਲੋਕਾਂ ਨੂੰ ਆਪਣੇ ਪਾਣੀਆਂ ਦਾ ਇੰਨਾ ਮਾਣ ਸੀ। ਮੈਂ ਇੱਥੇ ਤੇ ਢੋਲਾ ਪਰਬਤ, ਸਾਡੇ ਖੂਹੇ ਦਾ ਪਾਣੀ ਸ਼ਰਬਤ, 2 ਘੁੱਟ ਪੀ ਮਾਈਆ ਵਿੱਚ ਨਿੰਬੂ ਨਿਚੋੜੇ ਨੀ, 2 ਘਰ ਸੱਜਣਾ ਦੇ ਉਹ ਵੀ ਰਿੰਝ ਕਰ ਟੋਰੇ ਨੇ। ਇੰਝ ਸੀ ਲੋਕਾਂ ਨੂੰ ਆਪਣੇ ਪਾਣੀਆਂ ਤੇ ਮਾਣ, ਜਿਹੜੇ ਸਾਫ਼ ਪਾਣੀ। ਇਹ ਕੋਈ ਸਾਨੂੰ ਸਫਾਈ ਅੱਜ ਦੀ ਐਜੂਕੇਸ਼ਨ ਨੇ ਨਹੀਂ ਦੱਸੀ। ਸਾਡੇ ਪੁਰਾਣੇ ਲੋਕ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਸਨ। ਮੈਂ ਆਪਣੀ ਨਾਨੀ ਨੂੰ ਰੋਟੀ ਖਾਂਦਿਆਂ ਵੇਖਿਆ, ਉਹ ਜਿਹੜਾ ਪੋਣਾ ਹੁੰਦਾ ਸੀ ਕੱਪੜਾ ਜਿਹਦੇ ਵਿੱਚ ਰੋਟੀ ਰੱਖੀ ਹੁੰਦੀ ਸੀ, ਉਹਦੇ ਵਿੱਚ ਬਸ ਓਨੀ ਬੁਰਕੀ ਜਿੰਨੀ ਨੰਗੀ ਕਰਦੀ ਸੀ, ਉਹ ਬੁਰਕੀ ਲੈ ਕੇ ਫਿਰ ਰੋਟੀ ਨੂੰ ਕੱਜ ਲੈਂਦੀ ਸੀ। ਬਹੁਤ ਸਫਾਈ ਵਾਲੇ ਲੋਕ ਸਨ। ਸਾਨੂੰ ਕੋਈ ਹਾਈਜੈਨਿਕ ਕਰੋ ਨਾ, ਹਾਈਜੈਨਿਕ ਦੀ ਜਿਹੜੀ ਸਾਰੀਆਂ ਗੱਲਾਂ ਜੋ ਰਹੀਆਂ ਨੇ, ਦੱਸਿਆ ਜਾ ਰਿਹਾ ਕਿ ਜਿਵੇਂ ਅਸੀਂ ਇੰਨੇ ਗੰਵਾਰ ਸਾਂ, ਸਾਨੂੰ ਸਾਰੀ ਸਿਵਲਾਈਜੇਸ਼ਨ ਅੱਜ ਜਿਵੇਂ ਇਸ ਐਜੂਕੇਸ਼ਨ ਨੇ ਤੇ ਵਿਗਾੜਿਆ ਹੀ ਹੈ ਸਾਨੂੰ। ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਕਿ ਇਸ ਐਜੂਕੇਸ਼ਨ ਨੇ ਸਾਨੂੰ, ਮੈਂ ਨਹੀਂ ਕਹਿੰਦਾ ਕਿ ਕੁਝ ਵੀ, ਬਹੁਤ ਕੁਝ ਦਿੱਤਾ ਹੈ ਇਸ, ਔਰ ਹਰ ਵੇਲੇ ਨੇ ਅੱਗੇ ਹੀ ਵਧਣਾ ਹੁੰਦਾ, ਪਿੱਛੇ ਨੂੰ ਤੇ ਨਹੀਂ ਜਾਣਾ ਹੁੰਦਾ। ਪਰ ਬਹੁਤ ਕੁਝ ਖਰਾਬੀ ਵੀ ਹੋ ਰਹੀ ਹੈ। ਅੱਜ ਹਰ ਬੰਦਾ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਜੋ ਕਮਾਈ ਹੈ ਸਾਰੀ ਬੱਚਿਆਂ ਦੀ ਐਜੂਕੇਸ਼ਨ ਤੇ ਲਾ ਰਿਹਾ, ਤੇ ਉਹਦਾ ਫਿਰ ਬਦਲੇ ਦੇ ਵਿੱਚ ਕੀ ਮਿਲ ਰਿਹਾ ਹੈ? ਸਾਡੀ ਧਰਤੀ ਨੂੰ, ਸਾਡੇ ਵਸੇਬ ਨੂੰ, ਸਾਡੀ ਵਸੋਂ ਨੂੰ ਕੀ ਮਿਲ ਰਿਹਾ? ਜਿੰਨੀ ਉਹ ਇੱਕ ਦੂਜੇ ਦੇ ਜਿਹੜੇ ਰਿਸ਼ਤਿਆਂ ਦੇ ਪਿਆਰ ਮੁੱਕਦੇ ਜਾ ਰਹੇ ਨੇ, ਬਜ਼ੁਰਗਾਂ ਦਾ ਅਦਬ ਮੁੱਕਦਾ ਜਾ ਰਿਹਾ ਹੈ, ਬੱਚਿਆਂ ਨਾਲ ਪਿਆਰ ਮੁੱਕਦਾ ਜਾ ਰਿਹਾ ਹੈ, ਜਿਹੜੀ ਇੱਕ ਦੂਜੇ ਦੇ ਨਾਲ ਜੁੜਤ ਸੀ ਸਾਡੀ ਇੱਕ ਦੂਜੇ ਨਾਲ ਜੁੜਤ, ਫਿਰ ਸਾਡੀ ਧਰਤੀ ਦੇ ਨਾਲ ਜੁੜਤ, ਉਹ ਸਭ ਕੁਝ ਮੁੱਕਦਾ ਜਾ ਰਿਹਾ। ਉਹ ਖੰਡ ਦੀ ਗੱਲ ਹੋਈ ਤੇ ਮੈਨੂੰ ਬੋਲੀ ਯਾਦ ਆਈ ਕਿ ਉਹ ਭੈਣਾਂ ਦਾ ਇੱਕ ਗਾਉਣ ਹੁੰਦਾ ਸੀ, ਮੇਰਾ ਵੀਰ ਪ੍ਰਾਹੁਣਾ ਆਇਆ ਤੇ ਹੱਟੀਆਂ ਤੇ ਖੰਡ ਮੁੱਕ ਗਈ। ਇਨ ਲੋਕੀ ਰਿਸ਼ਤਿਆਂ ਦਾ ਚਾਅ ਹੁੰਦਾ ਸੀ ਲੋਕਾਂ ਦੇ ਅੰਦਰ। ਇਸ ਵੇਲੇ ਸਾਡੇ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੀ ਵਿਰਸੇ ਵਿੱਚ ਸਾਨੂੰ ਜ਼ਮੀਨ ਮਿਲੀ, ਅਸੀਂ ਉਹ ਆਬਾਦ ਕੀਤੀ ਹੈ ਕਿ ਬਰਬਾਦ? ਧਰਤੀ ਦਾ ਸੱਚਾ ਸਾਈਂ ਬਣੇ ਬਿਨਾ ਪੰਜਾਬੀਅਤ ਦਾ ਨਾਰਾ ਫਜ਼ੂਲ ਹੈ, ਤੇ ਜ਼ਮੀਨ ਦੇ ਕਾਤਲਾਂ ਦੀ ਨਿਸ਼ਾਨਦੇਹੀ ਵੀ ਜ਼ਰੂਰੀ ਹੈ। ਇਹ ਕੀਤਾ ਕਿੰਨੇ ਨੇ? ਆਮ ਕਿਸਾਨ ਇਹਦੇ ਜ਼ਿੰਮੇਦਾਰ ਨਹੀਂ। ਇਹ ਮਸਲਾ ਪੂਰੇ ਪੰਜਾਬ ਦਾ ਸਾਂਝਾ ਸਰਬ ਹੈ, ਪਰ ਜ਼ਿੰਮੇਦਾਰ ਉਹ ਜ਼ਮੀਨਦਾਰ ਸਿਆਸਤਦਾਨ ਜਿਨ੍ਹਾਂ ਮੱਲ ਮਾਰਾਂ ਦੇ ਹੱਥ ਵਸ ਵਿੱਚ ਧਰਤੀ ਦੇ ਫੈਸਲੇ, ਤੇ ਜਿਹੜੇ ਗ੍ਰੀਨ ਰੈਵੋਲੂਸ਼ਨ ਲਈ ਅਮਰੀਕੀ ਗੁਲਾਮੀ ਕਬੂਲ ਕਰਨ ਦੇ ਹਿੱਸੇਦਾਰ। ਮੈਂ ਪਾਕਿਸਤਾਨ ਦੀ ਗੱਲ ਕਰ ਰਿਹਾ। ਜਿਹੜੇ ਸਾਡੇ ਸਿਆਸਤਦਾਨ ਸਨ ਉਸ ਵੇਲੇ, ਉਹਨਾਂ ਨੇ ਉਹ ਸਾਰਾ ਹਾਈਬ੍ਰਿਡ ਬੀ ਫਰਟੀਲਾਈਜ਼ਰ, ਉਹ ਅਮਰੀਕਾ ਦੇ ਅਸੀਂ ਉਹ ਗੁਣ ਗਾਏ, ਤੇ ਅਸੀਂ ਉੱਥੋਂ ਗੁਲਾਮੀ ਤੋਂ ਜਿਹੜੇ ਫੈਸਲਾ ਕਰਨ ਵਾਲੇ ਸਨ ਉਹ ਕੀਤਾ ਤੇ ਉਹਨਾਂ। ਆਮ ਕਿਸਾਨ ਵਿਚਾਰਾ ਤੇ ਨਹੀਂ ਉਹ ਕਰ ਸਕਦਾ ਹੈ ਸਾਰਾ ਕੁਝ, ਉਹਦੇ ਤਾਂ ਹੱਥ ਵਿੱਚ ਫੈਸਲਾ ਨਹੀਂ। ਹੁਣ ਜਿਵੇਂ ਪੋਲੂਸ਼ਨ ਇਸ ਵੇਲੇ ਦੁਨੀਆ ਦਾ ਇੱਕ ਬਹੁਤ ਵੱਡਾ, ਦੁਨੀਆ ਬਰਬਾਦ ਹੋ ਰਹੀ ਹੈ ਇਸ ਵੇਲੇ, ਸਾਰੀ ਅਰਥ ਜਿਹੜੀ ਹੈ ਇਸ ਵੇਲੇ ਉਹ ਇੱਕ ਖਤਰੇ ਦੇ ਵਿੱਚ। ਮੌਸਮ ਬਦਲ ਰਹੇ ਨੇ, ਗਰਮੀ ਵੱਧ ਰਹੀ ਹੈ, ਕਹਿੰਦੇ ਨੇ ਕਿ ਓਜ਼ੋਨ ਲਹਿਰ ਜਿਹੜੀ, ਓਜ਼ੋਨ ਲੇਅਰ ਹੈ ਜਿਹੜੀ ਉਹ ਫਟਣ ਵਾਲੀ ਹੈ। ਇਹ ਸਾਰੀ ਤਬਾਹੀ ਇਨਸਾਨੀਅਤ ਲਈ ਪਰੇਸ਼ਾਨੀ ਹੈ, ਸਾਰੀ ਇਨਸਾਨੀਅਤ ਲਈ, ਪਰ ਸਾਰੀ ਇਨਸਾਨੀਅਤ ਇਹਦੀ ਜ਼ਿੰਮੇਦਾਰ ਨਹੀਂ। ਇਹ ਜੁਰਮ ਉਸ ਗੋਰੇ ਸਾਮਰਾਜ ਦੇ ਖਾਤੇ ਜਿਨੇ ਇੰਡਸਟਰੀਅਲ ਰੈਵੋਲੂਸ਼ਨ ਦਾ ਸਿਹਰਾ ਆਪਣੇ ਸਿਰ ਬਚਾ, ਆਪਣੇ ਸਿਰ ਬੰਨਿਆ ਸੀ ਸਿਹਰਾ ਉਸ ਵੇਲੇ ਕਿ ਮੈਂ ਸਾਰੀ ਤਰੱਕੀ ਕੀਤੀ ਹੈ, ਡਿਵੈਲਪਮੈਂਟ ਮੈਂ ਕੀਤੀ, ਤੇ ਉਸ ਸਾਰੀ ਡਿਵੈਲਪਮੈਂਟ ਦੇ ਨਤੀਜੇ ਦੇ ਵਿੱਚ ਜਿਹੜੀ ਅੱਜ ਬਰਬਾਦੀ ਹੋਈ ਹੈ, ਇਹ ਵੀ ਤੇ ਉਹਦੀ ਜ਼ਿੰਮੇਵਾਰੀ ਹੈ ਨਾ। ਅੱਜ ਹੁਣ ਕਿਹਾ ਜਾ ਰਿਹਾ ਕਿ ਸਾਰੀ ਇਨਸਾਨੀਅਤ ਦਾ ਸਾਂਝਾ ਨਹੀਂ, ਸਾਂਝਾ ਮਸਲਾ ਸਭ ਵਾਸਤੇ, ਪਰੇਸ਼ਾਨੀ ਸਭ ਵਾਸਤੇ, ਪਰ ਜ਼ਿੰਮੇਦਾਰ ਸਾਰੇ ਨਹੀਂ। ਇਸੇ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਜ਼ਮੀਨ ਬਰਬਾਦ ਹੋ ਰਹੀ ਹੈ, ਜਿਹੜੀ ਹਾਊਸਿੰਗ ਸੁਸਾਇਟੀਆਂ ਬਣ ਕੇ ਜ਼ਮੀਨ ਮੱਲੀ ਜਾ ਰਹੀ ਹੈ, ਇਹ ਸਾਰੇ ਦੇ ਜ਼ਿੰਮੇਦਾਰ ਉਹ ਲੋਕ ਨੇ ਜਿਨ੍ਹਾਂ ਦੇ ਹੱਥ ਵਿੱਚ ਫੈਸਲਾ, ਜਿਹੜੇ ਸਾਡੇ ਕਾਨੂੰਨ ਬਣਾਉਂਦੇ ਨੇ, ਸਾਡੇ
ਸਾਡੀ ਸਿਆਸਤ ਨੂੰ ਜਿਹੜੇ ਚਲਾਉਂਦੇ ਨੇ। ਗੱਲਾਂ ਤਾਂ ਬਹੁਤ ਨੇ, ਮੁੱਕਣੀਆਂ ਹੀ ਨਹੀਂ। ਤੇ ਮੇਰਾ ਖਿਆਲ ਹੈ ਇੱਥੇ ਹੀ ਬਸ ਕਰੀਏ। ਹਾਂਜੀ ਅਵਤਾਰ ਸਾਹਿਬ। ਹਾਂਜੀ ਹਾਂਜੀ, ਤੁਹਾਡੀਆਂ ਗੱਲਾਂ ਨੈਨਸੁਖ ਜੀ, ਜਿਹਨੂੰ ਪੰਜਾਬੀ 'ਚ ਅਸੀਂ ਇੱਧਰ ਕਹਿੰਦੇ ਹੁੰਦੇ ਹਾਂ ਵੀ ਮੰਤਰ ਮੁਗਧ, ਉਹ ਸਾਨੂੰ ਜਗਾਉਂਦੀਆਂ ਵੀ ਆ, ਅਤੇ ਜਗਾਉਂਦੀਆਂ ਇਸ ਤਰ੍ਹਾਂ ਕਿ ਅਸੀਂ ਗਵਾਚ ਜਾਂਦੇ ਹਾਂ ਉਹ ਸੁਣ ਕੇ। ਜਦੋਂ ਸਾਨੂੰ ਪਤਾ ਲੱਗਦਾ ਵੀ ਅਸੀਂ ਕੀ ਤੋਂ ਕੀ ਹੋ ਗਏ, ਅਸੀਂ ਕੀ ਸੀਗੇ, ਸਾਡਾ ਆਲਾ ਦੁਆਲਾ, ਸਾਡਾ ਚੌਗਿਰਦਾ, ਸਾਡੀ ਧਰਤੀ, ਸਾਡਾ ਵਾਤਾਵਰਨ, ਜਲਵਾਯੂ, ਸਾਰਾ ਕੁਛ ਹੀ, ਸਾਡੇ ਲੋਕ ਕਿਹੋ ਜਿਹੇ ਸੀਗੇ, ਅਸੀਂ ਕੀ ਹੋ ਗਏ। ਸਰ, ਤੁਹਾਡਾ ਗੱਲਬਾਤ ਸੁਣਦੇ ਹਾਂ। ਇੱਕ ਸਾਡੇ ਚੰਡੀਗੜ੍ਹ ਤੋਂ ਦੋਸਤ, ਪੰਜਾਬ ਦਰਸ਼ਨ ਦੇ ਸਰੋਤੇ ਦਰਸ਼ਕ ਤਰਲੋਚਨ ਸਿੰਘ, ਉਹਨਾਂ ਨੇ ਲਿਖਿਆ, ਉਹ ਕਹਿੰਦੇ ਅਸੀਂ ਮਹਾਤਮਾ ਬੁੱਧ ਨੂੰ ਬੋਲਦੇ ਤਾਂ ਨਹੀਂ ਸੁਣਿਆ, ਪਰ ਨੈਨਸੁਖ ਜੀ ਨੂੰ ਬੋਲਦਿਆਂ ਸੁਣ ਕੇ ਲੱਗਦਾ ਵੀ ਉਹ ਵੀ ਇਸ ਤਰ੍ਹਾਂ ਹੀ ਬੋਲਦੇ ਹੋਣਗੇ। ਅਤੇ ਇੱਕ ਇਸ ਤਰ੍ਹਾਂ ਕਹਿੰਦੇ ਆ ਵੀ ਥੋੜ੍ਹਾ ਜਿਹਾ ਔਡ ਜਿਹਾ ਲੱਗਦਾ ਵੀ ਤੁਹਾਡੇ ਵਾਲੇ ਪਾਸੇ, ਸਾਡੇ ਵਾਲੇ ਪਾਸੇ ਸਾਨੂੰ ਅੱਜ ਕਹਿਣਾ ਪੈ ਰਿਹਾ। ਲੇਕਿਨ ਇੱਕ ਇਕਬਾਲ ਹੈਦਰ ਬੱਟ, ਉਹਨਾਂ ਨੇ ਇੱਕ ਸਵਾਲ ਕੀਤਾ, ਬੇਸ਼ੱਕ ਤੁਸੀਂ ਇਹਦਾ ਜਵਾਬ ਵੀ ਦੇ ਦਿੱਤਾ, ਪਰ ਤੁਸੀਂ ਥੋੜ੍ਹੀ ਜਿਹੀ ਇਸ ਬਾਰੇ ਗੱਲ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਵੀ ਸਾਡੇ ਭਾਰਤ ਦੀ ਵੀ ਅਤੇ ਤੁਹਾਡੇ ਵਾਲੇ ਪਾਸੇ ਵੀ ਆਬਾਦੀ ਇੰਨੀ ਜ਼ਿਆਦਾ ਵੱਧ ਗਈ ਆ ਵੀ ਜੇ ਅਸੀਂ ਅੱਜ ਪੁਰਾਣੇ ਢੰਗ ਦੀ ਖੇਤੀ ਕਰਨੀ ਸ਼ੁਰੂ ਕਰੀਏ ਤਾਂ ਅੱਜ ਦੀ ਜਿੰਨੀ ਆਬਾਦੀ ਆ ਵੀ ਇਹਨਾਂ ਨੂੰ ਰਜਾਇਆ ਜਾ ਸਕਦਾ ਜਾਂ ਖਵਾਇਆ ਜਾ ਸਕਦਾ। ਇਸ ਮਸਲੇ ਬਾਰੇ ਸਰ ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਥੋੜੀ ਗੱਲ ਕਰਨਾ ਕਿ ਦੇਖੋ, ਗੱਲ ਕੀਤੀ ਜਾਂਦੀ ਹੈ ਕਿ ਜੇ ਅੱਜ ਅਸੀਂ ਇਹ ਜਿਸ ਤਰ੍ਹਾਂ ਪੋਲਟਰੀ ਫਾਰਮ ਨਾ ਹੁੰਦੇ, ਜਾਂ ਜਿਸ ਤਰ੍ਹਾਂ ਇਹ ਖਾਦਾਂ ਨਾ, ਫਰਟੀਲਾਈਜ਼ਰ ਇੰਨਾ ਨਾ ਪੈਂਦਾ, ਔਰ ਇੰਨੀ ਯੀਲਡ ਜਿਹੜੀ ਵਰਾਇਟੀਜ਼ ਆਈਆਂ, ਹਾਈ ਯੀਲਡ ਵਰਾਇਟੀਜ਼ ਆਈਆਂ ਜਿਨ੍ਹਾਂ ਦਾ ਪੈਦਾਵਾਰ ਬਹੁਤ ਹੁੰਦੀ ਹੈ, ਜੇ ਨਾ ਹੁੰਦਾ ਤੇ ਅੱਜ ਆਬਾਦੀ ਇੰਨੀ ਜ਼ਿਆਦਾ ਵੱਧ ਗਈ ਹੈ। ਠੀਕ ਹੈ, ਇਹਦੇ ਸੱਚ ਹੈ, ਆਬਾਦੀ ਵੱਧ ਗਈ। ਜਦੋਂ ਉਹਦੇ ਯਕੀਨਨ ਬਹੁਤ ਸਾਰੇ ਸਾਇੰਸ ਤੇ ਜਾਂ ਐਜੂਕੇਸ਼ਨ ਦੇ, ਮੈਂ ਨਹੀਂ ਕਹਿੰਦਾ ਕਿ ਸਾਰੇ ਨੁਕਸਾਨ ਹੀ ਹੋਏ, ਜਿਵੇਂ ਸਰਜਰੀ ਦੀ ਸਹੂਲਤ ਹੈ, ਮੈਡੀਸਨ ਹੈ, ਜਿਹੜੀ ਮੌਤ ਦੇ ਉੱਤੇ ਬਹੁਤ ਸਾਰੀਆਂ ਬਿਮਾਰੀਆਂ ਐਸੀਆਂ, ਵੈਸੇ ਪੁਰਾਣੇ ਇਲਾਜ ਐਸੇ ਨੇ ਬਹੁਤ ਸਾਰੀਆਂ ਬਿਮਾਰੀਆਂ ਦੇ, ਜਿਸ ਤਰ੍ਹਾਂ ਜਦੋਂ ਘੰਡੀ ਪੈਂਦੀ ਸੀ ਜਾਂ ਚੁੱਕ ਪੈਂਦੀ ਸੀ ਜਾਂ ਧਰਨ ਪੈਂਦੀ, ਤਾਂ ਉਹਨਾਂ ਸਾਰੀਆਂ ਬਿਮਾਰੀਆਂ ਦੇ ਸਾਡੇ ਸਿਆਣਿਆਂ ਦੇ ਕੋਲ ਇਲਾਜ ਐਸੇ ਨੇ। ਪਰ ਠੀਕ ਹੈ, ਮੌਤ ਉਸ ਵੇਲੇ ਸ਼ਾਇਦ ਜ਼ਿਆਦਾ ਹੁੰਦੀ ਹੋਏਗੀ ਤੇ ਹੁਣ ਮੌਤ ਘੱਟ ਹੁੰਦੀ ਹੋਏਗੀ, ਤੇ ਉਹਦੇ ਨਾਲ ਆਬਾਦੀ ਵਧੀ। ਪਰ ਵੇਖੋ, ਉਹ ਸਾਰੀ ਜੁੜੀ ਹੈ, ਸਾਰੀ ਉਸ ਤੁਹਾਡੇ, ਜਦੋਂ ਅਸੀਂ 2 ਟਾਈਮ ਖਾਣਾ ਖਾਂਦੇ ਸਾਂ ਤੇ ਅੱਜ ਅਸੀਂ ਸਾਰਾ ਦਿਨ ਹੀ ਖਾਣਾ ਖਾਂਦੇ ਰਹਿੰਦੇ। ਤੇ ਜੇ ਤੁਹਾਡੀ ਉਹ ਸਬਰ ਸ਼ੁਕਰ ਵਾਲੀ, ਉਹ ਤੁਹਾਡਾ ਵਸੇਬ ਜੁੜਿਆ ਨਾ ਸਾਰਾ ਉਹਦੇ ਨਾਲ, ਤੁਹਾਡੀਆਂ ਆਦਤਾਂ ਦੇ ਨਾਲ, ਤੁਸੀਂ ਕਿਵੇਂ ਰਹਿ ਰਹੇ ਹੋ ਉਹਦੇ ਨਾਲ ਜੁੜਿਆ ਸਾਰਾ। ਜੇ ਤੁਸੀਂ ਹੁਣ ਇੰਨੀ ਅਸੀਂ ਚਾਹ ਪੀਂਦੇ ਹਾਂ, ਇੰਨੀ ਜ਼ਿਆਦਾ ਚਾਹ ਪੀਂਦੇ ਹਾਂ, ਜੇ ਇੰਨੀ ਨਾ ਚਾਹ ਪੀਵੀਏ, ਅਸੀਂ ਜਿਹੜੀ ਖੰਡ ਦੀ ਇੰਨੀ ਜ਼ਿਆਦਾ, ਚੀਨੀ ਦੀ ਵਰਤੋਂ ਕਰ ਰਹੇ ਹਾਂ, ਉਹ ਨਾ ਕਰੀਏ, ਅਸੀਂ 2 ਟਾਈਮ ਖਾਣਾ ਖਾਈਏ, ਅਸੀਂ ਸਾਦਾ ਖਾਣਾ ਖਾਈਏ, ਅਸੀਂ ਭੁੱਖ ਰੱਖ ਕੇ ਖਾਈਏ, ਤੇ ਕਿੰਨੀ ਫੂਡ ਦੀ ਬੱਚਤ ਹੋ ਸਕਦੀ। ਉਹਦੀ ਵਜ੍ਹਾ ਤੋਂ ਮੈਂ ਸਮਝਣਾ ਕਿ ਸਿਰਫ ਇਹ ਇੱਕ ਦਲੀਲ ਠੀਕ ਹੈ ਕਿ ਜੇ ਇਹ ਨਵੇਂ ਤਰੀਕੇ ਹੁੰਦੇ ਤੇ ਹੋ ਸਕਦਾ ਹੈ ਕਿ ਬਹੁਤ ਜ਼ਿਆਦਾ ਕਮੀ ਹੋ ਜਾਂਦੀ। ਪਰ ਇਹਦੇ ਉੱਤੇ ਸਾਇੰਟੀਫਿਕਲੀ ਹੁਣ ਬਹੁਤ ਸਾਰੇ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਬਗੈਰ ਖਾਦਾਂ ਦੇ, ਬਗੈਰ ਪੈਸਟੀਸਾਈਡਸ ਦੇ ਕਿਵੇਂ ਆਪਣੀ ਪੈਦਾਵਾਰ ਵੀ ਵਧਾ ਸਕਦੇ ਹੋ, ਔਰ ਕਿਵੇਂ ਉਹਦਾ ਜਿਹੜੀ ਨਿਊਟ੍ਰੀਸ਼ਨ ਵੈਲਿਊ ਉਹ ਵੀ ਬਿਹਤਰ ਹੋ ਸਕਦੀ ਹੈ। ਇਕਬਾਲ ਬੱਟ ਹੋਰਾਂ ਦੀ ਗੱਲ ਠੀਕ ਹੈ, ਬਹੁਤ ਵੱਡੀ ਇੱਕ ਦਲੀਲ ਦਿੱਤੀ ਜਾਂਦੀ ਹੈ ਕਿ ਜੇ ਅੱਜ ਇੰਨਾ ਜ਼ਿਆਦਾ ਚਿਕਨ ਨਾ ਹੁੰਦਾ ਤੇ ਸ਼ਾਇਦ ਸਾਡੀਆਂ ਸਬਜ਼ੀਆਂ, ਪਰ ਇਹ ਵੇ ਨਾ ਕਿ ਸਾਲਣ ਇੰਨਾ ਪੱਕਦਾ ਹੀ ਨਹੀਂ ਸੀ ਪਹਿਲਾਂ ਜਿੰਨਾ ਅੱਜ ਸਾਲਣ ਪੱਕਦਾ ਹੈ। ਇੰਨੀ ਜ਼ਿਆਦਾ ਪਹਿਲਾਂ ਇੰਨਾ ਨਹੀਂ ਸੀ ਸਾਲਣ ਪੱਕਦਾ, ਹਾਂਡੀ ਰੋਟੀ ਇੰਝ ਨਹੀਂ ਸੀ, ਤੇ ਤੁਸੀਂ ਚਸਕੋਰੇ ਵੀ ਨਹੀਂ ਸੋ ਇੰਨੇ ਲੋਕ, ਤੇ ਲੋਕੀ ਬੜੀ ਸਾਦਗੀ ਦੀ ਜ਼ਿੰਦਗੀ ਸੀ। ਤੇ ਯਕੀਨਨ ਜਦੋਂ ਖੈਰ ਅਸੀਂ ਉਹਨੂੰ ਰੋਕ ਵੀ ਨਹੀਂ ਸਕਦੇ ਕਿ ਜਿਹੜੀ ਹੁਣ ਨਵੀਂ ਜ਼ਿੰਦਗੀ ਹੈ ਅਸੀਂ ਉਹਨੂੰ ਕੰਨ ਤੇ ਨਹੀਂ ਪਾ ਸਕਦੇ, ਤੇ ਪਰ ਇਹ ਵੇ ਕਿ ਉਹਦਾ ਮਸਲੇ ਦਾ ਹੱਲ ਇਹ ਬੜੇ ਸਾਇੰਟੀਫਿਕਲੀ ਹੁਣ ਤੁਸੀਂ ਬਹੁਤ ਕੁਝ ਉਹਦੇ 'ਚ ਆ ਗਿਆ ਕਿ ਪੈਦਾਵਾਰ ਵੀ ਵੱਧ ਸਕਦੀ ਹੈ, ਔਰ ਜਿਹੜੀ ਉਹਦੀ ਨਿਊਟ੍ਰੀਸ਼ਨ ਵੈਲਿਊ ਵੀ ਵੱਧ ਸਕਦੀ ਹੈ। ਔਰ ਬਾਕੀ ਉਹ ਹੁਣ ਆਪ ਹੀ ਕਹਿ ਰਹੇ ਨੇ ਕਿ ਹੁਣ ਜਦੋਂ ਇੱਕ ਵਾਰੀ ਡਾਕਟਰਾਂ ਨੇ ਕਿਹਾ ਕਿ ਬਹੁਤ ਖਾਓ, ਹੁਣ ਅਗਲੇ ਦਿਨ ਮੈਨੂੰ ਕਿਸੇ ਨੇ ਇੱਕ ਮੈਸੇਜ ਕੀਤਾ, ਉਹਦੇ ਦੱਸਿਆ ਕਿ ਹੁਣ ਕਹਿ ਰਹੇ ਨੇ ਕੋਈ ਡਾਕਟਰ ਕਿ ਫਾਸਟ
ਜਿਹੜਾ ਰੋਜ਼ਾ ਰੱਖਣਾ, ਫਾਸਟਿੰਗ ਜਿਹੜੀ ਹੁੰਦੀ ਹੈ, ਇਹ ਵੀ ਉਹਨਾਂ ਕੋਲ ਹੋਣੀ ਚਾਹੀਦੀ ਹੈ। ਉਹਦੇ ਤਹਿਤ ਫਿਰ ਇੰਨੀ ਸ਼ਾਇਦ ਨਾ ਫੂਡ ਸ਼ਾਰਟੇਜ ਹੁੰਦੀ ਜੇ ਸਾਡੀਆਂ ਆਦਤਾਂ ਵੀ ਠੀਕ ਰਹਿਣ। ਕੀ ਬਾਤ ਹੈ। ਹਾਂਜੀ, ਵੈਸੇ ਜੀ ਤੁਸੀਂ ਬਹੁਤ ਸੋਹਣਾ ਦੱਸ ਦਿੱਤਾ। ਮੈਨੂੰ ਲੱਗਦਾ ਕਿ ਇੰਨੀ ਪਾਪੂਲੇਸ਼ਨ ਨਹੀਂ ਵਧੀ ਜਿੰਨੀ ਅਸੀਂ ਲੋੜ ਵਧਾ ਲਈ ਆਪਣੀ, ਔਰ ਲੋੜ ਦੇ ਨਾਲ ਜਿੰਨੀ ਵੇਸਟੇਜ ਸਾਡੀ ਜ਼ਿਆਦਾ ਵੱਧ ਗਈ ਆ। ਪੁਰਾਣੇ ਸਮਿਆਂ ਵਿੱਚ ਸਾਡੇ ਤਾਂ ਇੱਧਰ ਅੰਨ ਨੂੰ ਦੇਵਤਾ ਮੰਨਦੇ ਸੀਗੇ, ਔਰ ਉਹਨੂੰ ਜੂਠਾ ਛੱਡਣਾ ਬਹੁਤ ਹੀ ਜ਼ਿਆਦਾ ਪਾਪ ਹੀ ਸਮਝਿਆ ਜਾਂਦਾ ਸੀਗਾ ਵੀ ਤੁਸੀਂ ਓਨਾ ਹੀ ਪਾਓ ਜਿੰਨਾ ਤੁਸੀਂ ਖਾ ਸਕਦੇ ਆ, ਜਿੰਨੀ ਤੁਹਾਨੂੰ ਭੁੱਖ, ਔਰ ਭੁੱਖ ਰੱਖ ਕੇ ਖਾਣਾ, ਔਰ ਵਾਧੂ ਨਾ ਲੈਣਾ, ਉਹਨੂੰ ਵੇਸਟੇਜ ਨਾ ਕਰਨਾ। ਇਹ ਸਾਡੇ ਰਿਵਾਜ ਸੀਗੇ। ਜਿਵੇਂ ਇਹ ਗੱਲ ਤੁਸੀਂ ਵੀ ਆਪਣੇ ਵਿਖਿਆਨ ਵਿੱਚ ਕਹੀ ਆ ਕਿ ਪਿੱਛੇ ਨੂੰ ਤਾਂ ਹੁਣ ਨਹੀਂ ਮੁੜਿਆ ਜਾ ਸਕਦਾ, ਪਰ ਜਿਹਨੂੰ ਇੱਕ ਪੰਜਾਬੀ ਵਿੱਚ ਅਸੀਂ ਆਮ ਕਹਿੰਦੇ ਹਾਂ ਵੀ ਅੱਗਾ ਦੌੜ ਅਤੇ ਪਿੱਛਾ ਚੌੜ, ਇਹ ਵੀ ਕੋਈ ਪ੍ਰੋਗਰੈਸ ਦੀ ਨਿਸ਼ਾਨੀ ਨਹੀਂ ਹੈ ਵੀ ਪਿਛਲਾ ਤੁਸੀਂ ਸਾਰਾ ਸੱਤਿਆਨਾਸ਼ ਕਰਦੇ ਜਾਓ ਅਤੇ ਅੱਗੇ ਨੂੰ ਵੱਧਦੇ ਜਾਓ। ਜਿਹਨੂੰ ਝੁੱਗਾ ਚੌੜ ਕਹਿੰਦੇ ਆ, ਵੀ ਝੁੱਗਾ ਚੌੜ ਕਰਨਾ ਵੀ ਕੋਈ ਤਰੱਕੀ ਦੀ ਨਿਸ਼ਾਨੀ ਨਹੀਂ ਹੈ। ਲੇਕਿਨ ਅਸੀਂ ਤਰੱਕੀ ਦੇ ਨਾਲ ਨਾਲ ਪਿਛਲਾ ਸਾਰਾ ਬਰਬਾਦ ਕਰਦੇ ਜਾਂਦੇ ਹਾਂ, ਭੁਲਾਉਂਦੇ ਜਾਂਦੇ ਹਾਂ। ਅਤੇ ਇੱਕ ਬੜੀ ਵਧੀਆ ਗੱਲ ਲੱਗੀ ਕਿ ਜਦੋਂ ਤੁਸੀਂ ਦੱਸਿਆ ਸੀਗਾ ਵੀ ਸਾਨੂੰ ਵੀ ਯਾਦ ਹੈ ਵੀ ਪਿੰਡ ਵਿੱਚ ਜਦੋਂ ਕੋਈ ਬਿਮਾਰ ਹੁੰਦਾ ਸੀਗਾ ਤਾਂ ਉਹਨੂੰ ਕਹਿੰਦੇ ਵੀ ਕਿਸੇ ਸਿਆਣੇ ਨੂੰ ਦਿਖਾੜ ਲਓ। ਅਤੇ ਮੈਂ ਦੇਖਿਆ ਵੀ ਅੱਜ ਕੱਲ੍ਹ ਅਸੀਂ ਡਾਕਟਰ ਕਹਿੰਦੇ ਹਾਂ, ਡਾਕਟਰ ਨੂੰ ਸਿਆਣਾ ਕਹਿੰਦੇ ਹਾਂ। ਅਤੇ ਜਿਹੜਾ ਡਾਕਟਰ ਸ਼ਬਦ ਹੈ ਅੰਗਰੇਜ਼ੀ ਦਾ, ਇਹਦੀ ਐਟੀਮੋਲੋਜੀ ਵੀ ਇੱਕ ਵਾਈਜ਼ ਪਰਸਨ ਹੈ। ਅਤੇ ਜਿਹੜਾ ਵੀ ਸਿਆਣਾ ਹੁੰਦਾ ਸੀਗਾ ਉਹ ਇਹ ਸ਼ਫਾ, ਦਵਾਈ, ਇਹ ਚੀਜ਼ਾਂ ਜਾਣਕਾਰੀ ਰੱਖਦੇ ਹੁੰਦੇ ਸੀਗੇ। ਅਤੇ ਉਹ ਆਮ ਲੋਕ ਹੀ ਹੁੰਦੇ ਸੀਗੇ, ਆਮ ਪਿੰਡਾਂ ਵਿੱਚ ਸਿਆਣੇ ਬੰਦੇ ਸੀਗੇ, ਉਹਨਾਂ ਨੂੰ ਕੋਈ ਸਾਰੀ ਚੀਜ਼ਾਂ ਦਾ ਪਤਾ ਹੁੰਦਾ ਸੀਗਾ। ਲੇਕਿਨ ਅੱਜ ਅਸੀਂ ਉਹ ਜਿਹੜੀ ਆਮ ਇੱਕ ਸਿਆਣਪ ਹੈਗੀ ਹੈ ਲੋਕਾਂ ਦੀ, ਉਹ ਤੋਂ ਅਸੀਂ ਮਹਿਰੂਮ ਹੋ ਚੁੱਕੇ ਹਾਂ। ਅਤੇ ਹੁਣ ਸਾਨੂੰ ਬਕਾਇਦਾ ਤੌਰ 'ਤੇ ਜਿਹੜਾ ਸਨਦ ਜ਼ਾਬਤਾ, ਜਿਹਨੂੰ ਅਸੀਂ ਕਹਿੰਦੇ ਹਾਂ ਡਿਗਰੀ ਹੋਲਡਰ, ਹੁਣ ਤਾਂ MBBS ਨੂੰ ਵੀ ਲੋਕ ਸਮਝਦੇ ਆ ਵੀ ਕੋਈ MS ਹੋਵੇ ਉਹਦੇ ਕੋਲ ਜਾਣਾ, ਬੜੇ ਡਾਕਟਰ ਕੋਲ ਜਾਣਾ, ਅਸੀਂ ਇਸ ਤਰ੍ਹਾਂ ਦਾ ਹੋ ਗਿਆ। ਲੇਕਿਨ ਜਿਵੇਂ ਨੈਣ ਸੁੱਖ ਜੀ ਨੇ ਸਾਨੂੰ ਸਾਡੇ ਸਾਹਮਣੇ ਪੁਰਾਣਾ ਦ੍ਰਿਸ਼ ਜਿਹੜਾ ਸਾਡੇ ਸਾਹਮਣੇ ਰੱਖਿਆ, ਔਰ ਉਹਦੇ ਵਿੱਚ ਅਸੀਂ ਕਿੰਨੀ ਉਸ ਆਬਾਦੀ ਦੇ ਵਿੱਚ ਕਿੰਨੀ ਅਸੀਂ ਬਰਬਾਦੀ ਕੀਤੀ ਆ, ਕਿੱਥੇ ਕਿੱਥੇ ਅਸੀਂ ਨੁਕਸਾਨ ਕੀਤਾ, ਅਸੀਂ ਕਿੰਨਾ ਕਿੰਨਾ ਅਸੀਂ ਗਰਕ ਗਏ ਹਾਂ, ਉਹਦੇ ਬਾਰੇ ਸਾਨੂੰ ਦੱਸਿਆ ਸੀਗਾ। ਇਸ ਤਰ੍ਹਾਂ ਕਈ ਥਾਵਾਂ ਤਾਂ ਇਸ ਤਰ੍ਹਾਂ ਦੀਆਂ ਆਈਆਂ ਜਿਵੇਂ ਰੋਣ ਨੂੰ ਜੀ ਕਰਦਾ ਸੀਗਾ, ਅੰਦਰੋਂ ਇੱਕ ਧਾਹ ਜੀ ਨਿਕਲਦੀ ਸੀ ਵੀ ਅਸੀਂ ਇੰਨਾ ਕੁਛ ਗਵਾ ਲਿਆ ਅਸੀਂ। ਲੇਕਿਨ ਇਹ ਹੌਲੀ ਹੌਲੀ ਕਰਕੇ ਇੰਨਾ ਕੁਛ ਗਵਾ ਲਿਆ ਕਿ ਅੱਜ ਉਹਦਾ ਹਿਸਾਬ ਲਾਉਣਾ ਵੀ ਮੁਸ਼ਕਿਲ ਹੋਇਆ ਪਿਆ। ਅੱਜ ਇਸ ਲੈਕਚਰ ਦੌਰਾਨ ਬਹੁਤ ਸਾਰੇ ਸਾਡੇ ਦਰਸ਼ਕ, ਸਾਨੂੰ ਲੱਗਦਾ ਸੀਗਾ ਵੀ ਸ਼ਾਇਦ ਅਸੀਂ ਕਾਫੀ ਜ਼ਿਆਦਾ ਡਿਲੇ ਕੀਤੀ ਆ ਵੀ ਲੋਕ ਭੁੱਲ ਹੀ ਨਾ ਗਏ ਹੋਣ। ਲੇਕਿਨ ਸਾਡੇ ਸਾਰੇ ਪੁਰਾਣੇ ਲੋਕ ਉਹ ਨੈਣ ਸੁੱਖ ਜੀ ਨੂੰ ਇੰਨਾ ਉਡੀਕਦੇ ਸੀਗੇ ਕਿ ਉਹਨਾਂ ਨੇ ਬੜੇ ਤਹੱਮਲ ਦੇ ਨਾਲ ਸਾਰਾ ਲੈਕਚਰ ਸੁਣਿਆ। ਮੈਂ ਉਹਨਾਂ ਦੇ ਨਾਂ ਲੈਣੇ ਚਾਹੁੰਦਾ, ਪ੍ਰੋਫੈਸਰ ਕੁਲਵੀਰ ਕੌਰ, ਗੁਰਦਾਸ ਡਡਵਾਲ, ਰਮਨਦੀਪ ਸਿੰਘ, ਡਾਕਟਰ ਮਨਜਿੰਦਰ ਸਿੰਘ GNDU, ਗੁਰਬਚਨ ਸਿੰਘ ਸਾਗਰੀ, ਡਾਕਟਰ ਹਰਮੀਤ ਕੌਰ ਭੁੱਲਰ, ਤਰਲੋਚਨ ਸਿੰਘ, ਅਵਤਾਰ ਸਿੰਘ ਪਤੰਗ ਚੰਡੀਗੜ੍ਹ ਤੋਂ, ਡਾਕਟਰ ਯਾਦਵਿੰਦਰ ਸਿੰਘ ਦਿੱਲੀ ਯੂਨੀਵਰਸਿਟੀ ਤੋਂ, ਮੁਹੰਮਦ ਨਈਮ ਜਾਵੇਦ, ਰਵਿੰਦਰ ਮਾਨ, ਹਰਪਾਲ ਸਿੰਘ, ਰਾਜਪਾਲ ਸਿੰਘ ਰਾਮਾ, ਡਾਕਟਰ ਮੋਨਿਕਾ ਕੁਮਾਰ ਚੰਡੀਗੜ੍ਹ ਤੋਂ, ਭੁਪਿੰਦਰ ਸਿੰਘ ਥਿੰਦ, ਪ੍ਰੋਫੈਸਰ ਹਰਜਿੰਦਰ ਸਿੰਘ ਸੇਖੋਂ, ਸੁਮਨਦੀਪ ਸਿੰਘ, ਤਰਲੋਚਨ ਸਿੰਘ ਦਪਾਲਪੁਰੀ USA ਤੋਂ, ਗੁਰਪ੍ਰੀਤ ਕੌਰ, ਜਤਿੰਦਰਪਾਲ ਸਿੰਘ ਚੰਡੀਗੜ੍ਹ, ਡਾਕਟਰ ਨੀਲੂ ਸ਼ਰਮਾ, ਹਰਮੇਲ ਸਿੰਘ, ਪਵਨਬੀਰ ਪਵਨ, ਰਜੇਸ਼ ਕੁਮਾਰ ਜੈਸਵਾਲ, ਚੌਧਰੀ ਕੁਲਵਿੰਦਰ ਸਿੰਘ, ਹਰਜੀਤ ਵਿਰਦੀ, ਅਨੂਪਮ, ਪ੍ਰਦੀਪ ਥਲੇ ਤੋਂ, ਡਾਕਟਰ ਪਰਮਿੰਦਰ ਸਿੰਘ ਜਲੰਧਰ ਤੋਂ, ਪਰਮਿੰਦਰ ਸੋਢੀ ਜਾਪਾਨ ਤੋਂ, ਡਾਕਟਰ ਰਣਜੀਤ ਸਿੰਘ ਬਾਜਵਾ, ਦਵਿੰਦਰ ਭੁੱਲਾ ਰਾਈ, ਮੁਨੀਸ਼ ਸਿੰਘ, ਕੁਲਬੀਰ ਕਮਲ, ਡਾਕਟਰ ਬਲਵਿੰਦਰ ਸਿੰਘ ਟਵਾਣਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ, ਅਸ਼ਮਾ ਸਾਨੀ ਜਲੰਧਰ ਤੋਂ, ਡਾਕਟਰ ਸੁਰਿੰਦਰ ਮੋਹਨ ਸਿੰਘ ਸਿੱਧੂ ਜਾੜਲੇ ਤੋਂ, ਸ਼ਹਿਜ਼ਾਦ ਅਸਲਮ ਅਤੇ ਨਵਜੋਤ ਕੌਰ NBT ਦਿੱਲੀ ਤੋਂ, ਡਾਕਟਰ ਸਕੂਨ ਸਿੰਘ ਚੰਡੀਗੜ੍ਹ ਤੋਂ, ਪਰਵਿੰਦਰ ਸਿੰਘ, ਪ੍ਰੋਫੈਸਰ ਮਹਿੰਦਰ ਸਿੰਘ ਬਣਵੈਤ ਅਤੇ ਵਰਿੰਦਰ ਕੁਮਾਰ।
ਇਹ ਬਹੁਤ ਸਾਰੇ ਦਰਸ਼ਕ ਜਿਹੜੇ ਪ੍ਰੋਗਰਾਮ ਸੁਣ ਰਹੇ ਸੀਗੇ, ਦੇਖ ਰਹੇ ਸੀਗੇ, ਔਰ ਨਾਲ ਇਹਨਾਂ ਨੇ ਕਮੈਂਟ ਕੀਤੇ। ਹੋਰ ਵੀ ਬਹੁਤ ਸਾਰੇ ਜਿਹੜੇ ਸਿਰਫ ਦੇਖਿਆ, ਜਿਨ੍ਹਾਂ ਨੇ ਸੁਣਿਆ, ਉਹਨਾਂ ਦੇ ਨਾਂ ਨਹੀਂ ਸਾਡੇ ਕੋਲ ਆਏ। ਅਤੇ ਪੰਜਾਬ ਦਰਸ਼ਨ ਵੱਲੋਂ ਅਸੀਂ ਇਹਨਾਂ ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ, ਜਿਨ੍ਹਾਂ ਦੇ ਨਾਂ ਨਹੀਂ ਵੀ ਆਏ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਖ਼ਾਸ ਤੌਰ ਦੇ ਉੱਤੇ ਨੈਣ ਸੁਖ ਜੀ ਦਾ, ਜਿਨ੍ਹਾਂ ਨੇ ਮੈਨੂੰ ਲੱਗਦਾ ਵੀ ਜਿਵੇਂ ਇੱਕ ਤਹੀਆ ਕੀਤਾ ਹੋਇਆ ਵੀ ਮੈਂ ਆਪਣੀ ਸੋਚ ਸਮਝ, ਆਪਣੀ ਸਿਆਣਪ, ਇਹ ਸਾਰੀ ਪੰਜਾਬ ਦੇ ਲੇਖੇ ਲਾਉਣੀ ਹੈ। ਔਰ ਪੰਜਾਬ ਨੂੰ ਉਹਨਾਂ ਨੇ ਜਿਵੇਂ ਰਿਵਾਈਵ ਕਰਨ ਦਾ, ਪੰਜਾਬ ਨੂੰ ਬਚਾਉਣ ਦਾ, ਪੰਜਾਬ ਨੂੰ ਚੰਗੇ ਰਾਹ ਪਾਉਣ ਦਾ ਜਿਵੇਂ ਉਹਨਾਂ ਨੇ ਫੈਸਲਾ ਕੀਤਾ ਹੋਵੇ, ਅਤੇ ਉਹਨਾਂ ਦੇ ਅੱਗੇ ਸਾਡਾ ਪੰਜਾਬ ਦਰਸ਼ਨ ਦਾ ਅਤੇ ਸਾਡਾ ਸਾਰੇ ਸਰੋਤਿਆਂ ਦਰਸ਼ਕਾਂ ਦਾ ਸਿਰ ਝੁਕਦਾ। ਉਹਨਾਂ ਦੀ ਤਹਿਜ਼ੀਬ, ਉਹਨਾਂ ਦਾ ਅੰਦਾਜ਼, ਉਹਨਾਂ ਦੀ ਬੋਲਚਾਲ, ਉਹਨਾਂ ਦੇ ਸ਼ਬਦ, ਔਰ ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਲਗਾਓ, ਉਹਨਾਂ ਦਾ ਅਹਿਸਾਸ, ਉਹਨਾਂ ਦੀ ਸੰਵੇਦਨਸ਼ੀਲਤਾ, ਉਹ ਸਾਰਾ ਕੁਝ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਵੀ ਸਾਡੇ ਵਿੱਚ ਅੱਜ ਦੇ ਯੁੱਗ ਵਿੱਚ ਇਸ ਤਰ੍ਹਾਂ ਸੋਚਣ ਵਾਲਾ, ਇਸ ਤਰ੍ਹਾਂ ਸਮਝਣ ਵਾਲਾ ਵੀ ਕੋਈ ਇਨਸਾਨ ਹੈ। ਨੈਣ ਸੁਖ ਜੀ, ਅਸੀਂ ਤੁਹਾਨੂੰ ਫਿਰ ਵੀ ਤਕਲੀਫ ਦਿੰਦੇ ਰਹਾਂਗੇ, ਅਤੇ ਮੇਰਾ ਖਿਆਲ ਹੈ ਵੀ ਇਹਦੇ ਬਾਰੇ ਬਹੁਤ ਸਾਰੇ ਸਵਾਲ ਵੀ ਹੋਣਗੇ ਹੋਰ, ਜਿਹੜੇ ਲੋਕ ਸਾਡੇ ਕੋਲੋਂ ਪੁੱਛਣਗੇ, ਅਤੇ ਸ਼ਾਇਦ ਤੁਹਾਡੇ ਕੋਲੋਂ ਵੀ ਫੋਨ ਕਰਕੇ ਪੁੱਛਣ। ਅਤੇ ਜਿਵੇਂ ਤੁਸੀਂ ਸ਼ੁਰੂ 'ਚ ਗਿਲਾ ਕੀਤਾ ਸੀਗਾ ਵੀ ਤੁਸੀਂ ਇੱਧਰਲੇ ਪੰਜਾਬ ਦੇ ਲੋਕਾਂ ਨੂੰ ਫੋਨ ਕੀਤੇ, ਕਿਸੇ ਨੇ ਤੁਹਾਨੂੰ ਠੀਕ ਤਰ੍ਹਾਂ ਦੱਸਿਆ ਨਹੀਂ, ਅਤੇ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਤੁਹਾਡਾ ਇਹ ਗਿਲਾ ਪੁੱਜਿਆ ਹੋਊਗਾ, ਅਤੇ ਉਹ ਜ਼ਰੂਰ ਇਸ ਪਾਸੇ ਕੁਛ ਧਿਆਨ ਦੇਣਗੇ ਅਤੇ ਚੀਜ਼ਾਂ ਉਹ ਰੀਕਲੈਕਟ ਕਰਨਗੇ, ਰੀਕਾਲ ਕਰਨਗੇ, ਯਾਦ ਕਰਨਗੇ। ਅਤੇ ਮੈਂ ਆਪਣੇ ਵੱਲੋਂ ਵੀ ਕੋਈ ਇਸ ਤਰ੍ਹਾਂ ਦੀ ਸੂਚੀ ਬਣਾਊਂਗਾ, ਇੱਧਰਲੇ ਪਾਸਿਓਂ ਜੋ ਕੋਈ ਜਾਣਕਾਰੀ ਮਿਲੇ ਮੈਂ ਤੁਹਾਡੇ ਤੱਕ ਉਹ ਪੁੱਜਦੀ ਕਰੂੰਗਾ। ਮੈਂ ਤੁਹਾਨੂੰ ਸ਼ਾਇਦ ਫੋਨ 'ਤੇ ਦੱਸਿਆ ਵੀ ਸੀਗਾ ਵੀ ਭਾਈ ਬਲਦੀਪ ਸਿੰਘ ਦਿੱਲੀ ਵਾਲਿਆਂ ਨੇ ਇੱਕ ਵਾਰੀ ਸੁਲਤਾਨਪੁਰ ਲੋਧੀ ਇੱਕ ਕਵੀ ਦਰਬਾਰ ਕਰਾਇਆ ਸੀਗਾ, ਅਤੇ ਉੱਥੇ ਇੱਕ ਕਵੀ ਸੱਜਣ ਨੇ ਇੱਕ ਕਵਿਤਾ ਬੋਲੀ ਸੀ, ਅਤੇ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਘਾਹ ਜਿਹੜੇ ਆ ਉਹਨਾਂ ਦਾ ਜ਼ਿਕਰ ਕੀਤਾ ਸੀਗਾ ਉਸ ਕਵਿਤਾ ਦੇ ਵਿੱਚ। ਖ਼ਾਸ ਤੌਰ ਦੇ ਉੱਤੇ ਮੈਨੂੰ ਉਹ ਕਵਿਤਾ ਮਿਲੀ, ਪਰ ਉਹ ਇਸ ਅੰਦਾਜ਼ ਵਿੱਚ ਮਿਲੀ ਕਿ ਮੈਂ ਤੁਹਾਡੇ ਤੱਕ ਉਹ ਪੁੱਜਦੀ ਨਹੀਂ ਕਰ ਸਕਿਆ, ਅਤੇ ਮੈਂ ਉਹਨੂੰ ਲਿਖ ਕੇ ਤੁਹਾਡੇ ਤੱਕ ਪਹੁੰਚਾਊਂਗਾ। ਅਤੇ ਉਹਦੇ ਵਿੱਚ ਇੱਕ ਘਾਹ ਦਾ ਜ਼ਿਕਰ ਸੀਗਾ ਜਿਹੜਾ ਤੁਹਾਡੇ ਉਹਦੇ ਵਿੱਚ ਆਇਆ ਨਹੀਂ ਕਿਸੇ ਲਿਸਟ ਵਿੱਚ, ਉਹ ਸੀਗਾ ਰਵਾੜੀ। ਮੈਂ ਦੇਖਿਆ ਹੋਇਆ ਘਾਹ ਵੱਟਾਂ ਦੇ ਉੱਤੇ ਹੁੰਦਾ ਸੀਗਾ, ਕਣਕਾਂ ਦੇ ਵਿੱਚ, ਇਹਨਾਂ ਦਿਨਾਂ 'ਚ ਸ਼ਾਇਦ ਹੁੰਦਾ ਸੀ ਰਵਾੜੀ, ਅਤੇ ਉਹ ਵੀ ਇੱਕ ਘਾਹ ਹੁੰਦਾ ਸੀ। ਤੁਸੀਂ ਇਹਨੂੰ ਨੋਟ ਕਰ ਲਿਓ। ਹੋਰ ਵੀ ਕੋਈ ਨਵੇਂ ਚੀਜ਼ਾਂ ਇਸ ਤਰ੍ਹਾਂ ਦੀ ਮਿਲੀਆਂ ਮੈਂ ਤੁਹਾਨੂੰ ਜ਼ਰੂਰ ਦੱਸੂੰਗਾ। ਅਤੇ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਖੀਰ ਦੇ ਵਿੱਚ ਸਾਡੇ ਪੰਜਾਬ ਦਰਸ਼ਨ ਦੇ ਸਰਪ੍ਰਸਤ ਡਾਕਟਰ ID ਗੌੜ ਚੰਡੀਗੜ੍ਹ ਤੋਂ ਅਤੇ ਪ੍ਰੋਫੈਸਰ ਹਰਪਾਲ ਸਿੰਘ ਜੀ, ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਸਾਨੂੰ ਬਹੁਤ ਜ਼ਿਆਦਾ ਆਸ਼ੀਰਵਾਦ ਦਿੰਦੇ ਆ ਅਤੇ ਸਾਨੂੰ ਗਾਈਡ ਕਰਦੇ ਆ ਅਤੇ ਦੱਸਦੇ ਰਹਿੰਦੇ ਆ, ਅਤੇ ਜਿਨ੍ਹਾਂ ਦੇ ਨਾਲ ਅਸੀਂ ਇਹ ਪ੍ਰੋਗਰਾਮ ਕਰ ਸਕਦੇ ਹਾਂ। ਉਹ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਸਹਿਜ ਅਤੇ ਸੁਹਜ ਨੂੰ ਬਰਕਰਾਰ ਰੱਖਣ ਵਾਲੇ ਪਰਮਿੰਦਰ ਸਿੰਘ ਅਤੇ ਮਹਿਤਾਬ ਸਿੰਘ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੀ ਪੰਜਾਬ ਦਰਸ਼ਨ ਦੀ ਸਿਰਜਕ ਟੀਮ ਡਾਕਟਰ ਹਰਮੀਤ ਕੌਰ, ਡਾਕਟਰ ਜਸਕਰਨ ਸਿੰਘ, ਡਾਕਟਰ ਕਮਲੇਸ਼ ਗੋਇਲ ਅਤੇ ਪ੍ਰੋਫੈਸਰ ਦਿਲਦਾਰ ਸਿੰਘ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਭ ਤੋਂ ਅਖੀਰ ਵਿੱਚ ਪੰਜਾਬ ਦਰਸ਼ਨ ਦਾ ਆਸਰਾ ਕੁਲਵਿੰਦਰ ਕੌਰ ਦਾ ਬਹੁਤ ਬਹੁਤ ਧੰਨਵਾਦ। ਫਿਰ ਜਲਦੀ ਕਿਸੇ ਹੋਰ ਪ੍ਰੋਗਰਾਮ ਨਾਲ ਆਉਂਦੇ ਬੁੱਧਵਾਰ ਅਸੀਂ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਾਂਗੇ, ਤੁਹਾਨੂੰ ਮਿਲਾਂਗੇ, ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨੈਣ ਸੁਖ ਜੀ, ਅਖੀਰ ਵਿੱਚ ਤੁਹਾਡੇ ਮਨ ਵਿੱਚ ਕੋਈ ਹੋਰ ਖਿਆਲ ਆਇਆ ਹੋਵੇ, ਕੋਈ ਰਹਿ ਗਿਆ ਹੋਵੇ, ਤੁਸੀਂ ਸਾਂਝਾ ਕਰ ਸਕਦੇ ਹੋ। ਰਵਾੜੀ ਦਾ ਤੁਸੀਂ ਕਿਹਾ ਨਾ, ਮੈਂ ਉਹ ਜੜੀ ਬੂਟੀਆਂ 'ਚ ਉਹਦਾ ਨਾਂ ਲਿਆ ਸੀ। ਅੱਛਾ। ਅਸਲ ਵਿੱਚ ਜਿਹੜੇ ਜਿਹੜੀ ਜੜੀ ਬੂਟੀਆਂ ਨੇ ਨਾ, ਉਹ ਨਾਲ ਮਿਲਦੇ ਘਾਹ ਅਸਲ 'ਚ ਹੁੰਦੇ ਨੇ ਜਿਹਨਾਂ ਨੂੰ ਜਾਨਵਰ ਚਰਦੇ ਨੇ, ਔਰ ਉਹਨਾਂ ਦਾ ਉਹ ਜ਼ਿਆਦਾ ਦੁੱਧ ਦਿੰਦੇ ਖਾਸ ਤੌਰ 'ਤੇ। ਅਤੇ ਜੜੀ ਬੂਟੀਆਂ ਜਿਨ੍ਹਾਂ ਦੀਆਂ ਅਸੀਂ ਦਵਾਈਆਂ ਬਣਾਉਂਦੇ ਹਾਂ, ਜਾਂ ਵੈਸੇ ਬਹੁਤ ਜ਼ਿਆਦਾ ਉਹ ਵੱਖਰੀਆਂ ਹੁੰਦੀਆਂ ਨੇ ਥੋੜ੍ਹਾ ਜਿਹਾ ਨਾ ਘਾਹ ਤੋਂ, ਅਤੇ ਮੈਂ ਉਹਦੇ 'ਚ ਰਵਾੜੀ ਦਾ ਨਾਂ ਲਿਆ ਸੀ। ਅਤੇ ਬਾਕੀ ਵੇਖੋ, ਜਿਹੜਾ ਮੈਂ ਗਿਲਾ ਵੀ ਸ਼ਾਇਦ ਉਸ ਤਰ੍ਹਾਂ 'ਤੇ ਸ਼ਾਇਦ ਸਖਤ ਲਫ਼ਜ਼ ਹੀ ਹੋਵੇ, ਪਰ ਐਸੀ ਕਿ ਅਸੀਂ ਹੁਣ ਮੇਰੇ ਆਪਣਾ ਵੀ ਚੇਤਾ, ਜਿਹੜੀ ਮੈਮਰੀ ਹੈ ਨਾ, ਹੁਣ ਵੀਕ ਹੋ ਰਹੀ ਹੈ। ਅਤੇ ਹੁਣ ਮੈਨੂੰ ਜਿਹੜੇ ਆ ਜਿੰਨੇ ਮੈਂ ਜੜੀ ਬੂਟੀਆਂ ਜਾਂ ਘਾਹ ਜਾਂ ਪੰਛੀਆਂ ਦੇ ਜਾਂ ਰੁੱਖਾਂ ਦੇ ਨਾਂ ਲਏ ਨੇ, ਇਹਨਾਂ 'ਚ ਕੁਝ ਹੀ ਮੈਨੂੰ ਯਾਦ ਸਨ। ਬਾਕੀ ਮੈਂ ਇੱਧਰ ਉੱਧਰ ਪੁੱਛੇ ਦੂਸਰੇ ਬਜ਼ੁਰਗਾਂ ਕੋਲੋਂ, ਔਰ ਬਹੁਤ ਸਾਰੇ ਸੱਜਣਾ ਸਾਥੀਆਂ ਨੇ ਦੱਸੇ। ਅਤੇ ਇਸੇ ਤਰ੍ਹਾਂ ਹੁਣ ਬਹੁਤ ਸਾਰਾ ਸਾਨੂੰ ਉਸ ਪਾਸੇ ਦਾ ਨਹੀਂ ਪਤਾ, ਉਸ ਪਾਸਾ ਜਾਂ ਇਸ ਪਾਸੇ ਆਖਣਾ ਪੈਂਦਾ। ਹਕੀਕਤ ਹੈ ਨਾ, ਬਾਰਡਰ 'ਤੇ ਹੈ ਨਾ ਸਾਡੇ।
ਮੈਂ ਬਗੈਰ ਪਾਸਪੋਰਟ ਦੇ ਵੀਜ਼ਾ ਲੱਗਿਆ ਤੇ ਨਹੀਂ ਉਧਰ ਆ ਸਕਦਾ, ਨਾ ਤੁਸੀਂ ਇੱਧਰ ਆ ਸਕਦੇ ਹੋ। ਇਹ ਤੇ ਹੁਣ ਇੱਕ ਸਾਇੰਸ ਨੇ ਇੱਕ ਤਰੀਕਾ ਕੱਢਿਆ ਨਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਸਮਝੋ ਕਿ ਮੇਰੇ ਘਰ ਹੀ, ਬਾਕੀ ਤੁਸੀਂ ਮੇਰੇ ਘਰ ਵਿੱਚ ਬੈਠੇ ਔਰ ਮੈਂ ਇਸ ਵੇਲੇ ਤੁਹਾਡੇ ਘਰ ਵਿੱਚ ਬੈਠਾ, ਉਹ ਤੇ ਸਾਇੰਸ ਦੇ ਜ਼ਰੀਏ ਇੰਜ ਹੋਇਆ। ਤੇ ਇਹਦੇ ਨਾਲ ਵੀ ਇੱਕ ਸਾਨੂੰ ਇਹ ਹੋ ਗਈ ਸਾਡੀ ਸਹੂਲਤ। ਪਰ ਇਹ ਵੀ ਕਿ ਸਾਨੂੰ ਇਹਦੇ ਨਿੱਕੇ ਹੁੰਦੇ ਮੈਂ ਦੇਖਿਆ ਸੀ ਕਿ ਔਰਤਾਂ, ਬੱਚੀਆਂ, ਖਾਸ ਤੌਰ ਤੇ ਕੁੜੀਆਂ ਜਿਹੜੀਆਂ ਹੁੰਦੀਆਂ ਸਨ ਨਾ, ਉਹ ਨਮੂਨੇ ਜਦੋਂ ਕਸ਼ੀਦਾਕਾਰੀ ਕਰ ਰਹੀ ਹੁੰਦੀ ਸਨ ਤੇ ਦੂਜਿਆਂ ਕੋਲ ਆਪਣਾ ਨਾ ਨਮੂਨਾ ਲਿਖਾਉਂਦੀਆਂ ਸਨ ਕਿ ਇਹਨੂੰ ਨਾ ਪਤਾ ਲੱਗ ਜਾਏ। ਤੇ ਉਹ ਕੋਈ ਚੰਗੀ ਗੱਲ ਨਹੀਂ। ਹੁਣ ਅੱਜ ਵੀ ਜੇ ਕਿਸੇ ਨੂੰ ਪਤਾ ਸੀ, ਜਿਨ੍ਹਾਂ ਨੂੰ ਮੈਂ 7 ਲੋਕਾਂ ਨੂੰ ਉਧਰ ਫੋਨ ਕੀਤਾ, ਤੇ ਜੇ ਕੁਝ ਪਤਾ ਸੀ ਮੈਨੂੰ ਦੱਸ ਦਿੰਦੇ। ਪਤਾ ਨਹੀਂ ਜਾਂ ਬਹੁਤ ਬਿਜ਼ੀ ਨੇ ਜਾਂ ਸਾਡੇ ਕੋਲ ਇੱਕ ਦੂਜੇ ਵਾਸਤੇ ਵੇਲਾ ਹੀ ਨਹੀਂ। ਜਿਸ ਤਰ੍ਹਾਂ ਅੱਜ ਕੱਲ੍ਹ ਦੇ ਜ਼ਮਾਨੇ ਦਾ ਇੱਕ ਚੱਲ ਪਈ ਹੈ ਰੀਤ, ਅਸੀਂ ਨਾ ਕਦੀ ਵਿਹਲੇ ਹੁੰਦੇ ਹਾਂ ਤੇ ਨਾ ਸਾਡੇ ਕੋਲ ਕੋਈ ਵੇਲਾ ਹੁੰਦਾ ਹੈ। ਤੇ ਵੈਸੇ ਕਈ ਵਾਰੀ ਸਾਡੇ ਕੋਲ ਸਾਰਾ ਦਿਨ ਕੰਮ ਵੀ ਕੋਈ ਨਹੀਂ ਹੁੰਦਾ, ਪਰ ਫਿਰ ਵੀ ਅਸੀਂ ਵਿਹਲੇ ਵੀ ਨਹੀਂ ਹੁੰਦੇ। ਤੇ ਉਹ ਜਿਹੜਾ ਇਸ ਤਰ੍ਹਾਂ ਦੀ ਸੂਰਤ ਬਣ ਗਈ ਹੈ ਨਾ, ਤੇ ਅਸੀਂ ਇੱਕ ਦੂਜੇ ਨਾਲ ਸਾਂਝਾ ਕਰੀਏ। ਵੇਖੋ ਇਸੇ ਤਰ੍ਹਾਂ ਵਿਰਸਾ ਸੰਭਾਲਿਆ ਜਾਏਗਾ। ਹੁਣ ਯਕੀਨ, ਹੁਣ ਵਾਰਿਸ ਸ਼ਾਹ ਨੇ ਉਸ ਵੇਲੇ 7 ਕਿਸਮਾਂ ਦੇ ਚਾਵਲਾਂ ਦੇ ਨਾਂ ਲਿਖ ਦਿੱਤੇ ਤੇ ਅੱਜ ਮੈਂ ਤੁਹਾਡੇ ਸਾਹਮਣੇ ਦੱਸ ਦਿੱਤੇ। ਇਸੇ ਤਰ੍ਹਾਂ ਅਸੀਂ ਜੋ ਸਾਨੂੰ ਪਤਾ ਹੁੰਦਾ ਅਸੀਂ ਲਿਖ ਜਾਈਏ, ਇੱਕ ਦੂਜੇ ਨੂੰ ਦੱਸ ਜਾਈਏ, ਤੇ ਇਹ ਜ਼ਰੂਰੀ ਹੈ। ਵਿਰਸਾ ਦੇਖੋ, ਧਰਤੀ ਨਾਲ ਹੋਰ ਪਿਆਰ ਫਿਰ ਕੀ ਹੈ? ਧਰਤੀ ਦੇ ਨਾਲ, ਧਰਤੀ ਨਾਲ ਪਿਆਰ ਕਿਹਨੂੰ ਕਹਿੰਦੇ ਨੇ? ਮੈਨੂੰ ਜੋ ਉਹਦੇ ਸਬਜ਼ੇ ਨਾਲ, ਮੈਨੂੰ ਉਹਦੇ ਰੁੱਖਾਂ ਦੇ ਨਾਲ, ਮੇਰੀਆਂ ਉੱਥੋਂ ਦੇ ਰੀਤਾਂ ਰਿਵਾਜਾਂ ਦੇ ਨਾਲ, ਮੈਨੂੰ ਉੱਥੋਂ ਦੇ ਪਿਆਰਾਂ ਦੇ ਨਾਲ, ਜੇ ਯਾਰੀਆਂ ਤੇ ਸੱਜਣ ਸਾਥੀਆਂ, ਜੋ ਕੁਝ ਵੀ ਹੈ ਸਾਰਾ ਕੁਝ, ਜੇ ਉਹਦੇ ਨਾਲ ਪਿਆਰ ਨਹੀਂ ਤੇ ਫਿਰ ਧਰਤੀ ਨਾਲ ਪਿਆਰ ਫਿਰ ਕਿਹਨੂੰ ਕਹਿੰਦੇ ਨੇ? ਫਿਰ ਸਿਆਸੀ ਨਾ ਰਹੇ ਝੂਠਾ, ਮੇਰਾ ਪੰਜਾਬ, ਮੇਰਾ ਪੰਜਾਬ, ਕੀ ਰਿਹਾ ਤੇਰਾ ਪੰਜਾਬ? ਇਹਨੂੰ ਤੇ ਪੰਜਾਬ ਦੀ ਹਰ ਵੇਲੇ ਪੰਜਾਬ ਨੂੰ ਤੂੰ ਮਿੱਥ ਰਿਹਾ, ਪੰਜਾਬ ਦਾ ਬੇੜਾ ਗਰਕ ਕਰ ਰਿਹਾ, ਤੇ ਤੂੰ ਕਹਿੰਦਾ ਮੇਰਾ ਪੰਜਾਬ, ਮੇਰਾ ਧਰਤੀਆਂ ਵੇਖੋ, ਸਾਰੀਆਂ ਧਰਤੀਆਂ ਜਿਹੜੀਆਂ ਨੇ ਚੰਗੀਆਂ ਨੇ, ਤੇ ਹਰ ਧਰਤੀ ਦੇ ਜੀਅ ਦਾ ਆਪਣੀ ਧਰਤੀ ਦੇ ਨਾਲ ਪਿਆਰ ਹੈ ਹੀ ਹੈ। ਉੱਥੋਂ ਦੇ ਫਲੋਰਾ ਫਾਨਾ ਦਾ, ਉੱਥੋਂ ਦੇ ਰੁੱਖਾਂ ਦਾ, ਉੱਥੋਂ ਦੇ ਪੰਛੀਆਂ ਦਾ, ਕੁਦਰਤ ਦੇ ਵਿੱਚ ਬੇਜਾ ਮੁਦਾਖਲਤ ਨਾ ਕਰੇ, ਕੁਦਰਤ ਨੂੰ ਖੁਦ ਰੱਖੇ। ਇਹੀ ਧਰਤੀ ਦੇ ਨਾਲ ਪਿਆਰ ਹੈ, ਹੋਰ ਕੁਝ ਨਹੀਂ ਪਿਆਰ ਧਰਤੀ ਦੇ ਨਾਲ। ਕੀ ਬਾਤ ਹੈ। ਅੱਜ ਤੁਹਾਡੇ ਇਹਨਾਂ ਖਿਆਲਾਂ ਤੋਂ, ਇਹਨਾਂ ਵਿਚਾਰਾਂ ਤੋਂ ਜ਼ਰੂਰ ਸਾਡੇ ਦਰਸ਼ਕਾਂ ਦੇ ਵਿੱਚ ਕੋਈ ਨਵੇਂ ਵਲਵਲੇ ਪੈਦਾ ਹੋਣਗੇ। ਅਸੀਂ ਆਪਣੀਆਂ ਸੋਚਾਂ ਨੂੰ, ਆਪਣੇ ਵਿਚਾਰਧਾਰਾਵਾਂ ਨੂੰ ਅਸੀਂ ਦਰੁਸਤ ਕਰਾਂਗੇ ਤੇ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ। ਨਾਲ ਨਾਲ ਪਿੱਛੇ ਵੱਲ ਵੀ ਧਿਆਨ ਰੱਖਾਂਗੇ ਤੇ ਜਿਹੜੀਆਂ ਚੰਗੀਆਂ ਚੀਜ਼ਾਂ ਸਾਨੂੰ ਨਾਲ ਲੈ ਕੇ ਤੁਰਨਾ ਚਾਹੀਦਾ, ਉਹਨਾਂ ਨੂੰ ਸਾਂਭਣ ਦੀ ਕੋਸ਼ਿਸ਼ ਕਰਾਂਗੇ। ਲੇਕਿਨ ਇਹ ਸਾਰਾ ਜਿਹੜਾ ਪ੍ਰੋਸੈਸ ਹੈ, ਜਾਂ ਇਹ ਸਾਰਾ ਇੱਕ ਮੁਹਿੰਮ ਹੈਗੀ ਹੈ, ਸਾਨੂੰ ਇਕੱਠਿਆਂ ਨੂੰ ਹੋ ਕੇ ਕਰਨੀ ਪੈਣੀ ਹੈ। ਅਤੇ ਇਕੱਠੇ ਹੋਣ ਦਾ ਮਤਲਬ ਜ਼ਰੂਰੀ ਨਹੀਂ ਵੀ ਅਸੀਂ ਜਿਵੇਂ ਮੇਲਾ ਹੁੰਦਾ ਉਹਦੇ ਵਿੱਚ ਇਕੱਠੇ ਹੋਣਾ ਆ, ਅਤੇ ਅਸੀਂ ਮਾਨਸਿਕ ਤੌਰ 'ਤੇ ਇੱਕ ਦੂਜੇ ਦੇ ਨੇੜੇ ਜਾ ਸਕਦੇ ਹਾਂ, ਇੱਕ ਦੂਜੇ ਨੂੰ ਸੁਣ ਸਕਦੇ ਹਾਂ, ਇੱਕ ਦੂਜੇ ਨੂੰ ਆਪਣੀ ਸੁਣਾ ਸਕਦੇ ਹਾਂ, ਕਹਿ ਸਕਦੇ ਹਾਂ, ਸੁਣ ਸਕਦੇ ਹਾਂ, ਅਤੇ ਇੱਕ ਦੂਜੇ ਦੇ ਨਾਲ ਅਸੀਂ ਹਮਦਰਦੀ ਦੇ ਨਾਲ ਅਸੀਂ ਜਿਹੜੇ ਸਵਾਲ ਜਿਹੜੇ ਹੈਗੇ ਉਹਨਾਂ ਦੇ ਸਾਹਮਣੇ ਅਸੀਂ ਸਨਮੁਖ ਹੋ ਕੇ ਇਹਨਾਂ ਦੇ ਆਨਸਰ ਇਕੱਠੇ ਹੋ ਕੇ ਲੱਭ ਸਕਦੇ ਹਾਂ। ਅਤੇ ਇੱਕ ਸਾਨੂੰ ਬੜੀ ਸੁਹਿਰਦ ਅਪਰੋਚ ਇਹਦੇ ਲਈ ਅਪਣਾਉਣੀ ਪੈਣੀ ਹੈ ਕਿ ਅਸੀਂ ਇੱਕ ਦੂਜੇ 'ਤੇ ਵਿਸ਼ਵਾਸ ਕਰੀਏ, ਇੱਕ ਦੂਜੇ ਨੂੰ ਆਪਣਾ ਸਮਝੀਏ। ਨੈਨਸੁਖ ਜੀ, ਫਿਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਵੀ ਅਸੀਂ ਸਾਰੇ ਇਹਨਾਂ ਯਤਨਾਂ ਦੇ ਨਾਲ ਕੁਛ ਨਾ ਕੁਛ ਜ਼ਰੂਰ ਕਰਾਂਗੇ ਜੀ। ਬਹੁਤ ਮਿਹਰਬਾਨੀ ਜੀ। ਐ ਪੰਜਾਬ ਐ ਪੰਜਾਬ ਹੈ ਪੰਜਾਬ